परम सत्कारयोग उपस्थित साध संगत जी, सब अपनी अपनी रसना ਨੂੰ ਪਵਿੱਤਰ ਕਰੀਏ। ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ। ਇੱਕ ਵਾਰ ਫਿਰ ਰਸਨਾ ਨੂੰ ਪਵਿੱਤਰ ਕਰੀਏ। ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ। ਹਾਜ਼ਰਾ ਹਜ਼ੂਰ ਸਤਿਗੁਰੂ ਨੂੰ ਯਾਦ ਕਰੀਏ। ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ। ਧੰਨ ਸਾਧ ਸੰਗਤ ਜੀ, ਆਪ ਜੀ ਸ੍ਰੀ ਸਤਿਗੁਰੂ ਰਾਮ ਸਿੰਘ ਦਾ ਇਤਿਹਾਸ ਸਰਵਣ ਕਰ ਰਹੇ ਸੀ। ਕੱਲ੍ਹ ਮਲੇਰਕੋਟਲੇ ਦਾ ਸਾਕਾ ਮੈਂ ਬਿਆਨ ਕਰ ਰਿਹਾ ਸੀ। ਸਾਧ ਸੰਗਤ ਜੀ, ਜਦੋਂ ਜਿਹੜਾ DC ਕਾਮਨ ਸੀ, ਕਿਉਂਕਿ ਜਿਹੜਾ ਮਲੇਰਕੋਟਲਾ ਇੱਕ ਸੁਤੰਤਰ ਰਿਆਸਤ ਸੀ, ਜਿਸ ਕਰਕੇ ਉਦੋਂ ਦਾ ਰਾਜਾ ਜਿਹੜਾ ਸੀ ਉਹ ਚੜ੍ਹਾਈ ਕਰ ਚੁੱਕਿਆ ਸੀ। ਉਹਦਾ ਬੱਚਾ ਹਲੇ ਨਾਬਾਲਿਗ ਸੀ, ਜਿਸ ਕਰਕੇ ਇਹਦਾ ਮਲੇਰਕੋਟਲਾ ਦਾ ਜਿੰਨਾ ਵੀ ਕੰਮਕਾਜ ਸੀ ਉਹ ਕੌਂਸਲ ਵੇਖ ਰਹੀ ਸੀ। ਕੌਂਸਲ ਜਿਹੜੀ ਸੀ ਉਹ ਲੁਧਿਆਣੇ ਦੇ DC ਦੇ ਅੰਡਰ ਆਉਂਦੀ ਸੀ, DC ਕਾਮਨ ਦੇ ਅੰਡਰ ਆਉਂਦੀ ਸੀ। ਭਾਈ ਬਾਬਾ ਲੱਖਾ ਸਿੰਘ ਜੀ ਨੇ ਤਾਂ ਪਹਿਲਾਂ ਹੀ ਜਾ ਕੇ ਦੱਸ ਦਿੱਤਾ ਸੀ DC ਕਾਮਨ ਨੂੰ ਕਿ ਭੈਣੀ ਸਾਹਿਬ ਤੋਂ 13 ਸਿੱਖ ਬਾਗੀ ਹੋ ਕੇ ਚਲੇ ਗਏ ਨੇ। ਉਹਨੂੰ ਮਲੌਦ ਦੀ ਖਬਰ ਪਹੁੰਚ ਗਈ ਸੀ ਕਿ ਕਿਸ ਤਰ੍ਹਾਂ ਮਲੌਦ ਸਿੱਖਾਂ ਨੇ ਹਮਲਾ ਕੀਤਾ ਆ। ਉਸ ਤੋਂ ਬਾਅਦ ਉਹਨੇ ਮਲੇਰਕੋਟਲੇ ਫੌਜਾਂ ਭੇਜੀਆਂ। ਉਹਨੇ ਇੰਤਜ਼ਾਮ ਕੀਤਾ ਵੀ ਰਾਤ ਨੂੰ ਜਾਂ ਸਵੇਰੇ ਸਿੱਖ ਆਉਣਗੇ, ਤੁਸੀਂ ਤਿਆਰ ਰਹੋ। ਉਹ ਤਿਆਰ ਸਨ। ਉੱਥੇ ਝੜਪ ਹੁੰਦੀ ਹੈ, ਸਿੱਖ ਸ਼ਹੀਦ ਹੁੰਦੇ ਨੇ 8। ਫਿਰ ਸਮੁੰਦ ਖਾਂ ਨਾਲ ਲੜਾਈ ਹੁੰਦੀ ਹੈ ਭਾਈ ਹੀਰਾ ਸਿੰਘ ਜੀ ਦੀ। ਉਸ ਤੋਂ ਬਾਅਦ ਰੜ ਪਿੰਡ ਵਿੱਚ ਜਾ ਕੇ ਉਹ ਆਪਣੇ ਸ਼ਸਤਰ ਰੱਖ ਦਿੰਦੇ ਨੇ ਕਿ ਸਾਨੂੰ ਸਿਰਫ ਇੰਨਾ ਹੀ ਹੁਕਮ ਸੀ, ਅਸੀਂ ਇਸ ਤੋਂ ਅੱਗੇ ਕੁਝ ਵੀ ਨਹੀਂ ਕਰਨਾ। ਉਸ ਤੋਂ ਬਾਅਦ ਆਪ ਗ੍ਰਿਫਤਾਰ ਹੁੰਦੇ ਨੇ, ਸ਼ੇਰਪੁਰ ਦੇ ਥਾਣੇ ਵਿੱਚ ਲਿਜਾਏ ਜਾਂਦੇ ਨੇ, ਜਿਹਦੇ ਵਿੱਚ 29 ਸਿੱਖ ਇੰਨੇ ਜ਼ਖਮੀ ਸਨ ਜਿਹੜੇ ਤੁਰ ਨਹੀਂ ਸਨ ਸਕਦੇ। ਉਹਨਾਂ ਨੂੰ ਗੱਡਿਆਂ 'ਤੇ ਪਾ ਕੇ ਮਲੇਰਕੋਟਲੇ ਲਿਜਾਇਆ ਜਾਂਦਾ ਹੈ। ਜਿੰਨੇ ਚਿਰ ਨੂੰ ਸਿੱਖਾਂ ਨੂੰ 17 ਤਰੀਕ ਦੁਪਹਿਰੋਂ ਬਾਅਦ ਸਿੱਖ ਪਹੁੰਚਦੇ ਨੇ, ਉਸ ਤੋਂ ਪਹਿਲਾਂ ਕਾਮਨ ਨੇ ਪਟਿਆਲਾ, ਨਾਭਾ, ਜੀਂਦ ਇਹਨਾਂ ਦੀਆਂ ਤੋਪਾਂ ਮੰਗਵਾ ਲਈਆਂ ਸਨ। 750 ਦੇ ਤਕਰੀਬਨ ਸਿਪਾਹੀ ਸੈਨਿਕ ਮੰਗਵਾ ਲਏ ਸਨ। ਪੂਰਾ ਇੰਤਜ਼ਾਮ ਕੀਤਾ ਗਿਆ ਸੀ ਕਿ ਜੇ ਬਾਹਰੋਂ ਕੋਈ ਹੋਰ ਵੀ ਇਹਨਾਂ ਦੀ ਮਦਦ ਕਰਨ ਵਾਸਤੇ ਕੂਕੇ ਆਉਣ ਅਤੇ ਸਾਡੇ ਕੋਲ ਐਕਸਟਰਾ ਫੋਰਸ ਹੋਵੇ, ਅਸੀਂ ਉਹਨਾਂ ਨੂੰ ਸੰਭਾਲ ਸਕੀਏ ਜੇ ਇਹਨਾਂ ਨੂੰ ਕੋਈ ਛਡਾਉਣ ਵਾਸਤੇ ਆਵੇ। ਜਿਸ ਦਿਨ ਭਾਈ ਹੀਰਾ ਸਿੰਘ ਜੀ ਇਸ ਮਲੇਰਕੋਟਲੇ ਦੇ ਮੈਦਾਨ ਵਿੱਚ, ਜਿੱਥੇ ਤੋਪਾਂ ਬੀੜੀਆਂ ਹੋਈਆਂ ਸਨ, ਸ਼ਾਮ ਦੇ ਵਕਤ 17 ਤਰੀਕ ਨੂੰ ਆਉਂਦੇ ਨੇ, ਉੱਥੇ ਕਾਮਨ ਜਿਹੜਾ ਸੀ ਉਹਨੂੰ ਜਿਹੜਾ ਅੰਬਾਲੇ ਦਾ ਡਿਪਟੀ ਕਮਿਸ਼ਨਰ ਸੀ, ਕਿਉਂਕਿ ਜਿਹੜਾ ਕਮਿਸ਼ਨਰ ਸੀ, ਕਿਉਂਕਿ ਕਾਮਨ ਡਿਪਟੀ ਕਮਿਸ਼ਨਰ ਸੀ, ਅੰਬਾਲੇ ਦਾ ਕਮਿਸ਼ਨਰ ਸੀ, ਉਸਨੇ ਤਾਰ ਭੇਜੀ ਸੀ, ਭਾਵ ਉਹਨੇ ਇਹਨੂੰ ਚਿੱਠੀ ਪਾਈ ਸੀ ਕਿ ਤੂੰ ਇਹਨਾਂ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੂੰ ਕੋਈ ਸਜ਼ਾ ਨਹੀਂ ਸੁਣਾਉਣੀ। ਪਰ ਉਹਨੇ ਉਹ ਚਿੱਠੀ ਨੂੰ ਆਪਣੀ ਜੇਬ ਵਿੱਚ ਪਾ ਲਿਆ। ਉਸ ਦਾ ਕੋਈ ਉਹਦਾ ਧਿਆਨ ਨਾ ਕੀਤਾ। ਉਹਨੇ ਆਪਣੀ ਮਰਜ਼ੀ ਨਾਲ ਹੀ ਸਿੱਖਾਂ ਨੂੰ ਤੋਪ ਅੱਗੇ ਖਿਲਾਰ ਕੇ ਉਡਾਉਣ ਦੀ ਕੋਸ਼ਿਸ਼ ਕੀਤੀ। ਭਾਈ ਹੀਰਾ ਸਿੰਘ ਜੀ ਸਭ ਤੋਂ ਅੱਗੇ ਖੜ੍ਹੇ ਸਨ। ਜਿਹੜਾ ਸਮੁੰਦ ਖਾਂ ਪਠਾਨ ਸੀ, ਉਹਦੇ 2 ਪੁੱਤਰ ਸਨ, ਉਹ ਵੀ ਖੜ੍ਹੇ ਉੱਥੇ। ਕਾਮਨ ਨੇ ਪੁੱਛਿਆ ਕਿ ਇਹਨਾਂ 'ਚੋਂ ਤੇਰੇ ਪਿਓ ਨੂੰ ਕਿਹਨੇ ਮਾਰਿਆ? ਬੱਚਿਆਂ ਨੇ ਤਾਂ ਨਹੀਂ ਸੀ ਦੇਖਿਆ। ਹੀਰਾ ਸਿੰਘ ਨੇ ਆਖਿਆ, ਇਹ ਕੌਣ ਨੇ? ਉਹ ਕਹਿੰਦਾ ਜੀ ਇਹ ਸਮੁੰਦ ਖਾਂ ਦੇ 2 ਪੁੱਤਰ ਨੇ। ਹੀਰਾ ਸਿੰਘ ਨੇ ਉਸ ਸਮੁੰਦ ਖਾਂ ਦੇ ਪੁੱਤਰ ਦੇ ਸਿਰ 'ਤੇ ਹੱਥ ਰੱਖਿਆ, 2 ਦਮੜੇ ਆਪਣੀ ਜੇਬ ਵਿੱਚੋਂ ਕੱਢ ਕੇ ਦਿੱਤੇ ਅਤੇ ਨਾਲ ਆਖਿਆ ਕਿ ਤੁਹਾਡਾ ਪਿਓ ਬਹੁਤ ਬਹਾਦਰ ਸੂਰਬੀਰ ਯੋਧਾ ਸੀ। ਅਤੇ ਉਹਨੇ ਲੋਕਾਂ ਨੂੰ ਆਖਿਆ, ਮਲੇਰਕੋਟਲਿਆਂ ਦੇ ਲੋਕਾਂ ਨੂੰ, ਕਿ ਇਹਨਾਂ ਦਾ ਪਿਤਾ ਸੂਰਬੀਰ ਯੋਧਾ ਸੀ, ਤੁਸੀਂ ਇਹਨਾਂ ਦੇ ਖਾਣ ਪੀਣ ਦਾ ਇੰਤਜ਼ਾਮ ਕਰਨਾ, ਭਾਵ ਇਹਨਾਂ ਨੂੰ ਅੰਨ ਦੇਣਾ। ਇਹ ਬੱਚੇ ਇਸ ਤਰ੍ਹਾਂ ਨਾ ਯਤੀਮ ਵਾਂਗੂ ਰੁਲਣ ਨਾ, ਕਿਉਂਕਿ ਇਹ ਇੱਕ ਸੂਰਬੀਰ ਯੋਧੇ ਦੇ ਪੁੱਤਰ ਨੇ। ਇਸ ਤਰ੍ਹਾਂ ਦੀ ਬਖਸ਼ਿਸ਼ ਸੀ ਸਤਿਗੁਰੂ ਰਾਮ ਸਿੰਘ ਦੇ ਸਿੱਖਾਂ 'ਤੇ ਕਿ ਉਹ ਆਪਣੇ ਦੁਸ਼ਮਣ ਦੇ ਬੱਚਿਆਂ 'ਤੇ ਦੁਸ਼ਮਣ ਬਣ ਕੇ ਉਹ ਆਇਆ ਸੀ ਸਮੁੰਦ ਖਾਂ, ਉਹ ਫਿਰ ਵੀ ਉਹਦੇ ਬੱਚਿਆਂ ਵਾਸਤੇ ਆਪਣੀ ਜੇਬ 'ਚੋਂ ਦਮੜੇ ਕੱਢ ਕੇ ਦਿੰਦੇ ਨੇ।
ਆਪ ਜੀ ਨੇ ਕੱਲ੍ਹ ਸਰਵਣ ਕੀਤਾ ਸੀ 3 ਵਾਰੀ ਤੋਪ ਚੱਲਦੀ ਏ। ਉਸ ਤੋਂ ਬਾਅਦ ਇਹਨਾਂ ਦਾ ਕਾਨੂੰਨ ਝੂਠਾ ਕਰਨਾ ਸੀ। ਝੂਠਾ ਕਰਨ ਤੋਂ ਬਾਅਦ ਫਿਰ ਚੌਥੀ ਵਾਰੀ ਤੋਪ ਚੱਲਦੀ ਏ, ਸਿੱਖ ਸ਼ਹੀਦ ਹੋਣੇ ਸ਼ੁਰੂ ਹੁੰਦੇ ਨੇ। ਸਤਿਗੁਰੂ ਰਾਮ ਸਿੰਘ ਜੀ ਬੇਲੀ ਸਿੰਘ ਸਿਆੜ ਪਿੰਡ ਦਾ ਨਿਵਾਸੀ ਸੀ। ਉਸ ਦੇ ਘਰ ਦੇ ਚੁਬਾਰੇ ਵਿੱਚ ਬਿਰਾਜਮਾਨ ਸਨ। ਨਾਲ ਸੂਬੇਦਾਰ ਕਾਹਨ ਸਿੰਘ ਜੀ ਸਨ। ਉਹ ਦੱਸ ਰਹੇ ਸਨ ਕਿ ਹੁਣ ਤੋਪ ਜਿਹੜੀ ਉਹ ਭਰ ਕੇ ਚੱਲੀ ਹੈ। ਸੱਚ ਪਾਤਸ਼ਾਹ ਜੀ ਤੋਪਾਂ ਦੀ ਆਵਾਜ਼ ਇੱਥੇ ਸਿਆੜ ਪਿੰਡ ਵਿਖੇ ਆਪ ਸੁਣੀ। ਨਾਲ ਬਚਨ ਕੀਤਾ, ਚੰਗਾ ਹੋਇਆ ਸਿੱਧੇ ਮੂੰਹ ਚੜ੍ਹੇ ਨੇ। ਨਾਲ ਸੱਚ ਪਾਤਸ਼ਾਹ ਜੀ ਬਚਨ ਕੀਤਾ, 2 ਤਰ੍ਹਾਂ ਦੇ ਸਾਧਨ ਨੇ, ਭਾਵ ਸਿਰਫ 2 ਹੀ ਗੱਲਾਂ ਨੇ। ਇੱਕ ਗੱਲ ਤਾਂ ਇਹ ਹੈ ਜਿਸ ਤਰ੍ਹਾਂ ਇਹ ਸਿੱਖ ਸ਼ਹੀਦ ਹੋ ਗਏ ਨੇ, ਇਸ ਤਰ੍ਹਾਂ ਜਿਵੇਂ ਸੱਚ ਪਾਤਸ਼ਾਹ ਜੀ ਹੁਕਮ ਕਰਦੇ ਨੇ ਕਿ ਜਦੋਂ ਤੁਸੀਂ ਕਿਸੇ ਮੈਦਾਨ ਵਿੱਚ ਜੁੜ ਗਏ, ਤੁਸੀਂ ਜਿਸ ਮੈਦਾਨ ਵਿੱਚ ਉਤਰ ਗਏ ਕਿ ਹੁਣ ਲੜਨ ਦਾ ਮਨ ਬਣਾ ਹੀ ਲਿਆ, ਫਿਰ ਪਿੱਛੇ ਨਹੀਂ ਹਟਣਾ। ਜੋ ਮਰਜ਼ੀ ਹੋ ਜਾਵੇ, ਭਾਵੇਂ ਛਿੱਤਰ ਹੀ ਹੱਥ ਵਿੱਚ ਫੜ ਕੇ ਭਾਵੇਂ ਤੁਸੀਂ ਲੜਾਈ ਕਰੋ, ਪਰ ਪਿੱਛੇ ਨਹੀਂ ਹਟਣਾ, ਸਿਰ ਦੇ ਦਿਓ। ਇਸ ਤਰ੍ਹਾਂ ਦੀ ਜਦੋਂ ਗੱਲ ਸੁਣੀ, ਨਾਲ ਸੱਚ ਪਾਤਸ਼ਾਹ ਜੀ ਬਚਨ ਕੀਤਾ, ਪਰ ਨਿਮਖੀ ਕਾ ਸ਼ਸਤਰ ਬੜਾ ਹੈ, ਭਾਵ ਜਿਹੜਾ ਉਸ ਨੂੰ ਜਰ ਲੈਣਾ ਹੈ ਗੁੱਸੇ ਨੂੰ, ਉਹ ਉਸ ਤੋਂ ਵੀ ਵੱਡਾ ਸ਼ਸਤਰ ਹੈ। ਇਸ ਤਰ੍ਹਾਂ ਦੀ ਬਖਸ਼ਿਸ਼ ਕੀਤੀ ਸਤਿਗੁਰੂ ਰਾਮ ਸਿੰਘ ਜੀ। ਇਹ ਸਤਿਗੁਰੂ ਰਾਮ ਸਿੰਘ ਜੀ 17 ਤਰੀਕ ਨੂੰ ਵਾਪਸ ਚਲੇ ਜਾਂਦੇ ਨੇ ਭੈਣੀ ਸਾਹਿਬ ਵੱਲ ਨੂੰ। ਇੱਥੇ 17 ਤਰੀਕ ਹਨੇਰਾ ਪੈਣ ਕਰਕੇ ਸਿਰਫ 49 ਸਿੱਖ 49 ਸਿੱਖਾਂ ਨੂੰ ਹੀ ਸ਼ਹੀਦ ਕੀਤਾ ਜਾਂਦਾ ਹੈ। ਇੱਕ ਬਿਸ਼ਨ ਸਿੰਘ ਜੀ ਜਿਹੜੇ ਸਨ, ਉਹਨਾਂ ਨੂੰ ਤਲਵਾਰ ਦੇ ਨਾਲ ਸ਼ਹੀਦ ਕੀਤਾ ਜਾਂਦਾ ਹੈ। 50 ਸਿੱਖ ਸ਼ਹੀਦ ਹੁੰਦੇ ਨੇ। ਉਸ ਤੋਂ ਬਾਅਦ ਸਾਧ ਸੰਗਤ ਜੀ ਅਗਲਾ ਦਿਨ 18 ਤਰੀਕ ਚੜ੍ਹਦੀ ਹੈ। 18 ਤਰੀਕ ਨੂੰ ਅੰਬਾਲੇ ਦਾ ਜਿਹੜਾ ਕਮਿਸ਼ਨਰ ਸੀ ਫੋਰਸਾਈਥ, ਉਹ ਆ ਗਿਆ ਸੀ। ਉਹਨੇ ਆਣ ਕੇ ਕਾਮਨ ਨੂੰ ਆਖਿਆ ਕਿ ਤੈਨੂੰ ਮੈਂ ਕੱਲ੍ਹ ਚਿੱਠੀ ਭੇਜੀ ਸੀ, ਤੂੰ ਕਿਉਂ ਨਹੀਂ ਉਸ 'ਤੇ ਅਮਲ ਕੀਤਾ। ਪਰ ਫਿਰ ਵੀ ਉਹਨੇ ਇੱਕ ਕਾਨੂੰਨੀ ਕਾਰਵਾਈ ਕਰਨ ਦੇ ਹਿਸਾਬ ਦੇ ਨਾਲ ਕਿ ਅਦਾਲਤ ਕੀਤੀ ਜਾਏਗੀ, ਉਹ ਮਲੇਰਕੋਟਲੇ ਦਾ ਤਹਿਸੀਲਦਾਰ, ਕਾਮਨ ਅਤੇ ਉੱਥੋਂ ਦਾ ਨਾਜ਼ਮ ਜਿਹੜਾ ਸੀ, ਉਹਨਾਂ ਤਿੰਨਾਂ ਨੂੰ ਬਿਠਾ ਕੇ ਇੱਕ ਕੋਰਟ ਦਾ ਰੂਪ ਬਣਾ ਲਿਆ ਕਿ ਇਹ 3 ਬੈਂਚ ਵਾਲੀ ਕੋਰਟ ਬਣਾ ਕੇ, ਅਦਾਲਤ ਬਣਾ ਕੇ ਇਹਨਾਂ ਦੇ ਸਾਹਮਣੇ ਹੁਣ ਇਹ ਜਿਹੜੇ 16 ਸਿੱਖ ਬਚ ਗਏ ਸਨ, ਉਹਨਾਂ ਦਾ 18 ਤਰੀਕ ਸਵੇਰੇ ਇੱਕ ਲੋਕਾਂ ਨੂੰ ਵਿਖਾਉਣ ਲਈ ਇੱਕ ਫੈਸਲਾ ਕਰਾਇਆ ਗਿਆ। ਉਹਨਾਂ ਤਿੰਨਾਂ ਜੱਜਾਂ ਨੇ ਇਹ ਲਿਖ ਕੇ ਉਹ ਦੇ ਦਿੱਤਾ ਕਿ ਇਹਨਾਂ ਨੂੰ ਫਾਂਸੀ ਜਾਂ ਮੌਤ ਦੀ ਸਜ਼ਾ ਦਿੱਤੀ ਜਾਵੇ। ਮੌਤ ਦੀ ਸਜ਼ਾ ਦਿੰਦਿਆਂ ਹੀ ਕਮਿਸ਼ਨਰ ਨੇ ਉਸ ਕਾਗਜ਼ 'ਤੇ ਸਾਈਨ ਕਰਕੇ ਉਹਨਾਂ ਨੂੰ, ਜਿਹੜੇ 16 ਸਿੱਖ ਸਨ, ਉਹਨਾਂ ਨੂੰ ਫਿਰ ਦੁਬਾਰਾ 18 ਤਰੀਕ ਨੂੰ ਸ਼ਹੀਦ ਕਰਨ ਦਾ ਮਨ ਬਣਾ ਲਿਆ। ਉਹ ਆਣ ਕੇ ਹੁਣ ਫਿਰ ਦੁਬਾਰਾ ਉੱਥੇ ਆਏ ਨੇ ਜਿੱਥੇ ਕੱਲ੍ਹ 17 ਤਰੀਕ ਨੂੰ ਸਿੱਖਾਂ ਨੂੰ ਸ਼ਹੀਦ ਕੀਤਾ ਸੀ ਉਹਨਾਂ ਨੇ। ਜਦੋਂ ਇੱਥੇ ਆਏ ਨੇ, ਇੰਨੇ ਚਿਰ ਨੂੰ ਜਿਹੜੇ ਪਟਿਆਲੇ ਦਾ ਮਹਾਰਾਜਾ ਮਹਿੰਦਰ ਸਿੰਘ ਸੀ, ਮਹਿੰਦਰ ਸਿੰਘ ਨੇ ਤੋਪਾਂ ਭੇਜੀਆਂ ਸੀ। ਮਹਿੰਦਰ ਸਿੰਘ ਬਹੁਤ ਕਾਰਵਾਈ, ਆਪਣੀ ਸੈਨਾ ਵੀ ਭੇਜੀ ਸੀ। ਮਹਿੰਦਰ ਸਿੰਘ ਬਹੁਤ ਡਿਟੇਲ ਵਿੱਚ ਨੇੜੇ ਹੋ ਕੇ ਇਸ ਕਾਰਵਾਈ ਦੇ ਵਿੱਚ ਇਨਵੋਲਵ ਸੀ। ਇਸ ਕਰਕੇ ਜਦੋਂ ਉਹਨੂੰ ਪਤਾ ਲੱਗਿਆ ਸੀ ਕਿ ਇਹ ਜਿਹੜਾ ਵਰਿਆਮ ਸਿੰਘ ਜੀ ਨੇ, ਉਹਨਾਂ ਦਾ ਜ਼ਿਕਰ ਆਇਆ, ਜਦੋਂ ਕਾਮਨ ਨੇ ਸੋਚਿਆ ਕਿ ਵਰਿਆਮ ਸਿੰਘ ਜੀ ਨੂੰ ਛਡਾਉਣਾ ਚਾਹੀਦਾ ਆ। ਫਿਰ ਵਰਿਆਮ ਸਿੰਘ ਜਦੋਂ ਸਾਹਮਣੇ ਆਣ ਕੇ ਤੋਪ ਅੱਗੇ ਖੜ੍ਹੇ ਹੁੰਦੇ ਨੇ ਅਤੇ ਵਰਿਆਮ ਸਿੰਘ ਨੂੰ ਕਾਮਨ ਇਹ ਗੱਲ ਆਖ ਦਿੰਦਾ ਹੈ ਕਿ ਤੇਰਾ ਕੱਦ ਮਧਰਾ ਹੈ, ਤੇਰਾ ਕੱਦ ਤੋਪ ਦੇ ਸਾਹਮਣੇ ਮੇਚ ਨਹੀਂ ਆਉਂਦਾ, ਤੈਨੂੰ ਜਾ ਬਖਸ਼ਿਆ, ਤੂੰ ਆਪਣੇ ਘਰ ਚੱਲ ਜਾ। ਵਰਿਆਮ ਸਿੰਘ ਜੀ ਨੇ ਆਖਿਆ, ਬਿੱਲਿਆ ਤੂੰ ਕੌਣ ਹੁੰਦਾ ਹੈ ਮੈਨੂੰ ਇਹ ਗੱਲ ਆਖਣ ਵਾਲਾ ਕਿ ਤੇਰਾ ਕੱਦ ਮਧਰਾ ਹੈ ਅਤੇ ਮੈਨੂੰ ਬਖਸ਼ਣ ਵਾਲਾ? ਮੈਂ ਤਾਂ ਆਪਣੇ ਸਤਿਗੁਰ ਦੇ ਚਰਨਾਂ ਵਿੱਚ ਜਾਣਾ ਹੈ, ਛੇਤੀ ਕਰ, ਮੇਰਾ ਸਾਥ ਜਾਂਦਾ ਹੈ। ਉਸੇ ਵੇਲੇ ਉਹ ਭੱਜ ਕੇ ਵਾਹਣ ਵਿੱਚ ਜਾਂਦੇ ਨੇ। ਵਾਹਣ ਵਿੱਚੋਂ ਜਾ ਕੇ ਢੇਮਾਂ ਇਕੱਠੀਆਂ ਕਰਦੇ ਨੇ। ਢੇਮਾਂ ਇਕੱਠੀਆਂ ਕਰਕੇ ਉਹਨਾਂ ਦਾ ਥੜਾ ਬਣਾ ਕੇ ਛੋਟਾ ਜਿਹਾ, ਉਹਦੇ ਉੱਤੇ ਵਰਿਆਮ ਸਿੰਘ ਜੀ ਆਪ ਖੜ੍ਹੇ ਹੋ ਕੇ ਲਲਕਾਰ ਕੇ ਆਖਦੇ ਨੇ, ਬਿੱਲਿਆ ਹੁਣ ਦੇਖ ਮੇਰੀ ਛਾਤੀ ਮੇਚ ਆਉਂਦੀ ਕਿ ਨਹੀਂ ਆਉਂਦੀ, ਛੇਤੀ ਕਰ, ਮੇਰਾ ਸਾਥ ਜਾਂਦਾ ਹੈ, ਤੋਪ ਦਾ ਵਾਰ ਕਰ ਮੇਰੇ 'ਤੇ। ਐਸੀ ਦ੍ਰਿੜਤਾ ਦੇਖ ਕੇ ਕਾਮਨ ਵੀ ਹੈਰਾਨ ਸੀ। ਇੱਕ ਥਾਂ 'ਤੇ ਗੋਰਿਆਂ ਨੇ ਇਹ ਲਿਖ ਦਿੱਤਾ ਹੈ ਕਿ ਇੱਕ ਟੂਰਿਸਟ ਵਜੋਂ ਹਿੰਦੁਸਤਾਨ 'ਚ ਗੋਰਾ ਆਇਆ ਸੀ, ਉਹਨੇ ਜਾ ਕੇ ਲਿਖਿਆ ਕਿ ਮੈਂ ਕੀ ਵੇਖ ਕੇ ਆਇਆ। ਉਹ ਕਹਿੰਦੇ ਇਹ ਈਸਾਈ ਜਿਹੜੇ ਨੇ
ਉਹ ਇੱਕ ਈਸਾ ਮਸੀਹ ਦੇ ਸ਼ਹੀਦ ਹੋਣ 'ਤੇ ਉਹਨੂੰ ਯਾਦ ਕਰਦੇ ਨੇ। ਪਰ ਮੈਂ ਮਲੇਰਕੋਟਲੇ ਦੇ ਰੱਖੜ ਵਿੱਚ 80 66 ਈਸੇ ਸ਼ਹੀਦ ਹੁੰਦੇ ਵੇਖੇ ਨੇ। ਇਹ ਸਤਿਗੁਰੂ ਰਾਮ ਸਿੰਘ ਦੇ ਸਿੱਖਾਂ ਦੀ ਇਸ ਤਰ੍ਹਾਂ ਦੀ ਸ਼ਹਾਦਤ ਭਰੀ ਕੁਰਬਾਨੀ ਸੀ ਮਲੇਰਕੋਟਲੇ ਵਿਖੇ। ਸਾਧ ਸੰਗਤ ਜੀ, ਇਹਨਾਂ ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ। ਨਾਲ ਬੀਬੀ ਖੇਮ ਕੌਰ ਅਤੇ ਇੰਦ ਕੌਰ ਉਹ ਨਾਲ ਸਨ। ਉਹਨਾਂ ਨੂੰ ਪਟਿਆਲੇ ਵਾਲੇ ਰਾਜੇ ਨੂੰ ਸਪੁਰਦ ਕਰ ਦਿੱਤਾ ਜਾਂਦਾ ਕਿ ਤੁਸੀਂ ਇਹਨਾਂ ਨੂੰ ਜੋ ਮਰਜ਼ੀ ਸਜ਼ਾ ਦੇਵੋ। ਉਹ ਇਹਨਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੰਦੇ ਨੇ। 49 ਸਿੱਖ 18 ਤਰੀਕ ਨੂੰ ਸ਼ਹੀਦ ਕੀਤੇ, ਇੱਕ ਤਲਵਾਰ ਨਾਲ ਸ਼ਹੀਦ ਕੀਤਾ। ਭਾਵ ਜੇ 65 ਸਿੱਖ ਤੋਪਾਂ ਨਾਲ, ਇੱਕ ਸਿੱਖ ਤਲਵਾਰ ਨਾਲ, ਅਤੇ ਉਸ ਤੋਂ ਬਾਅਦ 4 ਸਿੱਖ ਹੋਰ ਬਚ ਗਏ ਸੀ। ਉਹਨਾਂ ਨੇ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ, ਜਿਨ੍ਹਾਂ ਦੇ ਵਿੱਚ ਸਨ ਭਗਵਾਨ ਸਿੰਘ, ਥੰਮਣ ਸਿੰਘ, ਗਿਆਨ ਸਿੰਘ ਅਤੇ ਮਿਹਰ ਸਿੰਘ। ਇਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ। 10 ਸਿੱਖ ਜਿਹੜੇ ਸਨ ਉਹ ਸ਼ਹੀਦ ਹੋਏ ਸਨ, 2 ਮਲੌਦ, 8 ਮਲੇਰਕੋਟਲੇ ਲੜਦਿਆਂ। 80 ਸਿੱਖ ਪੂਰੇ ਜਿਹੜੇ ਸਨ ਇਹ ਇੱਥੇ ਮਲੇਰਕੋਟਲੇ ਦੇ ਸਾਕੇ ਵਿੱਚ ਸ਼ਹੀਦ ਹੁੰਦੇ ਨੇ। ਸਾਧ ਸੰਗਤ ਜੀ, ਸਤਿਗੁਰੂ ਰਾਮ ਸਿੰਘ ਜੀ ਜਦੋਂ 17 ਤਰੀਕ ਨੂੰ ਇੱਥੋਂ ਚੱਲਦੇ ਨੇ, ਉਹ ਭੈਣੀ ਸਾਹਿਬ ਨੂੰ ਪਹੁੰਚਦੇ ਨੇ। 17 ਤਰੀਕ ਨੂੰ ਭੈਣੀ ਸਾਹਿਬ ਜਾਣ ਲੱਗਿਆਂ ਨਾਲ ਸੂਬਾ ਸਾਹਿਬ ਸਿੰਘ ਜੀ, ਸੂਬਾ ਜਵਾਹਰ ਸਿੰਘ ਜੀ ਉਹ ਨਾਲ ਸਨ। ਸੂਬਾ ਕਾਹਨ ਸਿੰਘ ਜੀ ਮਲੇਰਕੋਟਲੇ ਦੇ ਵਾਸੀ ਸਨ। ਮਲੇਰਕੋਟਲੇ ਦੀ ਰਿਆਸਤ ਵਿੱਚ ਇਹ ਸਾਰਾ ਸਾਕਾ ਹੋਇਆ। ਉਹ ਸਿਆੜ ਤੋਂ ਆਪਣੇ ਘਰ ਚਲੇ ਗਏ ਸਨ। ਸਤਿਗੁਰੂ ਰਾਮ ਸਿੰਘ ਜੀ ਕੁਝ ਸਿੱਖਾਂ ਦੇ ਨਾਲ ਉੱਥੋਂ ਸਿਆੜ ਤੋਂ ਵਾਪਸ ਭੈਣੀ ਸਾਹਿਬ ਨੂੰ ਘੋੜੀਆਂ 'ਤੇ ਆ ਰਹੇ ਨੇ। ਰਸਤੇ ਵਿੱਚ ਇੱਕ ਛੱਪੜ 'ਤੇ ਰੁਕ ਕੇ ਇਸ਼ਨਾਨ ਵੀ ਕੀਤਾ। ਸਤਿਗੁਰੂ ਰਾਮ ਸਿੰਘ ਜੀ ਬਚਨ ਕਰਦੇ ਨੇ ਸੂਬਾ ਸਾਹਿਬ ਸਿੰਘ ਨੂੰ। ਸਾਹਿਬ ਸਿੰਘ ਸਾਰੇ ਸੂਬਿਆਂ ਦਾ ਜਹੇਦਾਰ ਹੋਇਆ। ਸਾਹਿਬ ਸਿੰਘ ਦਾ ਅਫਸਰ ਕਾਹਨ ਸਿੰਘ ਹੋਇਆ। ਇਸ ਤਰ੍ਹਾਂ ਨਵਾਜ ਰਹੇ ਨੇ ਸਿੱਖਾਂ ਨੂੰ। ਫੇਰ ਬਚਨ ਕਰਦੇ ਨੇ ਨਾਮ ਜਪਣ ਵਾਲੇ, ਗੁਰਬਾਣੀ ਪੜ੍ਹਨ ਵਾਲਿਆਂ ਦਾ ਬਾਬਾ ਜਵਾਹਰ ਸਿੰਘ ਅਫਸਰ ਹੋਇਆ। ਇਸ ਤਰ੍ਹਾਂ ਸਿੱਖਾਂ ਨੂੰ, ਉਹਨਾਂ ਨੂੰ ਵਡਿਆ ਕੇ ਉਹਨਾਂ ਦੇ ਉੱਤੇ ਬਖਸ਼ਿਸ਼ਾਂ ਕਰਦੇ ਹੋਏ ਸਤਿਗੁਰੂ ਰਾਮ ਸਿੰਘ ਜੀ ਸ਼ਾਮ ਤੱਕ ਸ੍ਰੀ ਭੈਣੀ ਸਾਹਿਬ 17 ਤਰੀਕ ਨੂੰ ਪਹੁੰਚਦੇ ਨੇ। ਜਦੋਂ ਭੈਣੀ ਸਾਹਿਬ ਆਉਂਦੇ ਨੇ, ਇੱਥੇ ਸਬ ਇੰਸਪੈਕਟਰ ਸਾਹਨੇਵਾਲ ਤੋਂ ਗੁਲਾਬ ਸਿੰਘ ਜਿਹੜਾ ਸੀ ਉਹ ਆਪਣੇ ਨਾਲ 4 ਸਾਥੀ ਹੋਰ ਲੈ ਕੇ, ਪੁਲਿਸ ਦੇ ਸਿਪਾਹੀ ਲੈ ਕੇ ਉਹ ਇੱਥੇ ਪਹੁੰਚਿਆ ਹੋਇਆ ਸੀ। ਸਤਿਗੁਰੂ ਰਾਮ ਸਿੰਘ ਜੀ ਦਾ ਇੰਤਜ਼ਾਰ ਕਰ ਰਿਹਾ ਸੀ। ਜਦੋਂ ਹੀ ਸਤਿਗੁਰੂ ਰਾਮ ਸਿੰਘ ਜੀ ਨੂੰ ਪਿੰਡ ਦੇ ਬਾਹਰ ਹੀ ਮਿਲ ਪਏ ਭੈਣੀ ਸਾਹਿਬ ਤੋਂ, ਉਹਨਾਂ ਨੇ ਉੱਥੇ ਹੀ ਸਰਕਾਰੀ ਹੁਕਮ ਸੁਣਾ ਦਿੱਤਾ। ਕਿਉਂਕਿ ਮਲੌਦ ਕਾਮਨ ਕਹਿ ਆਇਆ ਸੀ ਕਿ ਜਦੋਂ ਤੁਹਾਨੂੰ ਸੱਦਾਂਗੇ ਤੁਸੀਂ ਲੁਧਿਆਣੇ ਪਹੁੰਚ ਜਾਣਾ। ਸਤਿਗੁਰੂ ਰਾਮ ਸਿੰਘ ਜੀ ਨੂੰ ਤਾਂ ਪਤਾ ਹੀ ਸੀ, ਅਤੇ ਉਸੇ ਵੇਲੇ ਹੀ ਉਹਨਾਂ ਨੇ ਆਖਿਆ ਕਿ ਤੁਹਾਨੂੰ ਹੁਣੇ ਲੁਧਿਆਣੇ ਜਾਣਾ ਪਵੇਗਾ। ਸਤਿਗੁਰੂ ਰਾਮ ਸਿੰਘ ਜੀ ਆਣ ਕੇ ਹੁਕਮ ਕਰਦੇ ਨੇ ਕਿ ਕੋਈ ਗੱਲ ਨਹੀਂ, ਹੁਣੀ ਬਸਤਰ ਸੂਬਾ ਸਾਹਿਬ ਸਿੰਘ ਜੀ ਅਰਜ਼ ਕਰਦੇ ਨੇ ਕਿ ਪੋਸ਼ਾਕ ਬਦਲ ਲਈ ਜਾਵੇ। ਸਤਿਗੁਰੂ ਰਾਮ ਸਿੰਘ ਜੀ ਬਚਨ ਕੀਤਾ, ਹੁਣ ਕਾਹਦੀਆਂ ਪੋਸ਼ਾਕਾਂ ਬਦਲਣੀਆਂ ਨੇ, ਕੋਈ ਗੱਲ ਨਹੀਂ, ਇਸੇ ਪੋਸ਼ਾਕ ਵਿੱਚ ਹੀ ਚੱਲਾਂਗੇ। ਫਿਰ ਹੁਕਮ ਕੀਤਾ ਕਿ ਘੋੜੇ ਤਿਆਰ ਕਰ ਲਓ, ਘੋੜਿਆਂ 'ਤੇ ਚੱਲਦੇ ਹਾਂ। ਫਿਰ ਬਚਨ ਕੀਤਾ ਨਹੀਂ, ਘੋੜੀਆਂ ਥੱਕੀਆਂ ਆਈਆਂ ਨੇ, ਘੋੜਿਆਂ 'ਤੇ ਨਹੀਂ ਜਾਣਾ, ਤੁਸੀਂ ਗੱਡੇ ਨੂੰ ਤਿਆਰ ਕਰੋ। ਬਾਬਾ ਗੁਰਦਿੱਤ ਸਿੰਘ ਨੂੰ ਸੱਦਿਆ ਗਿਆ ਕਿ ਤੁਸੀਂ ਗੱਡਾ ਤਿਆਰ ਕਰੋ। ਉਹਨਾਂ ਨੇ ਉਸ ਵੇਲੇ ਗੱਡਾ ਤਿਆਰ ਕੀਤਾ। ਸਤਿਗੁਰੂ ਰਾਮ ਸਿੰਘ ਜੀ ਸਿੱਖਾਂ ਦੇ ਕੋਲ ਇੱਥੇ ਖਲੋਤੇ ਨੇ, ਬਚਨ ਬਲਾਸ ਚੱਲ ਰਹੇ ਨੇ। ਸੰਗਤ ਸਾਰੀ ਜਿਹੜੀ ਸੀ ਉਹ ਪੁੱਛ ਰਹੀ ਹੈ ਕੀ ਹੁਕਮ ਹੈ। ਸੱਚ ਪਾਤਸ਼ਾਹ ਜੀ ਹੁਕਮ ਕਰਦੇ ਨੇ ਇੱਥੇ ਸੰਗਤ ਨੂੰ। ਜਦੋਂ 3-4 ਦਿਨ ਪਹਿਲਾਂ ਵੀ, 15-20 ਦਿਨ ਪਹਿਲਾਂ ਵੀ 3-4 ਵਾਰੀ ਜ਼ਿਕਰ ਆਉਂਦਾ ਇਸ ਗੱਲ ਦਾ, ਇਸ ਬਚਨ ਦਾ। ਸਤਿਗੁਰੂ ਰਾਮ ਸਿੰਘ ਜੀ ਬਚਨ ਕਰਦੇ ਸਨ, ਜਿਸ ਨੇ ਸੁੱਖ ਲੈਣਾ ਹੈ ਉਹ ਆਪਣੇ ਆਪਣੇ ਘਰਾਂ ਨੂੰ ਚਲੇ ਜਾਓ। ਹੁਣ ਜਿਹੜਾ ਵੀ ਇਸ ਡੇਰੇ ਵਿੱਚ ਭਾਵ ਭੈਣੀ ਸਾਹਿਬ ਵਿੱਚ ਰਹੇਗਾ ਉਹ ਦੁਖੀ ਹੋਏਗਾ, ਇਸ ਕਰਕੇ ਤੁਸੀਂ ਇੱਥੇ ਨਾ ਠਹਿਰੋ। ਜਦੋਂ ਇਹ ਅੰਗਰੇਜ਼ ਅਫਸਰ ਲੈਣ ਆਏ ਨੇ ਸਤਿਗੁਰੂ ਰਾਮ ਸਿੰਘ ਜੀ ਦੇ ਕੋਲ, ਬਾਬਾ ਬੁੱਧ ਸਿੰਘ ਜੀ ਛੋਟੇ ਭਰਾ, ਜਿਨ੍ਹਾਂ ਨੂੰ ਬਾਅਦ ਵਿੱਚ ਆਪਾਂ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਦੇ ਨਾਮ ਨਾਲ ਸੰਬੋਧਨ ਕਰਦੇ ਹਾਂ, ਉਹ ਆਖਦੇ ਨੇ ਤੁਸੀਂ ਇੱਥੇ ਰਹੋ, ਮੈਨੂੰ ਆਗਿਆ ਦਿਓ, ਮੈਂ ਜਾਣਾ, ਮੈਂ ਜਾ ਕੇ ਸਾਰੇ ਜ਼ੁਲਮ ਆਪਣੇ ਸਿਰ ਕਬੂਲ ਕਰਾਂਗਾ ਕਿ ਇਹ ਸਾਰਾ ਕੁਝ ਮੈਂ ਕੀਤਾ, ਮੈਂ ਆਪਣੇ ਸਿਰ ਲਵਾਂਗਾ। ਸਤਿਗੁਰੂ ਰਾਮ ਸਿੰਘ ਜੀ ਬਚਨ ਕਰਦੇ ਨੇ ਨਹੀਂ, ਤੁਸੀਂ ਇੱਥੇ ਰਹੋ, ਮੈਂ ਜਾਣਾ ਆ। ਗੱਡੇ ਦੇ ਉੱਤੇ ਸਤਿਗੁਰੂ ਰਾਮ ਸਿੰਘ ਜੀ ਬੈਠਣ ਤੋਂ ਪਹਿਲਾਂ ਕੋਲ ਬਾਬਾ ਜੱਸਾ ਸਿੰਘ ਜੀ, ਸਤਿਗੁਰੂ ਰਾਮ ਸਿੰਘ ਜੀ ਦੇ ਪਿਤਾ ਜੀ, ਉਹ ਆ ਜਾਂਦੇ ਨੇ। ਉਹ ਅਰਜ਼ ਕਰਦੇ ਨੇ ਕਿ ਤੁਸੀਂ ਮੇਰੇ ਨਾਲ ਤੇ ਉਹੀ ਦਸਰਤ ਵਾਲੀ ਕਰਨ ਲੱਗੇ ਹੋ, ਤੁਸੀਂ ਤੇ ਫਿਰ ਚੱਲੇ ਹੋ,
ਕਦੋਂ ਆਵੋਗੇ? ਸੱਚ ਪਾਤਸ਼ਾਹ ਜੀ ਹੁਕਮ ਕੀਤਾ, ਕੋਈ ਗੱਲ ਨਹੀਂ, ਛੇਤੀ ਆਵਾਂਗੇ। ਇੰਨਾ ਹੀ ਬਚਨ ਕੀਤਾ। ਬਾਬਾ ਜੱਸਾ ਸਿੰਘ ਜੀ ਅਰਜ਼ ਕਰਦੇ ਨੇ ਕਿ ਮੇਰੀ ਤੁਹਾਡੇ ਚਰਨਾਂ ਵਿੱਚ ਅਰਜ਼ ਹੈ ਕਿ ਮੈਂ ਜਦੋਂ ਸਰੀਰ ਛੱਡਾਂ ਤੇ ਤੁਸੀਂ ਮੇਰੇ ਕੋਲ ਹੋਵੋ। ਮੇਰਾ ਜਿਹੜਾ ਸੰਸਕਾਰ ਆ ਉਹ ਬਾਬਾ ਮਨਸਾ ਰਾਮ ਦੀ ਸਮਾਧ ਦੇ ਕੋਲ ਹੋਵੇ। ਭੈਣੀ ਸਾਹਿਬ ਤੇ ਰਾਈਆਂ ਪਿੰਡ ਦੇ ਵਿਚਕਾਰ ਇੱਕ ਬੋਹੜ ਆ। ਬੋਹੜ ਦੇ ਖੱਬੇ ਬੰਨੇ ਨੂੰ ਇੱਕ ਸੜਕ ਜਾਂਦੀ ਹੈ, ਹੁਣ ਸ਼ਾਇਦ ਪੱਕੀ ਹੋਵੇ, ਉਦੋਂ ਕੱਚੀ ਜਾਂਦੀ ਸੀ। ਉਸ ਜਗ੍ਹਾ 'ਤੇ ਇੱਕ ਬਾਬਾ ਮਨਸਾ ਰਾਮ ਜੀ ਹੋਏ ਨੇ, ਬਹੁਤ ਸਾਧੂ ਸਨ। ਉਹਨਾਂ ਦਾ ਬਹੁਤ ਪਿਆਰ ਸੀ, ਉਹਨਾਂ ਦਾ ਬਹੁਤ ਪਿਆਰ ਸੀਗਾ ਬਾਬਾ ਜੱਸਾ ਸਿੰਘ ਜੀ ਨਾਲ। ਉਹਨਾਂ ਨੇ ਬਾਬਾ ਮਨਸਾ ਰਾਮ ਜੀ ਦੀ ਸਮਾਧ ਦੇ ਕੋਲ ਹੁਕਮ ਕਰਦੇ ਨੇ ਕਿ ਮੇਰਾ ਸੰਸਕਾਰ ਹੋਵੇ। ਫਿਰ ਤੀਸਰਾ ਬਚਨ ਕਰਦੇ ਨੇ, ਕੋਸ਼ਿਸ਼ ਕਰਨੀ ਪੰਚਕਾਂ ਨਾ ਹੋਣ। ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਵਿੱਚ ਕਾਫੀ ਡਿਟੇਲ 'ਚ ਆਉਂਦਾ ਕਿ ਜਿਹੜੇ ਪੁਰਾਣੇ ਲੋਕ ਸਨ ਉਹ ਸੋਚਦੇ ਸਨ ਕਿ ਸਾਡਾ ਸਰੀਰ ਜਦੋਂ ਚੱਲਣਾ ਆ ਉਦੋਂ ਪੰਚਕਾਂ ਨਾ ਹੋਣ। ਇਸ ਤਰ੍ਹਾਂ ਦੇ ਉਹਨਾਂ ਨੇ ਅਰਜ਼ ਕੀਤੀ। ਸੰਗਤ ਨੂੰ ਦਿਲਾਸਾ ਦੇ ਰਹੇ ਨੇ ਸਤਿਗੁਰੂ ਰਾਮ ਸਿੰਘ ਜੀ ਕਿ ਤੁਸੀਂ ਅੱਜ ਸਾਰੀ ਰਾਤ ਇੱਥੇ ਭਜਨ ਬੰਦਗੀ ਕਰਨੀ ਹੈ, ਕਿਸੇ ਨੇ ਸੌਣਾ ਨਹੀਂ, ਪਾਠ ਕਰੋ, ਨਾਮ ਜਪੋ। ਬਾਬਾ ਸਾਹਿਬ ਸਿੰਘ ਜੀ ਹੁਕਮ ਕਰਦੇ ਨੇ ਕਿ ਪਾਤਸ਼ਾਹ ਨਾਲ ਕੁਝ ਪੈਸੇ ਲੈ ਲਈਏ। ਸੱਚ ਪਾਤਸ਼ਾਹ ਜੀ ਹੁਕਮ ਕਰਦਾ, ਠੀਕ ਹੈ, 50-60 ਰੁਪਏ ਨਾਲ ਲੈ ਲਓ। ਕੁਝ ਪੈਸੇ ਲੈ ਲਵੇ। ਨਾਲ ਹੁਕਮ ਕਰਦੇ ਨੇ ਮੇਰੇ ਨਾਲ ਬਾਬਾ ਜਵਾਹਰ ਸਿੰਘ, ਬਾਬਾ ਸਾਹਿਬ ਸਿੰਘ, ਗੁਰਦਿੱਤ ਸਿੰਘ ਗਾਡੀ ਉਹ ਚੱਲਣ। ਅਤੇ ਜਿਹੜਾ ਸੇਵਕ ਸੀ ਉਹਨੇ ਅਰਜ਼ ਕੀਤੀ, ਸੱਚ ਪਾਤਸ਼ਾਹ ਜੀ ਹੁਕਮ ਕੀਤਾ, ਨਹੀਂ ਤੂੰ ਗ੍ਰਸਤੀ ਹੈ, ਤੂੰ ਨਹੀਂ ਨਾਲ ਜਾਣਾ। ਭਾਈ ਨਾਨੂ ਸਿੰਘ ਵੱਲ ਇਸ਼ਾਰਾ ਕਰਕੇ ਹੁਕਮ ਕਰਦੇ ਨੇ, ਭਾਈ ਨਾਨੂ ਸਿੰਘ ਤੂੰ ਸਾਡੇ ਨਾਲ ਚੱਲੇਗਾ। ਭਾਈ ਨਾਨੂ ਸਿੰਘ ਜੀ ਨੂੰ ਨਾਲ ਲੈਂਦੇ ਨੇ। ਸਤਿਗੁਰੂ ਰਾਮ ਸਿੰਘ ਜੀ 4 ਸਿੱਖ ਲੈ ਕੇ ਕਾਲੀ ਕੰਬਲੀ ਓੜ ਕੇ, ਇਹ ਸਰਦੀਆਂ ਦੇ ਦਿਨ ਸਨ। ਸੂਬਾ ਸਾਹਿਬ ਸਿੰਘ ਜੀ ਅਰਜ਼ ਕਰਦੇ ਨੇ, ਪਾਤਸ਼ਾਹ ਉੱਪਰ ਲੈਣ ਵਾਸਤੇ ਕੀ ਲੈਣਾ ਆ? ਸਤਿਗੁਰੂ ਰਾਮ ਸਿੰਘ ਜੀ ਬਚਨ ਕੀਤਾ ਕਿ ਜਿਹੜੀ ਉਹ ਮਾਈ ਕਰਮੋਂ ਕਾਲੀ ਕੰਬਲੀ ਲੈ ਕੇ ਆਈ ਸੀ ਉਹ ਲੈ ਕੇ ਆਓ। 1 ਸਾਲ ਪਹਿਲਾਂ ਉਹ ਮਾਈ ਨੇ ਕੰਬਲੀ ਮੱਥਾ ਟੇਕੀ, ਅਤੇ ਜਦੋਂ ਉਹਨੇ ਕਾਲੀ ਕੰਬਲੀ ਮੱਥਾ ਟੇਕੀ, ਸੱਚ ਪਾਤਸ਼ਾਹ ਜੀ ਹੁਕਮ ਕੀਤਾ, ਮਾਈ ਲੈ ਆਈ ਹੈ ਦੇਸ਼ ਨਿਕਾਲਾ। ਉਹ 1 ਸਾਲ ਪਹਿਲਾਂ ਮੱਥਾ ਟੇਕ ਗਈ ਸੀ ਮਾਈ। ਉਹ ਕੰਬਲੀ ਲੈ ਕੇ ਸਤਿਗੁਰੂ ਰਾਮ ਸਿੰਘ ਜੀ ਸਿੱਖਾਂ ਦੇ ਨਾਲ ਇੱਥੇ ਦਿਲਾਸਾ ਦੇ ਕੇ ਹੁਣ ਇੱਥੋਂ ਲੁਧਿਆਣੇ ਵੱਲ ਨੂੰ ਰਵਾਨਾ ਹੁੰਦੇ ਨੇ। ਗੁਲਾਬ ਸਿੰਘ ਅੱਗੇ ਘੋੜੇ 'ਤੇ ਸਵਾਰ ਆ, 2 ਸਿਪਾਹੀ ਅੱਗੇ ਨੇ, 2 ਸਿਪਾਹੀ ਪਿੱਛੇ ਨੇ। ਗੱਡੇ 'ਤੇ ਸਤਿਗੁਰੂ ਰਾਮ ਸਿੰਘ ਜੀ ਰਾਤ ਨੂੰ 8 ਕੁ ਵਜੇ ਦੇ ਕਰੀਬ 17 ਤਰੀਕ ਬੁੱਧਵਾਰ ਸਤਿਗੁਰੂ ਰਾਮ ਸਿੰਘ ਜੀ ਭੈਣੀ ਸਾਹਿਬ ਤੋਂ ਲੁਧਿਆਣੇ ਨੂੰ ਚੱਲਦੇ ਨੇ। ਜਦੋਂ ਲੁਧਿਆਣੇ ਚੱਲਦੇ ਨੇ ਸਤਿਗੁਰੂ ਰਾਮ ਸਿੰਘ ਜੀ, ਲੁਧਿਆਣੇ ਜਾ ਕੇ ਸੱਚ ਪਾਤਸ਼ਾਹ ਜੀ ਬੰਗਲੇ ਵਿੱਚ ਠਹਿਰਾਇਆ ਜਾਂਦਾ ਸਤਿਗੁਰੂ ਰਾਮ ਸਿੰਘ ਜੀ ਨੂੰ। ਜਦੋਂ ਸਤਿਗੁਰੂ ਰਾਮ ਸਿੰਘ ਜੀ ਉੱਥੇ ਜਾਂਦੇ ਨੇ, ਡਾਕ ਬੰਗਲੇ ਵਿੱਚ ਠਹਿਰਾਇਆ ਜਾਂਦਾ ਹੈ। ਉੱਥੇ ਕਮਿਸ਼ਨਰ ਫੋਰਸਿਥ ਜਿਹੜਾ ਸੀ ਉਹ ਸਤਿਗੁਰੂ ਰਾਮ ਸਿੰਘ ਜੀ ਨੂੰ ਅੰਦਰ ਕਮਰੇ ਵਿੱਚ ਇਕੱਲਿਆਂ ਨੂੰ ਲਿਜਾ ਕੇ ਉਹ 2 ਘੰਟੇ ਸੱਚ ਪਾਤਸ਼ਾਹ ਜੀ ਦੇ ਨਾਲ ਬਚਨ ਬਲਾਸ ਕਰਦਾ ਹੈ। ਬਾਬਾ ਗੁਰਦਿੱਤ ਸਿੰਘ ਜੀ ਨੂੰ ਗੱਡਾ ਦੇ ਕੇ ਵਾਪਸ ਭੈਣੀ ਸਾਹਿਬ ਭੇਜ ਦਿੱਤਾ ਜਾਂਦਾ ਹੈ। ਨਾਲ ਬਾਬਾ ਜਵਾਹਰ ਸਿੰਘ ਜੀ, ਨਾਨੂ ਸਿੰਘ ਜੀ ਅਤੇ ਸੂਬਾ ਸਾਹਿਬ ਸਿੰਘ ਜੀ, ਇਹ 3 ਸਿੱਖ ਰਹਿ ਜਾਂਦੇ ਨੇ। ਜਿਹੜਾ ਕਮਿਸ਼ਨਰ ਸੀ ਉਹ ਆਣ ਕੇ ਸੂਬਾ ਸਾਹਿਬ ਸਿੰਘ ਨੂੰ ਕਹਿੰਦਾ ਆ, ਸਾਹਿਬ ਸਿੰਘ ਤੈਣੇ ਦੰਗਾ ਕੀਆ? ਸਾਹਿਬ ਸਿੰਘ ਕਹਿੰਦਾ, ਜੀ ਅਸੀਂ ਨਹੀਂ ਦੰਗਾ ਕੀਤਾ, ਅਸੀਂ ਤਾਂ ਤੁਹਾਨੂੰ ਪਹਿਲਾਂ ਹੀ ਇਤਲਾਹ ਕਰ ਦਿੱਤੀ ਸੀ ਕਿ ਸਾਡੇ ਤੋਂ 13 ਸਿੱਖ ਬਾਹਰੂ ਹੋ ਗਏ ਨੇ। ਅਤੇ ਕਮਿਸ਼ਨਰ ਅੱਗੋਂ ਇਹ ਗੱਲ ਕਹਿ ਰਿਹਾ ਕਿ 13 ਸਿੱਖ ਜਿਹੜੇ ਬਾਹਰੂ ਹੋ ਗਏ ਸਨ, ਤੁਸੀਂ ਇੰਨੇ ਸਿੱਖ ਸੀ ਫੜ ਲੈਣੇ ਸੀ, 13 ਕਿਹੜਾ ਤੁਹਾਡੇ ਸਾਹਮਣੇ ਜ਼ਿਆਦੇ ਸਨ। ਸੂਬਾ ਸਾਹਿਬ ਸਿੰਘ ਜੀ ਕਹਿੰਦੇ, ਜੇ ਅਸੀਂ ਉਹਨਾਂ ਨੂੰ ਫੜਦੇ ਤਾਂ ਤੁਸੀਂ ਸਾਡੇ 'ਤੇ ਫਿਰ ਨਾਰਾਜ਼ ਹੋਣਾ ਸੀ ਕਿ ਤੁਸੀਂ ਆਪਣੇ ਆਪ ਹੀ ਅਦਾਲਤਾਂ ਕਰਦੇ ਹੋ, ਭਾਵ ਤੁਸੀਂ ਆਪਣੇ ਆਪ ਹੀ ਕੋਰਟ ਦੇ ਡਿਸੀਜਨ ਨੂੰ ਛੱਡ ਕੇ ਆਪਣੇ ਆਪ ਹੀ ਤੁਸੀਂ ਫੈਸਲੇ ਕਰਨ ਲੱਗ ਗਏ ਹੋ। ਇਸ ਕਰਕੇ ਅਸੀਂ ਉਹਨਾਂ ਨੂੰ ਕੁਝ ਨਹੀਂ ਆਖਿਆ, ਤੁਹਾਨੂੰ ਸੁਨੇਹਾ ਦਿੱਤਾ ਸੀ। ਜਦੋਂ ਇਸ ਤਰ੍ਹਾਂ ਦੇ ਬਚਨ ਕਰ ਰਿਹਾ ਸੀ, ਸਤਿਗੁਰੂ ਰਾਮ ਸਿੰਘ ਜੀ ਨੂੰ ਵੀ ਉਹਨੇ ਇਹੀ ਸਵਾਲ ਕੀਤਾ ਕਿ ਬਾਬਾ ਜੀ ਆਪ ਨੇ ਦੰਗਾ ਕੀਆ? ਸੱਚ ਪਾਤਸ਼ਾਹ ਜੀ ਵੀ ਇਹੀ ਹੁਕਮ ਕੀਤਾ, ਅਸੀਂ ਤਾਂ ਤੁਹਾਨੂੰ ਪਹਿਲਾਂ ਹੀ ਇਤਲਾਹ ਕਰਕੇ ਬਾਬਾ ਲੱਖਾ ਸਿੰਘ ਨੂੰ ਭੇਜਿਆ ਸੀ, ਪਰ ਤੁਸੀਂ ਤਾਂ ਸਾਡੇ ਹੀ ਬਾਬਾ ਲੱਖਾ ਸਿੰਘ ਨੂੰ ਕੈਦ ਕਰ ਲਿਆ। ਜਦੋਂ ਇਸ ਤਰ੍ਹਾਂ ਦੀ ਵਾਰਤਾਲਾਪ ਚੱਲ ਰਹੀ ਸੀ ਕਮਿਸ਼ਨਰ ਦੇ ਨਾਲ, ਉਸੇ ਸਮੇਂ ਗੋਰਖਿਆਂ ਦੀ ਫੌਜ ਜਿਹੜੀ ਸੀ ਉਹ ਆਣ ਕੇ ਉਹਨਾਂ ਨੇ ਸਾਰਿਆਂ ਨੂੰ ਘੇਰਾ ਪਾ ਲਿਆ। ਘੇਰਾ ਪਾ ਲਿਆ, ਇੱਥੇ ਹਲੇ ਗੱਲਾਂ ਚੱਲ ਰਹੀਆਂ ਸਨ। ਸਤਿਗੁਰੂ ਰਾਮ ਸਿੰਘ ਜੀ ਜਵਾਬ ਦੇ ਰਹੇ ਨੇ, ਕਦੀ ਸੂਬਾ ਸਾਹਿਬ ਸਿੰਘ ਜੀ ਜਵਾਬ ਦੇ ਰਹੇ ਨੇ ਉਹਨੂੰ
ਉਸੇ ਸਮੇਂ ਇੱਥੇ ਬਾਬਾ ਲੱਖਾ ਸਿੰਘ ਜੀ ਨੂੰ ਹੱਥਕੜੀ ਲੱਗੀ ਹੋਈ ਏ, ਉਹ ਲਿਆ ਕੇ ਇਹਨਾਂ ਨੂੰ ਸਾਰਿਆਂ ਦੇ ਸਾਹਮਣੇ ਖੜੇ ਕਰ ਦਿੰਦੇ ਨੇ। ਸਤਿਗੁਰੂ ਰਾਮ ਸਿੰਘ ਜੀ ਅਤੇ ਸੂਬਾ ਲੱਖਾ ਸਿੰਘ ਜੀ, ਬਾਬਾ ਜਵਾਹਰ ਸਿੰਘ ਜੀ, ਸੂਬਾ ਸਾਹਿਬ ਸਿੰਘ ਜੀ, 4 ਸਿੱਖ ਇੱਥੇ ਇਕੱਤਰ ਹੋ ਜਾਂਦੇ ਨੇ। ਹੁਣ ਉਹ ਦਵਾ ਦਵ ਇੱਕ ਟ੍ਰੇਨ ਤਿਆਰ ਕਰਦੇ ਨੇ ਜਿਹਦੇ ਵਿੱਚ ਸਤਿਗੁਰੂ ਰਾਮ ਸਿੰਘ ਜੀ ਨੂੰ ਉਹ ਜਲਦੀ ਤੋਂ ਜਲਦੀ ਇਲਾਹਾਬਾਦ ਭੇਜਣ ਦੀ ਤਿਆਰੀ ਕਰ ਰਹੇ ਨੇ। ਇੱਥੇ ਸਤਿਗੁਰੂ ਰਾਮ ਸਿੰਘ ਜੀ ਨੂੰ ਇੱਕ ਅੰਗਰੇਜ਼ ਅਫਸਰ ਨੇ ਕਾਗਜ਼ ਦਿਖਾਇਆ। ਉਹ ਆਖਦਾ ਹੈ ਕਿ ਸਾਨੂੰ ਤੁਹਾਡੇ ਤੋਂ ਕੋਈ ਖਤਰਾ ਨਹੀਂ, ਕਿਉਂਕਿ ਉਹ ਸਾਰੀ ਗੱਲ ਆਪਣੇ ਸਿਰ 'ਤੇ ਨਹੀਂ ਲੈਣਾ ਚਾਹੁੰਦੇ, ਉਹ ਹੁਣ ਦੂਸਰੇ ਪਾਸੇ ਹੋ ਗਏ। ਉਹ ਕਹਿਣ ਲੱਗੇ, ਬਾਬਾ ਜੀ ਤੁਹਾਡੇ ਰਾਜਿਆਂ ਨੇ, ਪਟਿਆਲੇ ਵਾਲੇ, ਨਾਭੇ, ਸੰਗਰੂਰ, ਜੀਂਦ, ਸਾਰੇ ਰਾਜਿਆਂ ਨੇ ਇਹ ਲਿਖ ਕੇ ਦੇ ਦਿੱਤਾ ਕਿ ਜੇ ਗੁਰੂ ਰਾਮ ਸਿੰਘ ਇਸ ਦੇਸ਼ ਵਿੱਚ ਰਹਿ ਜਾਏਗਾ ਤਾਂ ਉਹ ਦੰਗਾ ਕਰੇਗਾ, ਉਹ ਆਪਣੇ ਨਾਲ ਲੋਕ ਇਕੱਠੇ ਕਰੇਗਾ ਅਤੇ ਤੁਹਾਡਾ ਰਾਜ ਖ਼ਤਮ ਕਰਕੇ ਸਾਹ ਲੈਣਗੇ, ਸਾਡੇ ਕੋਲੋਂ ਵੀ ਰਾਜ ਖੋਹ ਲੈਣਗੇ, ਸਾਡੇ ਕੋਲੋਂ ਪਹਿਲਾਂ ਖੋਹਣਗੇ, ਫਿਰ ਉਹ ਤੁਹਾਡੇ ਤੋਂ ਖੋਹਣਗੇ। ਇਸ ਤਰ੍ਹਾਂ ਉਹ ਹੌਲੀ ਹੌਲੀ ਸਾਰੇ ਹਿੰਦੁਸਤਾਨ ਨੂੰ ਆਜ਼ਾਦ ਕਰਵਾ ਲੈਣਗੇ। ਫਿਰ ਉਹਨੇ ਇੱਕ ਹੋਰ ਲਿਖਿਆ ਵਿਖਾਇਆ ਕਿ ਜਿਸ ਵਿੱਚ ਪੁਜਾਰੀਆਂ ਨੇ, ਪੁਜਾਰੀ ਕਿਹੜੇ ਨੇ? ਅਕਾਲ ਬੁੰਗੇ ਵਾਲੇ, ਅਨੰਦਪੁਰ, ਮੁਕਤਸਰ, ਸਾਰੇ ਪੁਜਾਰੀਆਂ ਨੇ ਇਹ ਲਿਖ ਕੇ ਦੇ ਦਿੱਤਾ ਕਿ ਜੇ ਗੁਰੂ ਰਾਮ ਸਿੰਘ ਇਸ ਹਿੰਦੁਸਤਾਨ ਵਿੱਚ, ਇਸ ਭਾਰਤ ਦੀ, ਪੰਜਾਬ ਦੀ ਧਰਤੀ 'ਤੇ ਰਹੇਗਾ ਅਤੇ ਉਹ ਦੰਗਾ ਫਸਾਦ ਕਰਨਗੇ, ਉਹ ਤੁਹਾਡੇ ਕੋਲੋਂ ਰਾਜ ਖੋਹ ਲੈਣਗੇ, ਸਾਨੂੰ ਵੀ ਤੰਗ ਕਰਨਗੇ, ਇਸ ਕਰਕੇ ਉਸ ਨੂੰ ਇਸ ਦੇਸ਼ ਵਿੱਚ ਨਾ ਰਹਿਣ ਦਿੱਤਾ ਜਾਵੇ। ਸਤਿਗੁਰੂ ਜਗਜੀਤ ਸਿੰਘ ਜੀ ਦੇ ਉਪਦੇਸ਼ ਵਿੱਚ ਆਉਂਦਾ ਹੈ ਕਿ ਇਹ 22 ਜਣਿਆਂ ਨੇ ਦਸਤਖਤ ਕੀਤੇ ਸਨ, ਜਿਨ੍ਹਾਂ ਵਿੱਚੋਂ 22 ਜਣਿਆਂ ਨੇ ਦਸਤਖਤ ਵਿਖਾਏ ਸਨ, ਜਿਨ੍ਹਾਂ ਵਿੱਚੋਂ ਦੋ ਜਣਿਆਂ ਨੇ ਦਸਤਖਤ ਨਹੀਂ ਸਨ ਕੀਤੇ। ਸੇਖਵਾਂ ਵਾਲੇ ਸੰਤ ਨਰੈਣ ਸਿੰਘ ਜੀ ਅਤੇ ਇੱਕ ਬ੍ਰਹਮ ਬੂਟਾ, ਉੱਥੋਂ ਦੇ ਬ੍ਰਹਮ ਬੂਟਾ ਦੇ ਅਖਾੜੇ ਵਾਲੇ ਜਿਹੜੇ ਸਨ, ਉਹਨਾਂ ਨੇ ਇਹ ਕਿਹਾ ਸੀ ਕਿ ਜੇ ਸਤਿਗੁਰੂ ਰਾਮ ਸਿੰਘ ਜੀ ਪੰਜਾਬ ਵਿੱਚ ਰਹਿਣਗੇ ਅਤੇ ਕਿਸੇ ਨੂੰ ਕੋਈ ਖਤਰਾ ਨਹੀਂ ਹੋਏਗਾ, ਉਹ ਕਿਸੇ ਨੂੰ ਤੰਗ ਨਹੀਂ ਕਰਨਗੇ, ਉਹ ਤਾਂ ਸਿਰਫ ਗੁਰੂ ਨਾਨਕ ਦੀ ਬੰਦਗੀ ਦਾ ਜਾਪ ਜਪਦੇ ਨੇ ਅਤੇ ਲੋਕਾਂ ਨੂੰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੀ ਸਿੱਖੀ ਮਰਜ਼ਾਦਾ ਨਾਲ ਹੀ ਜੋੜਦੇ ਨੇ। ਉਹਨਾਂ ਤੋਂ ਪੰਜਾਬ ਨੂੰ, ਕਿਸੇ ਵੀ ਰਾਜੇ ਨੂੰ, ਕਿਸੇ ਪੁਜਾਰੀ ਨੂੰ, ਕਿਸੇ ਅੰਗਰੇਜ਼ ਅਫਸਰ ਨੂੰ ਕੋਈ ਖਤਰਾ ਨਹੀਂ, ਇਸ ਕਰਕੇ ਉਹਨਾਂ ਨੂੰ ਪੰਜਾਬ ਵਿੱਚ ਰਹਿਣ ਦਿੱਤਾ ਜਾਵੇ। ਸਿਰਫ 2 ਬੰਦਿਆਂ ਨੇ ਇਸ ਤਰ੍ਹਾਂ ਦਸਤਖਤ ਕੀਤੇ ਸਨ, ਬਾਕੀ ਸਾਰਿਆਂ ਨੇ ਇਹ ਗੱਲ ਆਖੀ ਸੀ ਕਿ ਸਤਿਗੁਰੂ ਰਾਮ ਸਿੰਘ ਜੀ ਪੰਜਾਬ ਵਿੱਚ ਨਹੀਂ ਰਹਿਣੇ ਚਾਹੀਦੇ। ਜਦੋਂ ਇਹ ਕਾਗਜ਼ ਲਿਖਤੀ ਸਤਿਗੁਰੂ ਰਾਮ ਸਿੰਘ ਜੀ ਨੂੰ ਦਿਖਾ ਦਿੱਤਾ, ਸਤਿਗੁਰੂ ਰਾਮ ਸਿੰਘ ਜੀ ਵਾਸਤੇ ਟ੍ਰੇਨ ਤਿਆਰ ਕੀਤੀ ਗਈ। ਮਿਸਟਰ ਜੈਕਸਨ ਦੀ ਕਮਾਨ ਹੇਠ 18 ਗੋਰਖੇ ਸਵੇਰੇ 4 ਵਜੇ ਲੁਧਿਆਣੇ ਤੋਂ ਟ੍ਰੇਨ ਰਵਾਨਾ ਕੀਤੀ ਗਈ ਅਤੇ ਉਹ ਟ੍ਰੇਨ ਜਿਹੜੀ ਸੀ ਉਹ ਇਲਾਹਾਬਾਦ ਭੇਜ ਦਿੱਤੀ ਜਾਂਦੀ ਹੈ। ਪਰ ਇਸ ਗੱਲ ਦਾ ਕਿਸੇ ਵੀ ਸਿੱਖ ਨੂੰ ਭੈਣੀ ਸਾਹਿਬ ਵਿੱਚ ਕੋਈ ਖਬਰ ਨਹੀਂ ਕਿ ਸਤਿਗੁਰੂ ਰਾਮ ਸਿੰਘ ਜੀ ਨੂੰ ਲੁਧਿਆਣੇ ਤੋਂ ਕਿੱਥੇ ਲਿਜਾਇਆ ਜਾ ਰਿਹਾ। ਸਿਰਫ ਉਹਨਾਂ ਨੂੰ ਤਾਂ ਇਹੀ ਸੀਗਾ ਕਿ ਸਤਿਗੁਰੂ ਰਾਮ ਸਿੰਘ ਜੀ ਨੂੰ ਲੁਧਿਆਣੇ ਲਿਜਾਇਆ ਜਾ ਰਿਹਾ, ਪਰ ਲੁਧਿਆਣੇ ਤੋਂ ਅੱਗੇ ਜਿੱਥੇ ਇਲਾਹਾਬਾਦ ਕਿੱਥੇ ਲੈ ਕੇ ਜਾਣਗੇ, ਇਸ ਬਾਰੇ ਕਿਸੇ ਨੂੰ ਵੀ ਕੋਈ ਖਬਰ ਨਹੀਂ ਸੀ। ਹੁਣ ਸਤਿਗੁਰੂ ਰਾਮ ਸਿੰਘ ਜੀ ਅਤੇ ਭੈਣੀ ਸਾਹਿਬ ਤੋਂ ਲੁਧਿਆਣੇ ਆ ਗਏ ਨੇ। ਹੁਣ ਭੈਣੀ ਸਾਹਿਬ ਮਗਰੋਂ ਕੀ ਹਾਲ ਹੁੰਦਾ ਹੈ? 17 ਰਾਤ ਨੂੰ ਸਤਿਗੁਰੂ ਰਾਮ ਸਿੰਘ ਜੀ, ਜੇ ਸੋਚ ਲਿਆ ਜਾਵੇ 10 ਅੱਧੀ ਰਾਤ ਨੂੰ ਸਤਿਗੁਰੂ ਰਾਮ ਸਿੰਘ ਜੀ ਭੈਣੀ ਸਾਹਿਬੋਂ ਚੱਲਦੇ ਨੇ। ਸਵੇਰੇ 18 ਤਰੀਕ ਤੜਕੇ ਹੀ, ਸੂਰਜ ਚੜ੍ਹਨ ਦੇ ਨਾਲ ਹੀ, ਸਾਹਨੇਵਾਲ ਤੋਂ ਜਿਹੜਾ ਇੰਸਪੈਕਟਰ ਸੀ, ਡਿਪਟੀ ਇੰਸਪੈਕਟਰ, ਉਹ ਸ਼ਾਹ ਵਲੀ ਸ਼ਾਹ ਆਇਆ। ਉਹ ਆਪਣੇ ਨਾਲ ਫੌਜ ਲੈ ਕੇ ਆਇਆ। ਉਹਨੇ ਆਣ ਕੇ ਜਿੰਨੇ ਵੀ ਸਿੱਖ ਭੈਣੀ ਸਾਹਿਬ ਵਿੱਚ ਰਹਿ ਰਹੇ ਸਨ, ਉਹਨਾਂ ਨੂੰ ਸਭ ਨੂੰ ਇਹ ਗੱਲ ਆਖੀ, ਤੁਸੀਂ ਕਛਹਿਰੇ ਲਾ ਦਿਓ, ਕਛਹਿਰੇ ਲਾ ਕੇ ਤੁਸੀਂ ਤੰਬਾਕੂ ਖਾਣ ਲੱਗ ਜਾਵੋ, ਲੰਗੋਟੀਆਂ ਪਾ ਲਵੋ। ਜੇ ਇਸ ਤਰ੍ਹਾਂ ਕਰੋਗੇ ਤੇ ਤਾਂ ਤੁਸੀਂ ਬਚੋਗੇ, ਨਹੀਂ ਤਾਂ ਤੁਹਾਨੂੰ ਵੀ ਤੋਪਾਂ ਨਾਲ ਉਡਾ ਦਿੱਤਾ ਜਾਏਗਾ। ਜਿਹੜੇ ਪਿੰਡ ਦੇ ਲੋਕ ਸਨ ਜਿਨ੍ਹਾਂ ਨੇ ਭਜਨ ਪੁੱਛਿਆ ਹੋਇਆ ਸੀ, ਕਛਹਿਰੇ ਪਾਏ ਸਨ, ਉਹ ਸਾਰਿਆਂ ਨੇ ਕਛਹਿਰੇ ਲਾ ਦਿੱਤੇ ਅਤੇ ਲੰਗੋਟੀਆਂ ਪਾ ਲਈਆਂ। ਲਹਿਣਾ ਸਿੰਘ ਨੇ ਕਛਹਿਰਾ ਲਾਇਆ। ਲਹਿਣਾ ਸਿੰਘ ਨੇ ਕਛਹਿਰਾ ਲਾ ਦਿੱਤਾ, ਡਰਦੇ ਨੇ ਲੰਗੋਟੀ ਪਾ ਲਈ। ਜਦੋਂ ਉਹਨੇ ਲੰਗੋਟੀ ਪਾ ਲਈ, ਪਿੰਡ ਵਾਲੇ ਦੇ ਤੰਬਾਕੂ ਖਾਣ ਲੱਗ ਗਏ। ਪਰ ਲਹਿਣਾ ਸਿੰਘ ਨੂੰ ਆਖਿਆ, ਜੇ ਤੂੰ ਹੁਣ ਕੂਕਾ ਨਹੀਂ ਰਹਿਣਾ ਤਾਂ ਫਿਰ ਤੂੰ
ਤੰਬਾਕੂ ਖਾ। ਉਹਨੇ ਆਣ ਕੇ ਸਤਿਗੁਰੂ ਹਰੀ ਸਿੰਘ ਜੀ ਭਾਵ ਉਸ ਸਮੇਂ ਬਾਬਾ ਬੁੱਧ ਸਿੰਘ ਜੀ ਦੇ ਰੂਪ ਵਿੱਚ ਸਨ, ਉਹਨਾਂ ਨੂੰ ਆਣ ਕੇ ਅਰਜ਼ ਕੀਤੀ ਕਿ ਮੈਂ ਕਛਹਿਰਾ ਲਾ ਦਿੱਤਾ ਹੈ ਅਤੇ ਹੁਣ ਮੈਨੂੰ ਤੰਬਾਕੂ ਖਾਣ ਨੂੰ ਆਖਦੇ ਨੇ। ਸੱਚ ਪਾਤਸ਼ਾਹ ਜੀ ਸਤਿਗੁਰੂ ਹਰੀ ਸਿੰਘ ਜੀ ਬਚਨ ਕਰਦੇ ਨੇ, ਜੇ ਤੂੰ ਕਛਹਿਰਾ ਲਾ ਹੀ ਦਿੱਤਾ ਹੈ ਤਾਂ ਕੋਈ ਗੱਲ ਨਹੀਂ, ਪਰ ਹੁਣ ਤੰਬਾਕੂ ਨਾ ਖਾਣ ਲੱਗ ਜਾਵੀਂ। ਇਸ ਤਰ੍ਹਾਂ ਦੇ ਬਚਨ ਕਰਦੇ ਨੇ। ਸਿੱਖ ਜੇ ਥੋੜ੍ਹਾ ਜਿਹਾ ਡਰ ਵੀ ਗਿਆ ਹੈ, ਪਰ ਫਿਰ ਵੀ ਸਤਿਗੁਰੂ ਹਰੀ ਸਿੰਘ ਜੀ ਕੋਸ਼ਿਸ਼ ਕਰਦੇ ਨੇ ਕਿ ਉਹਨੂੰ ਸਾਂਭ ਕੇ ਰੱਖਿਆ ਜਾਵੇ, ਉਹਨੂੰ ਪਿਆਰ ਨਾਲ ਨਵਾਜਿਆ ਜਾਵੇ, ਉਹਨੂੰ ਗੁੱਸੇ ਨਾ ਹੋਇਆ ਜਾਵੇ। ਜਿੰਨੇ ਵੀ ਪਿੰਡ ਦੇ ਲੋਕ ਸਨ ਉਹਨਾਂ ਨਾਲ ਇਸ ਤਰ੍ਹਾਂ ਦੇ ਅਤਿਆਚਾਰ ਹੋਏ, ਸਾਰੇ ਜਿਹੜੇ ਸਨ ਉਹ ਵਾਪਸ ਲੰਗੋਟੀਆਂ ਪਾ ਲਈਆਂ। ਲੁਧਿਆਣੇ ਤੋਂ ਲੈਫਟੀਨੈਂਟ ਕਰਨਲ ਬੇਲੀ ਉਹ ਆਪਣੇ ਨਾਲ ਤੋਪਾਂ ਲੈ ਕੇ ਲੁਧਿਆਣੇ ਤੋਂ ਸਵੇਰੇ ਸਵੇਰੇ ਚੱਲਦਾ ਹੈ ਭੈਣੀ ਸਾਹਿਬ ਨੂੰ 18 ਤਰੀਕ ਨੂੰ। ਇਹ ਸਾਹਨੇਵਾਲ ਤੋਂ ਆਇਆ ਸੀ ਡਿਪਟੀ ਇੰਸਪੈਕਟਰ, ਅਤੇ ਇਹ ਜਿਹੜਾ ਬੇਲੀ ਸੀ ਜਨਰਲ ਕਰਨਲ ਸੀਗਾ, ਇਹ ਬੇਲੀ ਲੁਧਿਆਣੇ ਤੋਂ ਚੱਲਦਾ ਹੈ, ਤੋਪਾਂ ਲੈ ਕੇ ਆਉਂਦਾ ਹੈ, ਕੁਹਾੜੇ ਦੇ ਕੋਲ ਪਹੁੰਚਦਾ ਹੈ। ਉੱਥੇ ਆਣ ਕੇ ਆਪਣੇ ਨਾਲ ਦੇ ਸਿਪਾਹੀ ਨੂੰ ਪੁੱਛਦਾ ਹੈ ਕਿ ਉੱਥੇ ਕਿਲ੍ਹਾ ਹੈ ਕਿ ਗੜੀ ਹੈ, ਜਾਂ ਕੋਈ ਕੋਟ ਬਣਿਆ ਹੋਇਆ ਜਾਂ ਡੇਰਾ ਹੈ, ਕੀ ਹੈ ਉੱਥੇ ਜਿੱਥੇ ਆਪਾਂ ਜਾ ਰਹੇ ਹਾਂ। ਉਹ ਪਹਿਲੀ ਵਾਰੀ ਭੈਣੀ ਸਾਹਿਬ ਆ ਰਿਹਾ। ਉਸ ਨੂੰ ਸਿਪਾਹੀ ਨੇ ਦੱਸਿਆ ਕਿ ਉਹ ਤਾਂ ਇੱਕ ਡੇਰਾ ਹੈ ਜਿੱਥੇ ਲੋਕ ਭਜਨ ਬੰਦਗੀ ਕਰਦੇ ਨੇ, ਪਿੰਡ ਵਾਲੇ ਲੋਕਾਂ ਤੋਂ ਵੱਖਰਾ ਪਰੇ ਦੂਰ ਹੋ ਕੇ ਡੇਰਾ ਬਣਾਇਆ ਹੈ। ਉਹਨੇ ਤੋਪਾਂ ਨੂੰ ਵਾਸਤੇ ਹੁਕਮ ਦੇ ਦਿੱਤਾ ਕਿ ਤੋਪਾਂ ਸਿਰਫ ਕੁਹਾੜੇ ਦੇ ਕੋਲ ਉੱਥੇ ਹੀ ਰੁਕ ਜਾਣ, ਉਹ ਅੱਗੇ ਨਾ ਜਾਣ। ਉਹ ਇਸ ਤੋਂ ਅੱਗੇ ਬਿਨਾਂ ਤੋਪਾਂ ਤੋਂ ਹੀ ਭੈਣੀ ਸਾਹਿਬ ਆਉਂਦਾ ਹੈ। ਭੈਣੀ ਸਾਹਿਬ ਆਣ ਕੇ ਉਹ ਸਤਿਗੁਰੂ ਹਰੀ ਸਿੰਘ ਜੀ ਨੂੰ ਮਿਲਦਾ ਹੈ। ਉਹ ਪੁੱਛਦਾ ਕਿ ਇਹ ਕੌਣ ਨੇ। ਉਹਨੇ ਸਤਿਗੁਰੂ ਹਰੀ ਸਿੰਘ ਜੀ ਅੱਗੋਂ ਦੱਸਦੇ ਨੇ ਕਿ ਮੈਂ ਉਹਨਾਂ ਦਾ ਛੋਟਾ ਭਰਾ ਹਾਂ, ਗੁਰੂ ਰਾਮ ਸਿੰਘ ਜੀ ਦਾ। ਉਹ ਕਹਿਣ ਲੱਗਾ ਕਿ ਤੁਹਾਨੂੰ ਵੀ ਫੜ ਕੇ ਲਿਜਾਇਆ ਜਾਏਗਾ, ਤੁਹਾਨੂੰ ਇੱਥੇ ਨਹੀਂ ਰਹਿਣ ਦਿੱਤਾ ਜਾਏਗਾ। ਜਿੰਨੇ ਵੀ ਸਿੱਖ ਉਸ ਸਮੇਂ ਗੁਰਦੁਆਰੇ ਦੇ ਅੰਦਰ ਸਨ ਸਾਰਿਆਂ ਨੂੰ ਦਵਾ ਦਵ ਫੜ ਲਿਆ, ਸੁੱਤਿਆਂ ਨੂੰ ਜਗਾ ਲਿਆ। ਉਸੇ ਵੇਲੇ ਫੜ ਕੇ ਬਾਹਰ ਭੈਣੀ ਸਾਹਿਬ ਤੋਂ ਅਕਾਲ ਬੁੰਗੇ ਨੂੰ ਜਾਂਦਿਆਂ ਜਿਹੜਾ ਰਸਤਾ ਆ, ਉਸ ਸਮੇਂ ਇਸ ਤਰ੍ਹਾਂ ਦਾ ਨਹੀਂ ਸੀ ਜਿਸ ਤਰ੍ਹਾਂ ਅੱਜ ਕੱਲ੍ਹ ਬੜੀ ਵਸੋਂ ਹੋ ਗਈ। ਉੱਥੇ ਰਸਤੇ ਵਿੱਚ 4-4 ਦੇ ਸਿੱਖਾਂ ਦਾ ਗਰੁੱਪ ਬਣਾ ਕੇ ਇੱਕ ਲਾਈਨ ਵਿੱਚ ਬਿਠਾ ਦਿੱਤੇ ਸਾਰੇ ਸਿੱਖ ਗਰੁੱਪ ਵਾਈਜ਼। ਹੁਣ ਇੱਥੇ ਬਿਠਾ ਦਿੱਤੇ ਸਾਰੇ ਸਿੱਖ, ਜਿਨ੍ਹਾਂ ਦੇ ਉੱਤੇ ਸਰਦੀਆਂ ਦੇ ਦਿਨ ਨੇ, ਕੋਈ ਕੱਪੜਾ ਨਹੀਂ ਉੱਪਰ, ਉਸ ਤਰ੍ਹਾਂ ਹੀ ਬੈਠੇ ਹੋਏ ਨੇ ਅਤੇ ਠਰ ਰਹੇ ਸਨ। ਬੇਲੀ ਨੇ ਵੇਖਿਆ ਕਿ ਕਿਸੇ ਦੇ ਕੋਲ ਕੋਈ ਸ਼ਸਤਰ ਨਹੀਂ ਹੈ। ਕੁਝ ਨੇ ਮਾਲਾ ਫੜੀ ਏ, ਰਸਨਾ ਚੱਲ ਰਹੀ ਏ, ਨਾਮ ਜਪ ਰਹੇ ਨੇ। ਜੇ ਕਿਸੇ ਕੋਲ ਮਾਲਾ ਨਹੀਂ ਪਰ ਫਿਰ ਵੀ ਉਹਦੀ ਰਸਨਾ ਜ਼ਰੂਰ ਚੱਲ ਰਹੀ ਹੈ। ਉਹਨੇ ਆਖਿਆ ਇਹ तो साधु लोग हैं, बंदगी करने वाले हैं, इनको क्यों पकड़ा है, इनका कोई दोष नहीं है, इनको नहीं पकड़ेंगे। इस तरह का उन्हें कह के हुक्म दे के फिर उन्हें आख्या कि तुसी कपड़े क्यों नहीं लए अपने उत्ते। सिखां ने आख्या कि सानू तो बिस्तरियां तो ही उठा के लै आंदा, सानू तो कपड़े लैन ही नहीं दिते उपर सिपाहियां ने। फिर उन्हें आख्या सिपाहियां दे नाल जाओ, अंदरों जाके कपड़े ਉੱਪਰ ਲੈ ਕੇ ਭਾਰੇ ਅਤੇ ਫਿਰ ਬਾਹਰ ਆਓ। ਕੱਪੜੇ ਪਵਾ ਕੇ ਸਿੱਖਾਂ ਨੂੰ ਫਿਰ ਬਾਹਰ ਖੜ੍ਹਾ ਕਰ ਦਿੱਤਾ। ਉਹ ਸਾਰੇ ਭੈਣੀ ਸਾਹਿਬ ਨੂੰ ਦੇਖਦਾ ਹੈ, ਮੁਆਇਨਾ ਕਰਦਾ ਹੈ। ਜਿੱਥੇ ਸਤਿਗੁਰੂ ਰਾਮ ਸਿੰਘ ਜੀ ਦੁਕਾਨ ਕਰਦੇ ਸਨ, ਦੁਕਾਨ ਪਾਈ ਸੀ, ਉਸ ਦੁਕਾਨ ਦੇ ਕੋਲ ਜਾ ਕੇ ਵਰਿਆਮ ਸਿੰਘ ਜੀ ਉਸ ਸਮੇਂ ਦੁਕਾਨ ਦਾ ਦੇਖ ਰੇਖ ਰੱਖਦੇ ਸਨ। ਉਹਨੇ ਵਰਿਆਮ ਸਿੰਘ ਨੂੰ ਜਾ ਕੇ ਇਹ ਗੱਲ ਪੁੱਛੀ, ਵਰਿਆਮ ਸਿੰਘ ਇਹ ਦੁਕਾਨ ਵਿੱਚ ਕੀ ਹੈ ਸੌਦਾ ਤੇਰੇ ਕੋਲ। ਵਰਿਆਮ ਸਿੰਘ ਤੇ ਹੱਲੇ ਕੋਈ ਜਵਾਬ ਨਾ ਦਿੱਤਾ ਅਤੇ ਉਹ ਮਾਹੌਲ ਹੀ ਇਸ ਤਰ੍ਹਾਂ ਦਾ ਸੀ ਕਿ ਉਹ ਥੋੜ੍ਹਾ ਜਿਹਾ ਡਰ ਗਏ, ਕੁਝ ਬੋਲੇ ਨਾ। ਅਤੇ ਫਰੰਗੀ ਨੇ ਇਹ ਹੁਕਮ ਦੇ ਦਿੱਤਾ ਕਿ ਲੁੱਟ ਲਵੋ ਸਭ। ਜਿਹੜੀ ਗੋਰਖਿਆਂ ਦੀ ਫੌਜ ਨਾਲ ਆਈ ਸੀ, ਗੋਰਖਿਆਂ ਦੀ ਫੌਜ ਨੇ ਉਹ ਜਿੰਨਾ ਵੀ ਸਮਾਨ ਸੀ ਦੁਕਾਨ ਦੇ ਵਿੱਚ ਵੜ ਕੇ ਸਾਰਾ ਕੁਝ ਲੁੱਟ ਲਿਆ। ਕਿਉਂਕਿ ਜਦੋਂ ਗੋਰਖਿਆਂ ਦੀ ਫੌਜ ਨੂੰ ਸਵੇਰੇ ਸਵੇਰੇ ਲੁਧਿਆਣੇ ਤੋਂ ਲੈ ਕੇ ਆਏ ਸਨ, ਉਹਨਾਂ ਨੂੰ ਵੀ ਹੱਲੇ ਤਵਿਆਂ 'ਤੇ ਪ੍ਰਸ਼ਾਦੇ ਪਕਾ ਰਹੇ ਸਨ, ਰੋਟੀਆਂ ਪਕਾਉਣ ਲੱਗੇ ਸਨ, ਭੁੱਖਿਆਂ ਨੂੰ ਹੀ ਲੈ ਕੇ ਆਇਆ ਸੀ ਇਹ ਬੇਲੀ ਵੀ ਆਪਾਂ ਜਲਦੀ ਨਾਲ ਹੀ ਉੱਥੇ ਪਹੁੰਚਣਾ ਹੈ, ਕਿਸੇ ਨੂੰ ਭੱਜਣ ਨਹੀਂ ਦੇਣਾ। ਉਹਨੇ ਆਣ ਕੇ ਲੁੱਟ ਲਓ ਆਖਿਆ। ਜਿੰਨੇ ਵੀ ਗੋਰਖਿਆਂ ਦੀ ਸਿਪਾਹੀ ਦੇ ਲੋਕ ਸਨ ਉਹ ਸਾਰੇ ਦੁਕਾਨ ਵਿੱਚ ਵੜ ਕੇ ਕਿਸੇ ਨੇ ਕੁਝ ਖਾਧਾ, ਜੋ ਉਹਨਾਂ ਦੇ ਹੱਥ ਵਿੱਚ ਆਇਆ ਖਾ ਪੀ ਲਿਆ, ਪੱਲਿਆਂ ਵਿੱਚ ਬੰਨ੍ਹ ਲਿਆ। ਸਾਰੀ ਦੁਕਾਨ ਜਿਹੜੀ ਸੀ ਉਹ ਲੁੱਟ ਕੇ ਖਰਾਬ ਕਰ ਦਿੱਤੀ, ਸਾਰਾ ਕੁਝ ਸਮਾਨ ਖਤਮ ਕਰ ਦਿੱਤਾ। ਇਸ ਤੋਂ ਬਾਅਦ ਉਹ ਸਣੇ ਹੀ ਜੋੜਿਆਂ ਅੰਦਰ ਲੰਗਰ ਵਿੱਚ ਚਲੇ ਜਾਂਦੇ ਨੇ, ਜਿੱਥੇ ਅੱਜ ਅਸੀਂ ਜੋੜੇ ਕੀ ਅਸੀਂ ਖੜਾਵਾਂ ਪਾ ਕੇ ਜਾਂਦੇ ਹਾਂ। ਉਹ ਉਸੇ ਸਮੇਂ ਅੰਦਰ ਲੰਗਰ ਵਿੱਚ ਜੋੜੇ ਸਣੇ ਵੜ ਗਏ। ਸਤਿਗੁਰੂ ਰਾਮ ਸਿੰਘ ਜੀ ਸਿੱਖਾਂ ਨੂੰ ਜਦੋਂ ਆਏ ਸਨ ਉਦੋਂ ਕੜਾਹ ਪ੍ਰਸ਼ਾਦ ਦੀ ਤਿਆਰੀ ਕਰ ਰਹੇ ਸੀ। ਸਿੱਖ ਕੜਾਹ ਪ੍ਰਸ਼ਾਦ ਬਣਾ ਰਹੇ ਸਨ
ਤੇ ਸੱਚ ਪਾਤਸ਼ਾਹ ਜੀ ਵਚਨ ਕੀਤਾ ਸੀ ਇਹ ਕਿਸੇ ਨੂੰ ਖਾਣਾ ਛਕਣਾ ਨਹੀਂ ਮਿਲੇਗਾ। ਉਹੀ ਗੱਲ ਹੋਈ ਕਿ ਰਾਤ ਸੱਚ ਪਾਤਸ਼ਾਹ ਜੀ ਜਦੋਂ ਤੁਰੇ ਸਨ ਹੁਕਮ ਕੀਤਾ ਸੀ ਬੈਠ ਕੇ ਭਜਨ ਬੰਦਗੀ ਕਰਨੀ ਹੈ, ਪਾਠ ਕਰਨਾ ਹੈ, ਸੌਣਾ ਨਹੀਂ ਕਿਸੇ ਨੇ। ਸਾਰੀ ਰਾਤ ਸਿੱਖ ਸੁੱਤੇ ਨਹੀਂ ਸਨ, ਉਹ ਭਜਨ ਕਰ ਰਹੇ ਸਨ। ਛਕਣਾ ਉਹਨਾਂ ਨੇ ਕੀ ਸੀ ਕਿ ਉਹਨਾਂ ਦੇ ਸਤਿਗੁਰ ਨੂੰ ਫੜ ਕੇ ਲੈ ਗਏ ਨੇ। ਛਕਣਾ ਤਾਂ ਉਹਨਾਂ ਨੂੰ ਸੁੱਝਦਾ ਹੀ ਨਹੀਂ ਸੀ। ਉਹ ਜਿਹੜੇ ਗੋਰਖੇ ਸਨ ਅੰਦਰ ਜਾ ਕੇ ਵੇਖਿਆ ਕਿ ਅੱਧਾ ਪਚੱਧਾ ਕੜਾਹ ਪ੍ਰਸ਼ਾਦ ਤਿਆਰ ਸੀ, ਚਾਸ਼ਨੀ ਵੱਖਰੀ ਪਈ ਸੀ। ਉਹਨਾਂ ਨੇ ਉਹਨੂੰ ਹੱਥ ਲਾਇਆ ਤੇ ਉਹ ਹਲੇ ਗਰਮ ਸੀ। ਉਹ ਕੜਾਹ ਪ੍ਰਸ਼ਾਦ ਛੱਡ ਦਿੱਤਾ। ਜਿਹੜਾ ਲੰਗਰ ਸੀ, ਪ੍ਰਸ਼ਾਦੇ ਸਨ, ਉਹ ਜਿੰਨੇ ਵੀ ਸਨ ਸਾਰੇ ਉਹਨਾਂ ਨੇ ਆਪਣੀਆਂ ਝੋਲੀਆਂ ਵਿੱਚ ਪਾ ਲਏ, ਕੁਝ ਖਾਣ ਲੱਗ ਗਏ। ਉਸ ਤੋਂ ਬਾਅਦ ਜਿਹੜਾ ਬੇਲੀ ਸੀ, ਕਰਨਲ ਬੇਲੀ, ਉਹਨੇ ਇਹ ਗੱਲ ਕਹਿ ਦਿੱਤੀ ਕਿ ਹੁਣ ਲੁੱਟ ਬੰਦ ਕਰ ਦਿਓ, ਹੁਣ ਕਿਸੇ ਨੇ ਕੁਝ ਵੀ ਨਹੀਂ ਲੁੱਟਣਾ। ਫੌਜ ਜਿਹੜੀ ਏ ਬੂਟ ਪਾਏ ਨੇ, ਬੰਦੂਕਾਂ ਹੱਥ ਵਿੱਚ ਫੜੀਆਂ ਨੇ, ਕਿਸੇ ਦੀ ਗੱਲ ਨਹੀਂ ਸੁਣਦੇ, ਅੱਖਾਂ ਕੱਢਦੇ ਨੇ, ਖੰਗੂਰੇ ਮਾਰਦੇ ਨੇ। ਜਿਹੜਾ ਵੀ ਉਹਨਾਂ ਵੱਲ ਵੇਖਦਾ ਹੈ ਉਹਨੂੰ ਇੱਕੋ ਹੀ ਗੱਲ ਕਹਿੰਦੇ ਨੇ, ਅੱਖਾਂ ਨੀਵੀਆਂ ਕਰਕੇ ਬੈਠ। ਇਸ ਤਰ੍ਹਾਂ ਦੇ ਡਰਾਵੇ ਧਮਕਾ ਕੇ ਸਿੱਖਾਂ ਦੇ ਉੱਤੇ ਉਹਨਾਂ ਨੇ ਇੱਕ ਮਾਹੌਲ ਐਸੇ ਤਰ੍ਹਾਂ ਦਾ ਬਣਾ ਲਿਆ ਕਿ ਜਿਵੇਂ ਕਿਸੇ ਨੂੰ ਕਿਡਨੈਪ ਕਰਕੇ ਬਿਠਾਇਆ ਹੁੰਦਾ ਹੈ। ਹੁਣ ਸਿੱਖ ਬੜੇ ਸਹਿਮ ਕੇ ਬੈਠੇ ਹੋਏ ਨੇ। ਬੇਲੀ ਨੇ ਇੱਕ ਸਤਿਗੁਰੂ ਰਾਮ ਸਿੰਘ ਜੀ ਦਾ ਕਮਰਾ ਸੀ, ਉਹ ਕਮਰਾ ਖੁਲਵਾਇਆ। ਫੌਜ ਉਸ ਕਮਰੇ ਵਿੱਚ ਨਹੀਂ ਵੜੀ, ਉਹਨੂੰ ਤਾਲਾ ਲੱਗਾ ਸੀ, ਉਸ ਕਮਰੇ 'ਚ ਨਹੀਂ ਵੜੀ। ਪਰ ਜਦੋਂ ਉਹਨੇ ਕਹਿ ਦਿੱਤਾ ਕਿ ਲੁੱਟ ਮਾਰ ਬੰਦ ਕਰ ਦਿਓ, ਉਸ ਤੋਂ ਬਾਅਦ ਜਿਹੜੀ ਫੌਜ ਸੀ ਉਹ ਉਸ ਕਮਰੇ ਵਿੱਚ, ਬੇਲੀ ਜਿਹੜਾ ਸੀ ਉਹਨੂੰ ਤਾਲਾ ਖਿਲਾ ਕੇ ਅੰਦਰ ਜਾਂਦਾ ਹੈ। ਅੰਦਰ ਇੱਕ ਸੰਦੂਕ ਪਿਆ ਸੀ ਸਤਿਗੁਰੂ ਰਾਮ ਸਿੰਘ ਜੀ ਦੇ, ਜਿਹਦੇ ਵਿੱਚ ਸੱਚ ਪਾਤਸ਼ਾਹ ਜੀ ਦੇ ਬਹੁਤ ਸੋਹਣੇ, ਬਹੁਤ ਕੀਮਤੀ ਚੋਲੇ ਸਨ ਸਤਿਗੁਰੂ ਰਾਮ ਸਿੰਘ ਜੀ ਦੇ। ਉਹ ਫੌਜ ਨੇ ਦੇ ਹੱਥ ਨਹੀਂ ਆਏ, ਪਰ ਬੇਲੀ ਨੇ ਉਹ ਜਿਹੜਾ ਸੀ ਸਾਰਾ ਸੰਦੂਕ ਉਹ ਉੱਥੋਂ ਚੁਕਵਾ ਕੇ ਉਹ ਲੁਧਿਆਣੇ ਲੈ ਗਿਆ ਸੀ, ਜਿਸ ਵਿੱਚ ਸਤਿਗੁਰੂ ਰਾਮ ਸਿੰਘ ਜੀ ਦੇ ਕਈ ਚੋਗੇ ਸਨ ਇਸ ਤਰ੍ਹਾਂ ਦੇ ਜਿਹੜੇ 500 ਦੀ ਕੀਮਤ ਦੇ ਉਸ ਸਮੇਂ ਦੇ ਸਨ। 1500 ਰੁਪਈਆ ਉਹਦੇ ਵਿੱਚ ਨਗਦ ਸੀ ਅਤੇ 36 ਕੁਹਾੜੀਆਂ ਸਨ, ਸਫਾ ਸੰਗ ਸਨ, 6 ਗੰਡਾਸੇ ਸਨ, 2 ਖੁਖਰੀਆਂ ਸਨ। 2 ਖੁਖਰੀਆਂ ਵੱਖਰੀਆਂ ਪਈਆਂ ਰਹਿ ਗਈਆਂ ਜਿਹੜੀਆਂ ਨੇਪਾਲ ਤੋਂ ਰਾਣਾ ਜੰਗ ਬਹਾਦਰ ਨੇ ਭੇਜੀਆਂ ਸਨ। ਉਹ ਇਹਨਾਂ ਦੇ ਹੱਥ ਨਹੀਂ ਲੱਗੀਆਂ, ਉਹ ਵੱਖਰੀਆਂ ਹੀ ਪਈਆਂ ਰਹਿ ਗਈਆਂ ਸਨ। ਇਸ ਤਰ੍ਹਾਂ ਸਾਰੇ ਡੇਰੇ ਦੇ ਵਿੱਚ ਜੋ ਕੁਝ ਉਹਨਾਂ ਨੂੰ ਮਿਲਿਆ ਉਹ ਉਹਨਾਂ ਨੇ ਆਪਣੇ ਕੋਲ ਰੱਖ ਲਿਆ। ਸੁੱਖੂ ਨੰਬਰਦਾਰ ਸੀ ਭੈਣੀ ਸਾਹਿਬ ਦਾ, ਉਹ ਮੁਖਬਰ ਸੀ। ਮੁਖਬਰ ਤੋਂ ਭਾਵ ਕਿ ਉਹ ਭੈਣੀ ਸਾਹਿਬ ਦੀਆਂ ਖੂਫੀਆਂ ਗੱਲਾਂ ਜਾਂ ਉਹ ਰਿਪੋਰਟ ਗੌਰਮੈਂਟ ਨੂੰ ਦਿੰਦਾ ਸੀ, ਬ੍ਰਿਟਿਸ਼ ਗੌਰਮੈਂਟ ਨੂੰ। ਉਹਨੇ ਸੁੱਖੂ ਨੰਬਰਦਾਰ ਨੇ ਇਹ ਗੱਲ ਆਖੀ ਕਿ ਇਹਨਾਂ ਕੋਲ ਬਹੁਤ ਧਨ ਆ, ਤੁਸੀਂ ਇਹਨਾਂ ਦੇ ਕਮਰੇ ਪੁੱਟ ਕੇ ਵੇਖੋ, ਇਹਨਾਂ ਨੇ ਧਰਤੀ ਵਿੱਚ ਦੱਬਿਆ ਹੋਇਆ ਹੈ। ਸੱਚ ਪਾਤਸ਼ਾਹ ਦੇ ਉਪਦੇਸ਼ ਵਿੱਚ ਵੀ ਆਉਂਦਾ ਕਿ ਭੈਣੀ ਸਾਹਿਬ ਨੂੰ ਪਾਣੀ ਹਾਂਡੇ ਤੱਕ ਪੁੱਟ ਕੇ ਦੇਖਿਆ ਗਿਆ ਸੀ। ਜਿਹੜਾ ਸਤਿਗੁਰੂ ਰਾਮ ਸਿੰਘ ਜੀ ਦਾ ਕਮਰਾ ਸੀ ਜਿਸ ਵਿੱਚ ਨਿਵਾਸ ਕਰਦੇ ਸਨ, ਉਸ ਕਮਰੇ ਨੂੰ ਪੁੱਟ ਕੇ ਵੇਖਿਆ, ਉਸ ਵਿੱਚੋਂ ਕੁਝ ਵੀ ਨਾ ਮਿਲਿਆ। ਫਿਰ ਉਹਨਾਂ ਨੇ ਆਖਿਆ ਇੱਥੇ ਨਹੀਂ ਹੈਗਾ, ਹੱਟੀ ਵਿੱਚ ਹੋਏਗਾ ਜਿੱਥੇ ਇਹਨਾਂ ਨੇ ਦੁਕਾਨ ਪਾਈ ਹੈ। ਉਹ ਦੁਕਾਨ ਪੁੱਟ ਕੇ ਵੇਖੀ, ਉਸ ਵਿੱਚੋਂ ਵੀ ਕੁਝ ਨਾ ਮਿਲਿਆ। ਅਤੇ ਫਿਰ ਸੁੱਖੂ ਨੰਬਰਦਾਰ ਨੇ ਆਖਿਆ ਜੇ ਇਸ 2 ਥਾਵਾਂ 'ਤੇ ਨਹੀਂ ਮਿਲਿਆ ਤਾਂ ਤੁਹਾਨੂੰ ਤਬੇਲੇ ਵਿੱਚੋਂ ਜ਼ਰੂਰ ਮਿਲ ਜਾਏਗਾ। ਤਬੇਲੇ ਵਿੱਚ ਨੱਪਿਆ ਹੋਏਗਾ ਧਨ ਇਹਨਾਂ ਨੇ। ਇਹ ਵਾਕਈ ਤਬੇਲੇ ਵਿੱਚ ਦੱਬਿਆ ਸੀ। ਸਤਿਗੁਰੂ ਰਾਮ ਸਿੰਘ ਜੀ ਬਾਬਾ ਬੁੱਧ ਸਿੰਘ ਜੀ ਨੂੰ ਨਾਲ ਲੈ ਕੇ, ਨਾਲ ਬਾਬਾ ਜਵਾਹਰ ਸਿੰਘ ਜੀ ਨੂੰ ਜਾਂ 1-2 ਹੋਰ ਸਿੱਖਾਂ ਨੂੰ ਨਾਲ ਲਿਜਾ ਕੇ ਤਬੇਲੇ ਵਾਲੀ ਥਾਂ ਵਿੱਚ ਬਹੁਤ ਡੂੰਘੀ ਥਾਂ 'ਤੇ ਇੱਕ ਚਾਂਦੀ ਸੋਨੇ ਦੀਆਂ ਮੋਹਰਾਂ ਦੇ ਨਾਲ ਭਰ ਕੇ ਗਾਗਰ ਪੈਸਿਆਂ ਦੀ ਉਹ ਮੋਹਰਾਂ ਦੀ ਦੱਬੀ ਹੋਈ ਸੀ ਵੀ ਕਿਤੇ ਵੀ ਔਖਾ ਸਮਾਂ ਆਇਆ ਅਤੇ ਸਤਿਗੁਰੂ ਰਾਮ ਸਿੰਘ ਜੀ ਬਚਨ ਕੀਤਾ ਸੀ ਇਸ ਨੂੰ ਕੱਢ ਕੇ ਤੁਸੀਂ ਵਰਤ ਲਿਓ। ਹੁਣ ਉੱਧਰ ਨੂੰ ਜਦੋਂ ਉਹਨੇ ਇਸ਼ਾਰਾ ਕੀਤਾ ਸੁੱਖੂ ਨੰਬਰਦਾਰ ਨੇ, ਅਤੇ ਸਤਿਗੁਰੂ ਹਰੀ ਸਿੰਘ ਜੀ ਮਨ ਵਿੱਚ ਹੀ ਵਿਚਾਰ ਕਰਦੇ ਨੇ ਕਿ ਹੇ ਦੀਨ ਦਿਆਲ ਸਤਿਗੁਰੂ ਜੀ ਬਖਸ਼ਿਸ਼ ਕਰੋ, ਉਹ ਤੁਹਾਨੂੰ ਅਤੇ ਧਨ ਜਿਹੜਾ ਹੈ ਉਹ ਤਾਂ ਉੱਥੇ ਹੀ ਦੱਬਿਆ ਹੋਇਆ ਹੈ। ਜਿਹੜਾ ਸੀ ਕਰਨਲ ਬੇਲੀ, ਉਹਦੇ ਮਨ ਵਿੱਚ ਆਇਆ ਕਿ ਜੇ 2 ਥਾਵਾਂ ਤੋਂ ਨਾ ਲੱਭਿਆ ਅਤੇ ਤੀਸਰੇ ਥਾਂ ਤੋਂ ਵੀ ਨਾ ਲੱਭਿਆ ਤਾਂ ਬਹੁਤ ਨਮੋਸ਼ੀ ਹੋਏਗੀ। ਇਸ ਕਰਕੇ ਉਹਨੇ ਮਨਾ ਕਰ ਦਿੱਤਾ ਕਿ ਇੱਥੇ ਸਾਨੂੰ 2 ਥਾਵਾਂ ਤੋਂ ਨਹੀਂ ਲੱਭਿਆ ਅਤੇ ਅਸੀਂ ਤੀਸਰੀ ਥਾਂ ਜਿਹੜੀ ਹੈ ਉਹ ਜਾ ਕੇ ਨਹੀਂ ਪੁੱਟਣੀ। ਜਿੰਨੇ ਵੀ ਸਿੱਖ ਭੈਣੀ ਸਾਹਿਬ ਵਿੱਚ ਸਨ ਉਹ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਕੇ ਉਹਨਾਂ ਸਾਰਿਆਂ ਨੂੰ ਲੁਧਿਆਣੇ ਲਿਜਾਇਆ ਗਿਆ। ਲੁਧਿਆਣੇ ਲਿਜਾ ਕੇ ਅਗਲੇ ਦਿਨ ਫਰੰਗੀ ਨੇ ਰਾਤ ਜਦੋਂ 18 ਤਰੀਕ ਨੂੰ ਭੈਣੀ ਸਾਹਿਬ ਸਾਰਾ ਛਾਣਬੀਨ ਕਰਕੇ ਜੋ ਉੱਥੋਂ ਲਿਜਾਣ ਵਾਲਾ ਸੀ ਲਿਜਾ ਕੇ ਨਾਲ ਉਹਨਾਂ ਨੇ ਭੈਣੀ ਸਾਹਿਬ ਨੂੰ
ਆਪਣੇ ਅੰਡਰ ਲੈ ਕੇ ਤੇ ਸਤਿਗੁਰੂ ਹਰੀ ਸਿੰਘ ਜੀ ਨੂੰ, ਸਾਰਾ ਗੁਰੂ ਪਰਿਵਾਰ, ਬਾਬਾ ਜੱਸਾ ਸਿੰਘ ਜੀ, ਬੀਬੀ ਨੰਦਾ, ਉਹਨਾਂ ਦੇ 3 ਪੁੱਤਰ, ਹੋਰ ਜਿੰਨੇ ਵੀ ਸਿੱਖ ਸਨ, ਉਹ ਸਾਰਿਆਂ ਨੂੰ ਲਿਜਾ ਕੇ ਲੁਧਿਆਣੇ ਉਹਨਾਂ ਨੇ ਕੈਦ ਕਰ ਲਿਆ। ਨਾਲ ਉਹਨਾਂ ਨੇ ਇਹ ਗੱਲ ਆਖੀ ਕਿ ਰਾਤ ਨੂੰ ਪ੍ਰਸ਼ਾਦਾ ਛਕਣ ਦੇ ਸਮੇਂ ਕਿ ਅੱਜ ਤੋਂ ਬਾਅਦ ਜਿਹੜੇ ਕੂਕੇ ਹੋ ਤੁਸੀਂ, ਉਹ ਆਪਣਾ ਬਣਾ ਕੇ ਛਕਦੇ ਹੋ, ਤੁਹਾਨੂੰ ਇਹ ਕੰਮ ਨਹੀਂ ਕਰਨ ਦਿੱਤਾ ਜਾਏਗਾ, ਤੁਹਾਨੂੰ ਬਾਹਰੋਂ ਹੀ ਬਣਿਆ ਬਣਾਇਆ ਛਕਣਾ ਪਵੇਗਾ। ਪਰ ਸਿੱਖਾਂ ਨੇ ਆਖਿਆ ਵੀ ਅਸੀਂ ਚਾਹੇ ਭੁੱਖੇ ਰਹੀਏ, ਅਸੀਂ ਬਾਹਰੋਂ ਬਣਿਆ ਬਣਾਇਆ ਲੰਗਰ ਨਹੀਂ ਛਕਾਂਗੇ। ਫਿਰ ਉਹ ਕਹਿੰਦਾ ਜੀ ਮੈਂ ਤੁਹਾਨੂੰ ਕੀ ਦੇਵਾਂ, ਮਨ ਮੇਰ ਪਈ। ਉਹ ਕਹਿੰਦਾ ਜੀ ਸਿੱਖਾਂ ਨੂੰ ਫਿਰ ਉਹਨੇ ਰਾਤ ਗੁੜ ਅਤੇ ਛੋਲੇ ਖਾਣ ਨੂੰ ਦਿੱਤੇ। ਇਸ ਤਰ੍ਹਾਂ ਰਾਤ ਛਕ ਕੇ ਉੱਥੇ ਗੁਜ਼ਾਰਾ ਕੀਤਾ। ਅਗਲੇ ਦਿਨ ਉਹਨੇ ਰਸਦ ਦਿੱਤੀ ਸਿੱਖਾਂ ਨੂੰ ਕਿ ਤੁਸੀਂ ਆਪਣਾ ਆਪ ਹੀ ਇੰਤਜ਼ਾਮ ਕਰ ਲਓ, ਲੰਗਰ ਪਕਾ ਲਵੋ। ਸਤਿਗੁਰੂ ਹਰੀ ਸਿੰਘ ਜੀ ਅਤੇ ਹੋਰ ਜਿਹੜੇ ਸਾਦੇ ਸਿੱਖ ਸਨ, ਤਕਰੀਬਨ 195 ਸਿੱਖਾਂ ਨੂੰ ਇੱਥੋਂ ਗ੍ਰਿਫਤਾਰ ਕੀਤਾ ਗਿਆ ਸੀ। ਕਈ ਥਾਵਾਂ 'ਤੇ 172 ਲਿਖਿਆ, ਕਈ ਥਾਵਾਂ 'ਤੇ 195 ਦੀ ਗਿਣਤੀ ਆਉਂਦੀ ਹੈ। ਇੰਨੇ ਸਿੱਖਾਂ ਨੂੰ ਇੱਥੋਂ ਭੈਣੀ ਸਾਹਿਬੋਂ ਫੜ ਲਿਆ ਗਿਆ ਸੀ, ਜਿਨ੍ਹਾਂ ਵਿੱਚੋਂ 122 ਸਿੱਖਾਂ ਨੂੰ ਨਾਂ ਲਿਖ ਕੇ ਉਹਨਾਂ ਨੂੰ ਉਹਨਾਂ ਦੇ ਘਰਾਂ ਵਿੱਚ ਭੇਜ ਦਿੱਤਾ ਸੀ। ਜਿਹੜੇ ਬਾਕੀ 50 ਬਚ ਗਏ, ਇੱਕ ਥਾਂ 'ਤੇ ਲਿਖਿਆ 50 ਬਚ ਗਏ, ਅਤੇ ਉਸ ਤੋਂ ਬਾਅਦ ਫਿਰ ਹੋਰ ਬਚ ਗਏ। 50 ਤੋਂ ਬਾਅਦ ਵੀ 24-25 ਸਿੱਖ ਬਚ ਜਾਂਦੇ ਨੇ। ਜਿਹੜੇ ਉਹ 50 ਸਿੱਖ ਸਨ ਉਹ ਬਿਹੰਗਮ ਸਨ, ਗ੍ਰਸਤੀ ਨਹੀਂ ਸਨ। ਗ੍ਰਸਤੀਆਂ ਨੂੰ ਤਾਂ ਘਰਾਂ ਵਿੱਚ ਭੇਜ ਦਿੱਤਾ, ਉਹਨਾਂ ਦੇ ਨਾਂ ਲਿਖ ਕੇ, ਅਤੇ ਨਾਲ ਇਹ ਗੱਲ ਕਹਿ ਦਿੱਤੀ ਕਿ ਅੱਜ ਤੋਂ ਬਾਅਦ ਕਦੀ ਵੀ ਤੁਹਾਡੇ ਘਰੇ ਕੂਕਾ ਨਹੀਂ ਆ ਸਕਦਾ ਕੋਈ ਮਿਲਣ ਵਾਸਤੇ। ਤੁਸੀਂ ਕਿਤੇ ਵੀ ਬਾਹਰ ਜਾਣਾ ਹੋਵੇ, ਆਪਣੇ ਥਾਣੇਦਾਰ ਨੂੰ ਪੁੱਛ ਕੇ ਫਿਰ ਜਾਣਾ ਹੈ। ਆਪਣੇ ਘਰੇ ਕੋਈ ਪ੍ਰੋਗਰਾਮ ਨਹੀਂ ਕਰ ਸਕਦੇ, ਤੁਸੀਂ ਕੋਈ ਪਾਠ ਨਹੀਂ ਕਰ ਸਕਦੇ। ਆਪਣੇ ਘਰੇ 12-13 ਸਿੱਖਾਂ ਤੋਂ ਵੱਧ ਦੀ ਪਰਮਿਸ਼ਨ ਨਹੀਂ ਸੀ, ਕਦੀ ਵੀ ਨਾਮਧਾਰੀ ਇਕੱਠੇ ਹੋ ਜਾਣ। ਇਸ ਤਰ੍ਹਾਂ ਦੀ ਸਖਤੀਆਂ ਦਾ ਦੌਰ ਨਾਮਧਾਰੀਆਂ 'ਤੇ ਉਸ ਸਮੇਂ ਸ਼ੁਰੂ ਹੋਇਆ। ਫਿਰ ਜਿਹੜੇ ਉਹ 50 ਸਿੱਖ ਸਨ, ਉਹਨਾਂ ਵਾਸਤੇ ਉਹ ਲਿਖਦਾ ਹੈ ਕਿ ਆਪਣੀ ਚਿੱਠੀ ਵਿੱਚ ਬਾਅਦ 'ਚੋਂ, ਕਿਉਂਕਿ ਇਹ ਡੇਲੀ ਰਿਪੋਰਟ ਜਾਂਦੀ ਸੀ, ਇਹ ਜਿੰਨਾ ਵੀ ਇਤਿਹਾਸ ਆ, ਗੌਰਮੈਂਟ ਜਿਹੜੇ ਅਫਸਰ ਨੇ ਉਹ ਕੀ ਸੋਚਦੇ ਨੇ, ਉਹਨਾਂ ਦੀ ਮਨ ਦੀ ਗਤੀਵਿਧੀ ਕੀ ਚੱਲਦੀ ਹੈ, ਇਹ ਅੱਜ ਅਸੀਂ ਜਦੋਂ ਆਰਕਾਈਵਜ਼ ਵਿੱਚ ਜਾ ਕੇ, ਇੰਡੀਆ ਦੇ ਹਾਊਸ ਵਿੱਚ ਜਾ ਕੇ ਉੱਥੋਂ ਲੱਭਦੇ ਹਾਂ, ਉੱਥੋਂ ਇਹ ਸਾਰੀਆਂ ਡੇਲੀ ਦੀ ਰਿਪੋਰਟ ਬ੍ਰਿਟਿਸ਼ ਗੌਰਮੈਂਟ ਕੀ ਲਿਖਦੀ ਸੀ ਆਪਣੇ ਵੱਡੇ ਅਫਸਰ ਨੂੰ, ਉਹ ਸਾਰੀ ਉਹਦੇ ਵਿੱਚੋਂ ਮਿਲ ਜਾਂਦੀ ਹੈ। ਉਹ ਇਹ ਸੋਚਦਾ ਕਿ ਜਿਹੜੇ ਇਹ ਬਿਹੰਗਮ ਸਾਧੂ ਨੇ, ਇਹ ਗ੍ਰਸਤੀ ਨਹੀਂ ਗਏ, ਇਹਨਾਂ ਨੇ ਆਪਣਾ ਘਰ-ਬਾਰ ਸਾਰਾ ਕੁਝ ਵੇਚ ਕੇ ਆਪਣਾ ਅਤੇ ਗੁਰੂ ਰਾਮ ਸਿੰਘ ਦੇ ਚਰਨਾਂ 'ਚ ਮੱਥਾ ਟੇਕ ਦਿੱਤਾ ਪੈਸਾ, ਉਹ ਇੱਥੇ ਰਹਿੰਦੇ ਨੇ। ਜਦੋਂ ਇਹਨਾਂ ਦਾ ਘਰ-ਬਾਰ ਨਹੀਂ, ਇਹਨਾਂ ਨੂੰ ਲਾਲਚ ਕੋਈ ਨਹੀਂ ਕਿਸੇ ਗੱਲ ਦਾ, ਇਹਨਾਂ ਤੋਂ ਇਹ ਸਭ ਤੋਂ ਵੱਧ ਖਤਰਨਾਕ ਨੇ। ਇਹਨਾਂ ਨੂੰ ਜਿੱਦਣ ਵੀ ਗੁਰੂ ਰਾਮ ਸਿੰਘ ਜਾਂ ਕੋਈ ਹੋਰ ਹੁਕਮ ਦੇਵੇ, ਕੋਈ ਸੂਬਾ ਇਹਨਾਂ ਨੂੰ, ਇਹ ਉਸੇ ਵੇਲੇ ਹੀ ਸਾਡੇ ਖਿਲਾਫ ਜੰਗ ਦਾ ਐਲਾਨ ਕਰ ਸਕਦੇ ਨੇ। ਇਸ ਤਰ੍ਹਾਂ ਦੀਆਂ ਉਹ ਇਹਨਾਂ ਬਿਹੰਗਮਾਂ ਤੋਂ ਬਹੁਤ ਡਰਦਾ ਆ, ਪਰ ਫਿਰ ਵੀ ਉਹ ਭੈਣੀ ਸਾਹਿਬ ਵਿੱਚ ਬਹੁਤ ਜ਼ਿਆਦਾ ਸਿੱਖਾਂ ਨੂੰ ਰਹਿਣ ਦੀ ਪਰਮਿਸ਼ਨ ਨਹੀਂ ਦਿੰਦੇ। ਅਤੇ ਜਿਹੜੇ ਸਿੱਖ ਸਨ ਉਹਨਾਂ ਨੂੰ ਆਖਿਆ ਜਾਂਦਾ ਕਿ ਤੁਸੀਂ ਆਪਣੀ ਜ਼ਮਾਨਤ ਦਿਓ ਅਤੇ ਫਿਰ ਤੁਹਾਨੂੰ ਛੱਡਣਾ, ਨਹੀਂ ਤਾਂ ਉਹਨਾਂ ਚਿਰ ਤੁਹਾਨੂੰ ਨਹੀਂ ਛੱਡਾਂਗੇ। ਜਿਹੜਾ ਲਹਿਣਾ ਸਿੰਘ ਸੀ, ਉਹਦੀ ਕੋਈ ਜ਼ਮਾਨਤ ਨਹੀਂ ਸੀ ਦੇ ਰਿਹਾ। ਫਿਰ ਬਾਬਾ ਦਰਬਾਰਾ ਸਿੰਘ ਨੇ ਉਸ ਦੀ ਜ਼ਮਾਨਤ ਦਿੱਤੀ। ਸਤਿਗੁਰੂ ਹਰੀ ਸਿੰਘ ਜੀ, ਮਹਾਰਾਜ ਬੁੱਧ ਸਿੰਘ ਦੀ ਜ਼ਮਾਨਤ ਮਾਈ ਭੋਲੀ ਨੇ ਦਿੱਤੀ। ਜਿਹੜੀ ਸਤਿਗੁਰੂ ਹਰੀ ਸਿੰਘ ਜੀ ਦੇ ਮਾਮੀ ਦੀ ਲੜਕੀ ਨੂੰਹ ਸੀ, ਉਹ ਭੋਲੀ ਨੇ ਜ਼ਮਾਨਤ ਦਿੱਤੀ। ਗੋਪਾਲ ਸਿੰਘ ਸੂਬੇ ਦੀ ਜ਼ਮਾਨਤ ਰਾਈਆਂ ਵਾਲੇ ਮਸਤਾਨ ਸਿੰਘ ਨੇ ਦਿੱਤੀ। ਫਿਰ ਇਹ ਸਾਰਿਆਂ ਨੂੰ ਛਡਾ ਕੇ ਇੱਥੋਂ ਵਾਪਸ ਭੈਣੀ ਸਾਹਿਬ ਲੈ ਕੇ ਆਉਂਦੇ ਨੇ। ਜਦੋਂ ਭੈਣੀ ਸਾਹਿਬ ਆਉਂਦੇ ਨੇ, ਗੋਪਾਲ ਸਿੰਘ ਇੱਥੇ ਆਣ ਕੇ ਬੜੀ ਖੁਸ਼ੀ ਮਨਾਉਂਦਾ ਕਿ ਅਸੀਂ ਬਚ ਕੇ ਵਾਪਸ ਆ ਗਏ ਹਾਂ। ਵਰਿਆਮ ਸਿੰਘ ਦੁਕਾਨ ਵਿੱਚ ਸੀ। ਉਹ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੋਪਾਲ ਸਿੰਘ ਬਹੁਤ ਸਮਰਪਣ ਸੀ ਸਤਿਗੁਰੂ ਰਾਮ ਸਿੰਘ ਜੀ ਨੂੰ, ਅਤੇ ਵਰਿਆਮ ਸਿੰਘ ਕਿਤੇ ਕਿਤੇ ਕੋਈ ਖਰਾਬੀ ਕਰਦਾ ਸੀ, ਪਰ ਉਹਦੇ ਅਗਲੇ ਬੰਨੇ ਆਣ ਕੇ ਗੋਪਾਲ ਸਿੰਘ ਖੜ੍ਹਦਾ ਸੀ। ਉਹਨੇ ਝੂਠ ਬੋਲਿਆ, ਅਫਸਰ ਨੂੰ ਇਹ ਗੱਲ ਕਹਿ ਦਿੱਤੀ ਕਿ ਗੋਪਾਲ ਸਿੰਘ ਜਿਹੜਾ ਹੈ ਉਹ ਖਰੂਦ ਮਚਾ ਸਕਦਾ, ਅਤੇ ਉਹਨਾਂ ਨੇ ਗੋਪਾਲ ਸਿੰਘ ਨੂੰ ਫੜ ਕੇ ਉਹਦੇ ਵਾਪਸ ਪਿੰਡ ਭੇਜ ਦਿੱਤਾ ਕਿ ਤੂੰ ਭੈਣੀ ਸਾਹਿਬ ਨਹੀਂ ਰਹਿ ਸਕਦਾ। ਸਤਿਗੁਰੂ ਹਰੀ ਸਿੰਘ ਜੀ, ਬਾਬਾ ਜੱਸਾ ਸਿੰਘ ਜੀ, ਬੀਬੀ ਨੰਦਾ, ਉਹਨਾਂ ਦੇ 3 ਪੁੱਤਰ, ਇਹ ਗੁਰੂ ਪਰਿਵਾਰ, ਇਹਨਾਂ ਦੇ ਨਾਲ 11 ਸਿੱਖ ਹੋਰ, ਜਿਨ੍ਹਾਂ ਨੂੰ 82 ਪਸ਼ੂ ਜਿਹੜੇ ਸਨ, ਗਾਵਾਂ, ਮੱਝਾਂ, ਬਲਦ ਸੀ ਜੋ ਵੀ, ਉਹ 82 ਪਸ਼ੂ, ਉਹਨਾਂ ਨੂੰ ਸਾਂਭਣ ਵਾਸਤੇ 11 ਸਰੀਰ ਹੋਰ ਰਹਿਣ ਦੀ ਪਰਮਿਸ਼ਨ ਦਿੱਤੀ ਗਈ। ਬਾਕੀ ਸਾਰਿਆਂ ਨੂੰ ਜ਼ਮਾਨਤਾਂ ਦੇ ਕੇ ਲੈ ਕੇ ਉਹਨਾਂ ਨੂੰ ਵਾਪਸ ਉਹਨਾਂ ਦੇ ਪਿੰਡਾਂ ਵਿੱਚ ਭੇਜ ਦਿੱਤਾ ਕਿ ਇੱਥੇ ਭੈਣੀ ਸਾਹਿਬ ਵਿੱਚ ਤੁਸੀਂ ਇਹ ਤੋਂ ਵੱਧ ਸਰੀਰ ਨਹੀਂ ਰਹਿ ਸਕਦੇ। ਇੱਕ ਥਾਂ 'ਤੇ ਜ਼ਿਕਰ ਆਉਂਦਾ ਕਿ ਜਿੱਥੋਂ ਵੀ ਸਿੱਖ ਫੜੇ ਗਏ, ਜਿਨ੍ਹਾਂ ਦੇ ਲਿਸਟਾਂ ਵਿੱਚ ਨਾਂ ਸਨ ਕਿ ਇਹ ਥੋੜ੍ਹੇ ਜਿਹੇ ਖਤਰਨਾਕ ਸਿੱਖ ਨੇ, ਜਿਨ੍ਹਾਂ ਤੋਂ ਅੰਗਰੇਜ਼ਾਂ ਨੂੰ ਕਿਸੇ ਟਾਈਮ ਵੀ ਡਰ ਲੱਗਦਾ ਸੀ ਕਿ ਇਹ ਸਿੱਖ
ਇਹਨਾਂ ਦੀ ਗੱਲ ਨੂੰ ਮੰਨਦੇ ਨੇ, ਉਹਨਾਂ ਨੂੰ ਪੰਜਾਬ ਸਿੰਘ, ਨਿਹਾਲ ਸਿੰਘ, ਬਚਿੱਤਰ ਸਿੰਘ ਇਹਨਾਂ ਨੂੰ ਫੜ ਲਿਆ। ਫੜ ਕੇ ਆਖਿਆ ਕਿ ਤੁਸੀਂ ਵੀ ਮਲੇਰਕੋਟਲੇ ਦੇ ਸਾਕੇ ਵਿੱਚ ਨਾਲ ਸੋ। ਉਹਨਾਂ ਨੇ ਆਖਿਆ ਵੀ ਅਸੀਂ ਨਹੀਂ ਸਹੀ। ਉਹਨਾਂ ਨੇ ਆਖਿਆ ਵੀ ਠੀਕ ਹੈ, ਖੇਮਕੌਰ ਤੇ ਇੰਦਕੌਰ ਪਟਿਆਲੇ ਦੀ ਜੇਲ੍ਹ ਵਿੱਚ ਨੇ, ਜੇ ਉਹ ਇਹ ਗੱਲ ਕਹਿ ਦੇਣ ਕਿ ਤੁਸੀਂ ਨਾਲ ਨਹੀਂ ਸਨ ਤੇ ਤਾਂ ਤੁਹਾਨੂੰ ਛੱਡਾਂਗੇ। ਇੰਦਕੌਰ ਨੇ ਆਖਿਆ ਕਿ ਮੈਨੂੰ ਨਹੀਂ ਪਤਾ। ਖੇਮਕੌਰ ਨੇ ਆਖਿਆ ਕਿ ਇਹ ਵੀ ਨਾਲ ਨਹੀਂ ਸਨ। ਉਹਨਾਂ ਨੂੰ ਫਿਰ ਵੀ ਨਹੀਂ ਛੱਡਿਆ ਕੌਰਿਆਂ ਨੇ। ਉਹਨਾਂ ਨੇ ਆਖਿਆ ਕਿ ਤੁਸੀਂ ਹੁਣ 3-3 ਮਹੀਨਿਆਂ ਦੀ ਕੈਦ, ਉਸ ਤੋਂ ਬਾਅਦ 500-500 ਰੁਪਏ ਦੀ ਜ਼ਮਾਨਤ ਲੈ ਕੇ ਤੇ ਫਿਰ ਉਹਨਾਂ ਨੂੰ ਛੱਡਿਆ, ਉਹਨਾਂ ਨੂੰ ਫਿਰ ਘਰੇ ਭੇਜਿਆ। ਹੀਰਾ ਸਿੰਘ ਤੇ ਕਾਹਨ ਸਿੰਘ ਇਹ ਸੂਬਾ ਸਾਹਿਬ ਸਿੰਘ ਜੀ ਦੇ ਭਰਾ ਸਨ ਬਰਮਾਲੀਪੁਰ ਦੇ। ਉਹਨਾਂ ਨੂੰ ਫੜ ਲਿਆ। ਉਹਨਾਂ ਨੂੰ ਫੜ ਕੇ ਇਹ ਗੱਲ ਆਖੀ ਕਿ ਤੁਹਾਨੂੰ ਤੋਪਾਂ ਨਾਲ ਉਡਾ ਦਿਆਂਗੇ, ਕਿਉਂਕਿ ਸੂਬਾ ਸਾਹਿਬ ਸਿੰਘ ਦਾ ਬਹੁਤ ਪ੍ਰਭਾਵ ਸੀ, ਬਹੁਤ ਡਰਦੇ ਸਨ ਅੰਗਰੇਜ਼, ਅਤੇ ਇਹ ਉਹਨਾਂ ਦੇ ਭਰਾ ਸਨ ਅਤੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਇਹ ਵੀ ਉਸ ਤੋਂ ਬਾਅਦ ਉਸੇ ਤਰ੍ਹਾਂ ਹੀ ਸਰਗਰਮ ਹੋ ਸਕਦੇ ਨੇ ਜਿਸ ਤਰ੍ਹਾਂ ਸੂਬਾ ਸਾਹਿਬ ਸਿੰਘ ਜੀ ਸਤਿਗੁਰੂ ਰਾਮ ਸਿੰਘ ਦੇ ਹੁਕਮਾਂ ਨੂੰ ਲੈ ਕੇ ਅਤੇ ਉਹਨਾਂ ਦੇ ਹੁਕਮਾਂ ਨੂੰ ਸੰਗਤ ਵਿੱਚ ਮਨਵਾ ਰਹੇ ਨੇ, ਅਤੇ ਮਗਰੋਂ ਇਹਨਾਂ ਦੇ ਭਰਾ ਇਸ ਤਰ੍ਹਾਂ ਦਾ ਕੰਮ ਨਾ ਕਰਨ। ਉਹਨਾਂ ਨੇ ਆਖਿਆ ਵੀ ਤੁਹਾਨੂੰ ਵੀ ਫੜ ਕੇ ਅਸੀਂ ਤੋਪ ਨਾਲ ਉਡਾ ਦਿਆਂਗੇ। ਇਸ ਤਰ੍ਹਾਂ ਦੀਆਂ ਉਹਨਾਂ ਨਾਲ ਜਦੋਂ ਗੱਲਾਂ ਕੀਤੀਆਂ, ਉਹਨਾਂ ਦੇ ਨਾਂ ਲਿਖ ਲਏ। ਫਿਰ ਉਹਨਾਂ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਸਤਿਗੁਰੂ ਰਾਮ ਸਿੰਘ ਜੀ ਰਾਤ ਸੁਪਨੇ ਵਿੱਚ ਇਹਨਾਂ ਨੂੰ ਦਰਸ਼ਨ ਦਿੰਦੇ ਨੇ, ਹੁਕਮ ਕਰਦੇ ਨੇ ਕੋਈ ਗੱਲ ਨਹੀਂ, ਤੁਸੀਂ ਸਵੇਰੇ ਛੁੱਟ ਜਾਵੋਗੇ ਅਤੇ ਘਰੇ ਚਲੇ ਜਾਓਗੇ। ਰਾਤ ਜਿਹੜੀ ਸੀ ਜਾਂ ਇੱਕ ਦਿਨ ਪਹਿਲਾਂ ਗੁੱਸੇ ਵਿੱਚ ਸੀ ਅਫਸਰ, ਉਹ ਕਹਿ ਰਿਹਾ ਸੀ ਤੁਹਾਨੂੰ ਤੋਪਾਂ ਨਾਲ ਉਡਾ ਦੇਵਾਂਗੇ, ਪਰ ਰਾਤ ਪੈਣ ਤੋਂ ਬਾਅਦ ਅਗਲੇ ਦਿਨ ਸਵੇਰੇ ਉਹਨੇ ਆਖਿਆ ਕਿ ਤੁਸੀਂ ਆਪਣੇ ਘਰਾਂ ਨੂੰ ਜਾਓ। ਉਹ ਜਿਹੜਾ ਬਚਨ ਰਾਤ ਸੁਪਨੇ ਵਿੱਚ ਦਰਸ਼ਨ ਦਿੱਤਾ ਸੀ ਨਾ ਸੱਚ ਪਾਤਸ਼ਾਹ ਜੀ, ਉਹ ਉਸੇ ਤਰ੍ਹਾਂ ਹੀ ਪੂਰਾ ਹੋਇਆ। ਸਤਿਗੁਰੂ ਰਾਮ ਸਿੰਘ ਜੀ ਨੂੰ ਇਲਾਹਾਬਾਦ ਭੇਜ ਦਿੱਤਾ ਜਾਂਦਾ ਹੈ। ਡੇਰੇ ਵਿੱਚ ਇੰਨੀਆਂ ਪਾਬੰਦੀਆਂ ਲੱਗੀਆਂ ਨੇ ਕਿ ਡੇਰੇ ਦੇ ਬੂਹੇ ਦੇ ਸਾਹਮਣੇ ਥਾਣੇਦਾਰ ਅਮਰਾਓ ਅਲੀ ਦੀ ਨਿਗਰਾਨੀ ਹੇਠ 20 ਸਿਪਾਹੀਆਂ ਦੀ ਚੌਂਕੀ ਬਿਠਾ ਦਿੱਤੀ, ਜਿਸ ਵਿੱਚ ਇਸ ਤਰ੍ਹਾਂ ਦੇ ਐਲਾਨ ਕੀਤੇ ਗਏ ਕਿ ਕੋਈ ਵੀ ਭੈਣੀ ਸਾਹਿਬ ਆਵੇ ਉਹਦਾ ਨਾਮ ਲਿਖਣਾ ਹੈ, ਜਦੋਂ ਉਹ ਬਾਹਰ ਜਾਵੇ ਉਹਦਾ ਵੀ ਉਸੇ ਸਮੇਂ ਨਾਮ ਲਿਖਣਾ ਹੈ। ਜੇ ਡੇਰੇ ਦੇ ਵਿੱਚ ਰਹਿਣ ਵਾਲੇ ਸਿੱਖ ਜਾਂ ਗੁਰੂ ਪਰਿਵਾਰ ਜਿਹੜਾ ਸੀ, ਇਹ ਜਦੋਂ ਵੀ ਬਾਹਰ ਨਿਕਲੇ ਕਿਸੇ ਵੀ ਕੰਮ ਵਾਸਤੇ ਉਸੇ ਵੇਲੇ ਨਾਮ ਲਿਖਣਾ ਹੈ, ਜਦੋਂ ਵਾਪਸ ਆਵੇ ਉਸੇ ਟਾਈਮ ਫਿਰ ਦੁਬਾਰਾ ਨਾਮ ਲਿਖਣਾ ਇਹਨਾਂ ਦਾ। ਇਸ ਤਰ੍ਹਾਂ ਕਰਕੇ ਉਹਨਾਂ ਦੇ ਉੱਤੇ ਨਿਗਰਾਨੀ ਰੱਖੀ ਜਾਂਦੀ ਸੀ। 5 ਸਿੱਖ ਤੋਂ ਵੱਧ ਭੈਣੀ ਸਾਹਿਬ ਵਿੱਚ ਆ ਕੇ ਦਰਸ਼ਨ ਨਹੀਂ ਕਰ ਸਕਦੇ। ਭੈਣੀ ਸਾਹਿਬ ਦੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ। ਜਿੰਨੇ ਵੀ ਨਾਮਧਾਰੀ ਸਿੱਖ ਕੂਕੇ ਜਿੱਥੇ ਜਿੱਥੇ ਪਿੰਡਾਂ ਵਿੱਚ ਰਹਿੰਦੇ ਸਨ, ਸੱਚ ਪਾਤਸ਼ਾਹ ਜੀ ਦੇ ਉਪਦੇਸ਼ ਵਿੱਚ ਆਉਂਦਾ ਕਿ ਪਿੰਡਾਂ ਵਿੱਚ ਹੋਕਾ ਦੇ ਕੇ ਇਹ ਗੱਲ ਆਖੀ ਜਾਂਦੀ ਸੀ, ਜੇ ਤੁਹਾਡੇ ਪਿੰਡ ਵਿੱਚ ਕੋਈ ਕੂਕਾ ਹੈਗਾ ਅਤੇ ਉਹਨੂੰ ਸਾਡੇ ਸਾਹਮਣੇ ਲਿਆਓ, ਸਾਨੂੰ ਦੱਸੋ, ਅਸੀਂ ਉਹਨੂੰ ਹੁਣੀ ਫੜੀਏ। ਨੰਬਰਦਾਰਾਂ ਦੇ ਚਪੇੜਾਂ ਮਰਾਈਆਂ ਜਾਂਦੀਆਂ ਸਨ ਜੇ ਉਹਨਾਂ ਦੇ ਪਿੰਡ ਵਿੱਚ ਰਾਤ ਕੂਕਾ ਰਹਿ ਜਾਵੇ, ਕਿ ਤੁਸੀਂ ਆਪਣੀ ਰਾਤ ਪਿੰਡ ਵਿੱਚ ਕਿਉਂ ਰਹਿਣ ਦਿੱਤਾ ਕੂਕੇ ਨੂੰ। ਇਸ ਤਰ੍ਹਾਂ ਦੀ ਬੜੇ ਸਖਤੀਆਂ ਦਾ ਦੌਰ ਨਾਮਧਾਰੀਆਂ 'ਤੇ ਸ਼ੁਰੂ ਹੋ ਜਾਂਦਾ ਹੈ। ਸਤਿਗੁਰੂ ਰਾਮ ਸਿੰਘ ਜੀ ਨੂੰ ਇਲਾਹਾਬਾਦ ਭੇਜ ਦਿੱਤਾ ਹੈ। ਮਗਰੋਂ ਜਿਹੜੇ ਸੂਬਿਆਂ 'ਤੇ ਉਹਨਾਂ ਨੂੰ ਸ਼ੱਕ ਸੀ ਕਿ ਇਹ ਸੂਬੇ ਵੀ ਸਾਡੇ ਵਾਸਤੇ ਖਤਰਨਾਕ ਹੋ ਸਕਦੇ ਨੇ, ਉਹ ਕਰਨਲ ਬੈਲੀ ਨੇ ਦੂਜੇ ਦਿਨ ਫੜ ਕੇ ਉਹਨਾਂ ਸੂਬਿਆਂ ਨੂੰ ਵੀ ਗ੍ਰਿਫਤਾਰ ਕਰ ਲਿਆ, ਕਿਉਂਕਿ ਉਹ ਭੈਣੀ ਸਾਹਿਬ ਤੋਂ ਸਾਹਨੇਵਾਲ ਠਹਿਰਿਆ ਸੀ, ਉਹ ਜਾ ਨਹੀਂ ਸੀ ਰਿਹਾ। ਉਹ ਸਾਰਿਆਂ ਨੂੰ ਇੱਥੋਂ ਫੜ ਕੇ ਥਾਂ ਥਾਈਂ ਭੇਜ ਕੇ ਫਿਰ ਜਾਣਾ ਚਾਹੁੰਦਾ ਸੀ। ਸੂਬਾ ਕਾਹਨ ਸਿੰਘ ਜੀ ਨੂੰ ਮਲੇਰਕੋਟਲਾ ਉਹਨਾਂ ਦੇ ਘਰੋਂ ਜਾ ਕੇ ਲਿਆਂਦਾ ਗਿਆ। ਸੂਬਾ ਬ੍ਰਹਮਾ ਸਿੰਘ ਜੀ, ਹੁਕਮਾ ਸਿੰਘ ਜੀ, ਪਹਾੜਾ ਸਿੰਘ ਜੀ ਨੂੰ, ਅਤੇ ਇਹਨਾਂ ਨੂੰ 19 ਤਰੀਕ ਇਹਨਾਂ ਦੇ ਨਾਲ ਸੂਬਾ ਰੂੜ ਸਿੰਘ, ਮਲੂਕ ਸਿੰਘ, ਮਾਨ ਸਿੰਘ, ਮੰਗਲ ਸਿੰਘ ਬਿਸ਼ਨਪੁਰੀਆ, ਸਰਦਾਰ ਮੰਗਲ ਸਿੰਘ ਬਿਸ਼ਨਪੁਰੀਆ, ਜਿਨ੍ਹਾਂ ਨੇ ਚੀਨੀ ਘੋੜੀ ਮੱਥਾ ਟੇਕੀ ਸੀ, ਇਹਨਾਂ ਸਾਰਿਆਂ ਨੂੰ ਫੜ ਕੇ 19 ਤਰੀਕ ਜਨਵਰੀ ਨੂੰ ਸਤਿਗੁਰੂ ਰਾਮ ਸਿੰਘ ਦੇ ਮਗਰ ਇਲਾਹਾਬਾਦ ਭੇਜ ਦਿੱਤਾ ਜਾਂਦਾ ਹੈ। ਗੋਪਾਲ ਸਿੰਘ, ਸੁਜਾਨ ਸਿੰਘ ਨੂੰ ਵਾਪਸ ਭੈਣੀ ਸਾਹਿਬ ਭੇਜ ਦਿੱਤਾ ਜਾਂਦਾ ਹੈ ਕਿ ਇਹਨਾਂ ਤੋਂ ਸਾਨੂੰ ਕੋਈ ਖਤਰਾ ਨਹੀਂ। ਇਹ ਦੌਰ ਨਾਮਧਾਰੀਆਂ 'ਤੇ ਹੁਣ ਚੌਂਕੀ ਬੈਠ ਗਈ ਹੈ ਪੁਲਿਸ ਵਾਲੀ। ਸੱਚ ਪਾਤਸ਼ਾਹ ਜੀ ਦੇ ਉਪਦੇਸ਼ ਵਿੱਚ ਆਉਂਦਾ ਹੈ ਕਿ ਜਿੰਨਾ ਸਾਲ ਇਹ ਚੌਂਕੀ ਬੂਹੇ ਦੇ ਅੱਗੇ ਬੈਠੀ ਰਹੀ, ਕਦੀ ਵੀ ਉੱਥੇ ਉਹਨਾਂ ਨੇ ਹਿੰਦੂ ਅਫਸਰ ਨਹੀਂ ਲਾਇਆ, ਹਮੇਸ਼ਾ ਉਹਨਾਂ ਨੇ ਮੁਸਲਮਾਨ ਅਫਸਰ ਹੀ ਲਾਇਆ। ਵੱਧ ਤੋਂ ਵੱਧ ਨਿਰਦੈਤਾ ਜਿਹੜੀ ਸੀ ਉਹ ਇਕੱਠੀ ਕਰਕੇ ਉਸ ਦਰਵਾਜ਼ੇ ਦੇ ਸਾਹਮਣੇ ਬਿਠਾ ਦਿੱਤੀ ਕਿ ਇਹਨਾਂ ਨੂੰ ਕਿਸੇ ਤਰੀਕੇ ਵੱਧ ਤੋਂ ਵੱਧ ਤੰਗ ਕੀਤਾ ਜਾਵੇ, ਇਹ ਸਾਡੇ ਖਿਲਾਫ ਉੱਚੀ ਸਾਹ ਨਾ ਲੈ ਸਕਣ, ਉੱਚੀ ਬੋਲ ਨਾ ਸਕਣ। ਇਸ ਤਰ੍ਹਾਂ ਦਾ ਵੱਧ ਤੋਂ ਵੱਧ ਸਿੱਖਾਂ ਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਾਧ ਸੰਗਤ ਜੀ, ਇਸ ਤੋਂ ਅੱਗੇ ਸਤਿਗੁਰੂ ਰਾਮ ਸਿੰਘ ਜੀ
ਇਲਾਹਾਬਾਦ ਵਿੱਚ ਨੇ, ਸਿੱਖ ਦਰਸ਼ਨ ਦਿੰਦੇ ਨੇ, ਸਿੱਖ ਵੀ ਬਾਕੀ ਜਿਹੜੇ ਸੂਬੇ ਸਨ ਉਹ ਵੀ ਉੱਥੇ ਪਹੁੰਚ ਜਾਂਦੇ ਨੇ। ਉਸ ਪ੍ਰਸੰਗ ਨੂੰ ਮੈਂ ਆਪ ਜੀ ਦੇ ਚਰਨਾਂ ਵਿੱਚ ਕੱਲ੍ਹ ਨੂੰ ਅਰਜ਼ ਬੇਨਤੀ ਕਰਾਂਗਾ। ਮੈਂ ਅੱਜ 10 ਜੂਨ ਦਾ ਦਿਨ ਆ। ਅੱਜ ਦੇ ਦਿਨ ਸੂਬਾ ਸਾਹਿਬ ਸਿੰਘ ਜੀ ਸ਼ਹੀਦ ਹੋਏ ਸਨ। ਮੈਂ ਆਪ ਜੀ ਦੇ ਚਰਨਾਂ ਵਿੱਚ ਕੋਸ਼ਿਸ਼ ਕਰਾਂਗਾ ਕਿ ਆ 10-12 ਮਿੰਟ ਹਲੇ ਸਮਾਂ ਹੈਗਾ ਕਿ ਮੈਂ ਉਹਨਾਂ ਦੇ ਜੀਵਨ ਵਿੱਚੋਂ ਤੁਹਾਡੇ ਚਰਨਾਂ ਵਿੱਚ ਕੁਝ ਅਰਜ਼ ਬੇਨਤੀ ਕਰ ਸਕਾਂ। ਸੂਬਾ ਸਾਹਿਬ ਸਿੰਘ ਜੀ, ਸਾਧ ਸੰਗਤ ਜੀ, ਇਹ ਜਦੋਂ ਭੈਣੀ ਸਾਹਿਬ ਆਉਂਦੇ ਨੇ ਉਸ ਸਮੇਂ ਸਭ ਤੋਂ ਪਹਿਲਾਂ ਇਹ ਬਚਪਨ ਤੋਂ ਸੂਬਾ ਸਾਹਿਬ ਸਿੰਘ ਜਿਹੜੇ ਸਨ ਨਾ, ਇਹ ਪਹਿਲਾਂ ਆਪਣੇ ਬਚਪਨ ਤੋਂ ਹੀ ਘਰ-ਬਾਰ ਛੱਡ ਕੇ ਉਹ ਸਾਧੂਆਂ ਨਾਲ ਰਲ ਜਾਂਦੇ ਨੇ। ਸਾਧੂਆਂ ਤੋਂ ਪਹਿਲਾਂ ਨਾਗੇ ਸਾਧੂਆਂ ਨਾਲ ਚੱਲਦੇ ਨੇ। ਇਹ ਨਾਗੇ ਸਾਧੂਆਂ ਨਾਲ ਹੁੰਦੇ ਨੇ ਅਤੇ ਨਾਗੇ ਸਾਧੂ ਅਤੇ ਉਦਾਸੀ ਜਿਹੜੇ ਸਾਧੂ ਸਨ ਨਾ, ਇਹਨਾਂ ਦੀ ਆਪਸ ਵਿੱਚ ਬੜੀ ਵਿਚਾਰਧਾਰਾ, ਕਈ ਵਾਰ ਬਹਿਸਬਾਜ਼ੀ ਹੋਣੀ, ਕਿਤੇ ਵਿਚਾਰ ਹੋਣੀ। ਜਦੋਂ ਇਸ ਤਰ੍ਹਾਂ ਦਾ ਸਮਾਂ ਬਣਿਆ, ਇੱਕ ਦਿਨ ਉਹਨਾਂ ਨੇ ਇੱਕ ਮਤਾ ਪਕਾ ਲਿਆ ਨਾਗਿਆਂ ਅਤੇ ਉਦਾਸੀਆਂ ਦੇ ਵਿੱਚ ਕਿ ਇਸ ਪਾਣੀ ਵਿੱਚ ਖਲੋਣਾ ਹੈ। ਜਿਹੜਾ ਸਿੱਖ ਇਸ ਪਾਣੀ ਵਿੱਚੋਂ ਸਭ ਤੋਂ ਪਹਿਲਾਂ ਉੱਠ ਕੇ ਬਾਹਰ ਚਲਾ ਜਾਏਗਾ ਉਹ ਹਾਰ ਜਾਏਗਾ, ਉਹ ਦੂਸਰੇ ਦੇ ਧਰਮ ਨੂੰ ਅਪਣਾ ਲਏਗਾ। ਜਦੋਂ ਇਹ ਗੱਲ ਦਾ ਮਤਾ ਪਕਾ ਲਿਆ, ਇੱਧਰੋਂ ਨਾਗਿਆਂ ਵੱਲੋਂ ਸੂਬਾ ਸਾਹਿਬ ਸਿੰਘ ਜਿਹੜੇ ਸਨ, ਉਸ ਸਮੇਂ ਇਹਨਾਂ ਦਾ ਇਕੱਲਾ ਸਾਹਿਬ ਨਾ ਹੋਏਗਾ, ਉਹ ਸਨ। ਉੱਧਰੋਂ ਉਦਾਸੀਆਂ ਵੱਲੋਂ ਇੱਕ ਉਹਨਾਂ ਦਾ ਮਹੰਤ ਜਿਹੜਾ ਸੀ ਉਹ ਵੀ ਖੜ੍ਹਾ ਹੋ ਜਾਂਦਾ ਹੈ। ਸ਼ਾਮਾਂ ਦਾ ਸਮਾਂ ਹੋ ਜਾਂਦਾ ਹੈ। ਸਾਰੀ ਰਾਤ ਸਰਦੀਆਂ ਦੇ ਦਿਨ ਸਨ, ਪਾਣੀ ਵਿੱਚ ਖਲੋ ਕੇ ਖਲੋਣਾ ਸੀ। ਜਦੋਂ ਸੂਬਾ ਸਾਹਿਬ ਸਿੰਘ ਜੀ ਖੜ੍ਹ ਜਾਂਦੇ ਨੇ, ਉੱਧਰੋਂ ਉਦਾਸੀਆਂ ਦਾ ਵੀ ਖੜ੍ਹ ਜਾਂਦਾ ਹੈ। ਖਲੋਤਿਆਂ ਨੂੰ ਜਦੋਂ ਸਵੇਰ ਦਾ ਸਮਾਂ ਹੁੰਦਾ ਹੈ, ਸੂਬਾ ਸਾਹਿਬ ਸਿੰਘ ਜੀ ਉੱਥੋਂ ਬਾਹਰ ਆ ਜਾਂਦੇ ਨੇ ਪਾਣੀ 'ਚੋਂ ਕਿ ਮੈਂ ਇਸ ਤੋਂ ਵੱਧ ਨਹੀਂ ਖਲੋ ਸਕਦਾ। ਫਿਰ ਉਹ ਉਦਾਸੀ ਸਾਧੂ ਕਹਿੰਦੇ ਕਿ ਤੁਸੀਂ ਹਾਰ ਗਏ, ਅਸੀਂ ਜਿੱਤ ਗਏ। ਫਿਰ ਉਹ ਨਾਂਗਿਆਂ ਤੋਂ ਉਦਾਸੀ ਸਾਧੂਆਂ ਦੇ ਨਾਲ ਮਿਲ ਜਾਂਦੇ ਨੇ, ਉਹਨਾਂ ਦਾ ਰੂਪ ਧਾਰਨ ਕਰ ਲੈਂਦੇ ਨੇ, ਉਹਨਾਂ ਦੇ ਨਾਲ ਰਹਿਣ ਲੱਗ ਜਾਂਦੇ ਨੇ। ਇਹਨਾਂ ਦੇ ਨਾਲ ਉਦਾਸੀਆਂ ਵਿੱਚ ਜਿਹੜੀ ਉਹਨਾਂ ਦੀ ਮਰਜ਼ਾਦਾ ਸੀ, ਬੜੇ ਉਹਨਾਂ ਦੇ ਗ੍ਰੰਥ ਪੜ੍ਹੇ, ਬੜੇ ਵਿਦਵਾਨ ਸਨ ਸੂਬਾ ਸਾਹਿਬ ਸਿੰਘ ਜੀ। ਫਿਰ ਇੱਥੋਂ ਮਨ ਉਚਾਟ ਹੋਇਆ ਉਹਨਾਂ ਦਾ। ਇੱਕ ਵਾਰੀ ਇਤਿਹਾਸ ਵਿੱਚ ਇਹ ਵੀ ਹੁੰਦਾ ਕਿ ਇਹਨਾਂ ਨੇ ਵੀ ਭਜਨ ਸਤਿਗੁਰੂ ਬਾਲਕ ਸਿੰਘ ਜੀ ਕੋਲੋਂ ਪੁੱਛਿਆ ਸੀ, ਸੂਬਾ ਸਾਹਿਬ ਸਿੰਘ ਜੀ ਨੇ। ਫਿਰ ਇਹਨਾਂ ਨੂੰ ਹੁਕਮ ਹੋਇਆ ਕਿ ਭੈਣੀ ਸਾਹਿਬ ਅੱਜ ਤੋਂ ਬਾਅਦ ਸਾਰਾ ਕੁਝ ਹੈ। ਇਹ ਵਾਪਸ ਭੈਣੀ ਸਾਹਿਬ ਆਉਂਦੇ ਨੇ, ਇੱਥੇ ਆਣ ਕੇ ਸੱਚ ਪਾਤਸ਼ਾਹ ਦੇ ਚਰਨਾਂ ਵਿੱਚ ਅਰਜ਼ ਕਰਦੇ ਨੇ। ਸੱਚ ਪਾਤਸ਼ਾਹ ਜੀ ਹੁਕਮ ਕਰਦੇ ਨੇ ਸਤਿਗੁਰੂ ਰਾਮ ਸਿੰਘ ਜੀ ਸੂਬਾ ਸਾਹਿਬ ਸਿੰਘ ਨੂੰ, ਤੁਸੀਂ ਇੱਥੇ ਕੀ ਕਰੋਗੇ? ਉਹ ਕਹਿੰਦੇ ਨੇ ਜੀ ਮੈਂ ਮੈਸਾਂ ਚਾਰ ਲਿਆ ਕਰਾਂਗਾ। ਜਦੋਂ ਸੂਬਾ ਸਾਹਿਬ ਸਿੰਘ ਜੀ ਇਹ ਅਰਜ਼ ਕਰਦੇ ਨੇ, ਸਤਿਗੁਰੂ ਰਾਮ ਸਿੰਘ ਜੀ ਬਚਨ ਕਰਦੇ ਨੇ ਕਿ ਮੈਂ ਵੀ ਬਚਪਨ ਵਿੱਚ ਛੋਟੇ ਹੁੰਦਿਆਂ ਤੋਂ ਮੈਸਾਂ ਚਾਰਦਾ ਰਿਹਾ, ਅਸੀਂ ਛੋਟੇ ਹੁੰਦਿਆਂ ਮੈਂ ਸੇਵਾ ਕੀਤੀ ਏ, ਅੱਜ ਅਕਾਲ ਪੁਰਖ ਨੇ ਮੇਰੇ ਕੋਲ ਸੇਵਾ ਕਰਨ ਵਾਲੇ ਭੇਜ ਦਿੱਤੇ ਨੇ। ਇਸ ਤਰ੍ਹਾਂ ਬਚਨ ਕਰਦੇ ਨੇ। ਪਹਿਲਾਂ ਇੱਥੇ ਇਹ ਮੱਝਾਂ ਚਾਰਦੇ ਰਹੇ, ਫਿਰ ਉਸ ਤੋਂ ਬਾਅਦ ਇਹਨਾਂ ਨੇ ਗੁਰਮੁਖੀ ਪੜ੍ਹਾਉਣੀ ਸ਼ੁਰੂ ਕਰ ਦਿੱਤੀ। ਸੂਬਾ ਸਾਹਿਬ ਸਿੰਘ ਜੀ ਨੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣੀ। ਉੱਧਰੋਂ ਸਤਿਗੁਰੂ ਰਾਮ ਸਿੰਘ ਜੀ ਖਾਲਸਾ ਪੰਥ ਦੀ ਸਾਜਨਾ ਕੀਤੀ, ਸੰਤ ਖਾਲਸੇ ਦੀ ਅੰਮ੍ਰਿਤ ਛਕ ਕੇ ਸਤਿਗੁਰੂ ਰਾਮ ਸਿੰਘ ਜੀ ਦੇ ਨਿਕਟ ਵਰਤੀਆਂ ਵਿੱਚੋਂ ਸੂਬਾ ਸਾਹਿਬ ਸਿੰਘ ਜੀ ਬਣ ਗਏ। ਜੇ ਅਸੀਂ ਇਹ ਗੱਲ ਆਖ ਦਈਏ ਕਿ ਸੂਬਾ ਸਾਹਿਬ ਸਿੰਘ ਜੀ ਸਭ ਤੋਂ ਨਜ਼ਦੀਕ ਸਨ, ਇੱਕ ਰਾਗੀ ਹੋਏ ਨੇ ਖਜਾਨ ਸਿੰਘ ਜੀ, ਉਹ ਭਾਈ ਖਜਾਨ ਸਿੰਘ ਜੀ ਲਿਖਦੇ ਨੇ, ਧੰਨ ਗੁਰੂ ਰਾਮ ਸਿੰਘ ਜਗ ਤਾ ਉਧਾਰ ਕੀਆ, ਤੀਨ ਲੋਕ ਤਾਰ ਦੂਰ ਕੀਏ ਸਭ ਦੁੱਖ ਜੀ, ਗੁਰੂ ਰਾਮ ਸਿੰਘ ਨਾਮ ਲਏ ਤੀਨ ਲੋਕ ਪਾਰ ਪਏ, ਤ੍ਰਿਗ ਜਨਮ ਉਸ ਦਾ ਜੋ ਆਖਦੇ ਮਨੁੱਖ ਜੀ, ਸੰਗਤਾਂ ਬਣਾਈਆਂ ਗੁਰੂ ਰਾਮ ਸਿੰਘ ਚਾਰ ਤਰਫ, ਸਾਹਿਬ ਸਿੰਘ ਲਾਡਲਾ ਸਪੂਤ ਜਾ ਕੋ ਸੁੱਤ ਜੀ, ਮਨ ਤਨ ਸੀਤਲ ਬਣਾਇਆ ਗੁਰੂ ਰਾਮ ਸਿੰਘ, ਨਾਮ ਦੇ ਆਧਾਰ ਸੇ ਅਕਾਏ ਸਭ ਦੁੱਖ ਜੀ। ਭਾਵ ਸਾਹਿਬ ਸਿੰਘ ਜੀ ਨੂੰ ਸਤਿਗੁਰੂ ਰਾਮ ਸਿੰਘ ਜੀ ਦਾ ਲਾਡਲਾ ਸਪੂਤ ਲਿਖਿਆ ਉਹਨਾਂ ਨੇ। ਇਹਦੇ ਵਿੱਚ ਸਾਹਿਬ ਸਿੰਘ ਜੀ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। ਸੱਚ ਪਾਤਸ਼ਾਹ ਜੀ ਸਿੱਖਾਂ ਨੂੰ ਦੱਸਦੇ ਨੇ ਕਿ ਆਪਾਂ ਅੰਗਰੇਜ਼ਾਂ ਦੇ ਖਿਲਾਫ ਕਿਸ ਤਰ੍ਹਾਂ ਵਿਦਰੋਹ ਸ਼ੁਰੂ ਕਰਨਾ ਹੈ, ਕਿਸ ਤਰ੍ਹਾਂ ਨਾਮ ਮਿਲਵਰਤਨ ਲਹਿਰ ਚਲਾਉਣੀ ਹੈ, ਕਿਸ ਤਰ੍ਹਾਂ ਅਸੀਂ ਆਪਣਾ ਸਵਦੇਸ਼ੀ ਹੀ ਸਭ ਕੁਝ ਵਰਤਣਾ ਹੈ, ਜਿਸ ਵਿੱਚ ਡਾਕ ਦਾ ਪ੍ਰਬੰਧ, ਜਿਸ ਵਿੱਚ ਕੋਰਟ ਖਤਮ ਕੀਤੇ, ਸਕੂਲ ਖਤਮ ਕਰ ਦਿੱਤੇ, ਜਿਸ ਵਿੱਚ ਹਰ ਬਣੀ ਹੋਈ ਵਸਤੂ ਜਿਹੜੀ ਸੀ, ਕੱਪੜਾ ਸੀ, ਉਹ ਅੰਗਰੇਜ਼ਾਂ ਦਾ ਖਤਮ ਕੀਤਾ ਗਿਆ। ਇਹ ਸਾਰਾ ਕੁਝ ਖਤਮ ਕਰਨ ਤੋਂ ਬਾਅਦ ਸਾਧ ਸੰਗਤ ਜੀ ਸਤਿਗੁਰੂ ਇਹ ਸਾਰਾ ਕੁਝ ਖਤਮ ਕਰਨ ਦੇ ਵਿੱਚ ਸੱਚ ਪਾਤਸ਼ਾਹ ਜੀ ਡਿਊਟੀਆਂ ਲਾਈਆਂ ਗਈਆਂ। ਇਕੱਲੇ ਸਿੱਖ ਨੂੰ ਵੱਖਰੇ ਵੱਖਰੇ ਡਿਪਾਰਟਮੈਂਟ ਦਿੱਤੇ ਗਏ ਕਿ ਤੁਸੀਂ ਇਸ ਗੱਲ ਨੂੰ ਸਾਂਭਣਾ ਹੈ, ਅਤੇ ਸੂਬਾ ਸਾਹਿਬ ਸਿੰਘ ਜੀ ਨੂੰ ਡਾਕ ਦਾ ਪ੍ਰਬੰਧ ਦਿੱਤਾ ਗਿਆ।
ਸੂਬਾ ਸਾਹਿਬ ਸਿੰਘ ਜੀ ਨੇ ਐਸਾ ਡਾਕ ਦਾ ਪ੍ਰਬੰਧ ਚਲਾਇਆ ਕਿ ਜਿਸ ਨੂੰ ਅੰਗਰੇਜ਼ ਹਕੂਮਤ ਇਹ ਗੱਲ ਮੰਨਦੀ ਸੀ ਕਿ ਸਾਡੇ ਨਾਲੋਂ ਵੀ ਤੇਜ਼ ਸੂਬਾ ਸਾਹਿਬ ਸਿੰਘ ਦਾ ਡਾਕ ਦਾ ਪ੍ਰਬੰਧ ਹੈ। ਕਿਉਂਕਿ ਉਹ ਕਹਿੰਦੇ ਨੇ ਕਿ ਅਸੀਂ, ਸਾਡੇ ਕੋਲ ਗੱਡੀਆਂ ਨੇ, ਸਾਡੇ ਕੋਲ ਟ੍ਰੇਨਾਂ ਨੇ, ਪਰ ਸਾਨੂੰ ਨਹੀਂ ਪਤਾ ਕਿ ਸੂਬਾ ਸਾਹਿਬ ਸਿੰਘ ਕਿਸ ਤਰ੍ਹਾਂ ਰਾਤੋਂ ਰਾਤ ਇੱਕ ਦਿਨ 'ਚ 8 ਪੈਰਾਂ ਵਿੱਚ 24 ਘੰਟਿਆਂ ਦੇ ਵਿੱਚ ਭੈਣੀ ਸਾਹਿਬ ਤੋਂ ਪੰਜਾਬ ਦੇ ਕਿਸੇ ਵੀ ਕੋਨੇ ਵਿੱਚ, ਜਿੰਨੀ ਮਰਜ਼ੀ ਦੂਰ ਕੋਈ ਕੋਨਾ ਹੋਵੇ, ਉਹ ਕਿਸੇ ਵੀ ਕੋਨੇ ਵਿੱਚ ਪੰਜਾਬ ਦੇ 'ਚ ਇਹ ਖਬਰ ਪਹੁੰਚਾ ਸਕਦਾ ਹੈ ਕਿ ਜੇ ਸਵੇਰੇ ਕਿਤੇ ਇਕੱਤਰ ਹੋਣਾ ਹੈ, ਅਤੇ ਸਾਰਿਆਂ ਪੰਜਾਬ ਨੂੰ ਇਹ ਇਤਲਾਹ ਪਹੁੰਚ ਜਾਂਦੀ ਸੀ ਸਵੇਰੇ ਆਪਾਂ ਇਸ ਥਾਂ 'ਤੇ ਇਕੱਤਰ ਹੋਣਾ ਹੈ। ਉਹ ਸਰਕਾਰੀ ਰਾਹਾਂ ਨੂੰ ਛੱਡ ਕੇ ਜਾਂਦੇ ਸਨ, ਉਹ ਆਊਟ ਆਫ ਟਰੈਕ ਚੱਲਦੇ ਸਨ। ਜਿਵੇਂ ਰੋਡਾਂ ਬਣੀਆਂ ਸਨ, ਜਿੰਨੇ ਵੀ ਸਾਧਨ ਸਨ, ਉਹ ਸਾਰਿਆਂ ਨੂੰ ਛੱਡ ਕੇ ਉਹ ਖੇਤਾਂ ਦੇ ਵਿੱਚੋਂ ਦੀ ਸਿੱਖ ਘੋੜਿਆਂ 'ਤੇ ਜਾਂਦੇ ਸਨ। ਸਿੱਖ ਜੇ ਕੋਈ ਆਪਣਾ ਹਲ ਵਾਰਿਆ, ਉਹ ਇਕੱਲਾ ਹੈ, ਅਤੇ ਆਪਣਾ ਹਲ ਉੱਥੇ ਖੇਤਾਂ ਵਿੱਚ ਹੀ ਛੱਡ ਕੇ ਉੱਥੋਂ ਸਿੱਧਾ ਹੀ ਆਪਣਾ ਸੁਨੇਹਾ ਲੈ ਕੇ ਅਗਲੇ ਪਿੰਡ ਤੱਕ ਚਿੱਠੀ ਪਹੁੰਚਾ ਦਿੰਦਾ ਸੀ। ਜੇ ਕੋਈ ਰੋਟੀ ਖਾ ਰਿਹਾ, ਜਿੰਨਾ ਉਹਨੇ ਪ੍ਰਸ਼ਾਦਾ ਛਕ ਲਿਆ, ਉਸ ਤੋਂ ਬਾਅਦ ਇੱਕ ਵੀ ਬੁਰਕੀ ਨਹੀਂ ਉਹਨੇ ਅੰਦਰ ਲਗਾਉਣੀ ਜਦੋਂ ਉਹਨੂੰ ਇਹ ਸੁਨੇਹਾ ਮਿਲ ਗਿਆ ਵੀ ਆਹ ਚਿੱਠੀ ਅਗਲੇ ਪਿੰਡ ਪਹੁੰਚਾ ਕੇ ਆਓ। ਕੋਈ ਵੀ ਸਿੱਖ ਆਪਣਾ ਕੋਈ ਵੀ ਕੰਮ ਕਰਦਾ ਹੁੰਦਾ ਸੀ, ਉਹ ਉਸੇ ਵੇਲੇ ਆਪਣੇ ਕੰਮ ਨੂੰ ਛੱਡ ਕੇ ਉਸ ਡਾਕ ਦੇ ਪ੍ਰਬੰਧ ਨੂੰ ਇਸ ਤਰ੍ਹਾਂ ਸੂਬਾ ਸਾਹਿਬ ਸਿੰਘ ਜੀ ਨੇ ਸਿਰੇ ਚੜਾਇਆ, ਜਿਨ੍ਹਾਂ ਨੂੰ ਅੰਗਰੇਜ਼ ਵੀ ਮੰਨਦੇ ਸੀ ਕਿ ਸਾਡੇ ਤੋਂ ਤੇਜ਼ ਡਾਕ ਦਾ ਪ੍ਰਬੰਧ ਸੂਬਾ ਸਾਹਿਬ ਸਿੰਘ ਨੇ ਚਲਾਇਆ। ਜੇ ਸਤਿਗੁਰੂ ਰਾਮ ਸਿੰਘ ਜੀ ਤੋਂ ਬਾਅਦ ਅੰਗਰੇਜ਼ ਮੰਨਦੇ ਸਨ ਰਾਜਨੀਤਿਕ ਤੌਰ 'ਤੇ ਉਹਨਾਂ ਦੇ ਪੰਥ ਨੂੰ ਜਾਂ ਉਹਨਾਂ ਦੇ ਜਿਹੜੇ ਹੁਕਮ ਨੇ ਉਹਨਾਂ ਨੂੰ ਕੋਈ ਚਲਾ ਸਕਦਾ ਹੈ, ਉਹਨਾਂ ਨੂੰ ਕਾਇਮ ਰੱਖ ਸਕਦਾ ਹੈ, ਉਹ ਸਿਰਫ ਸੂਬਾ ਸਾਹਿਬ ਸਿੰਘ ਜੀ ਰੱਖ ਸਕਦੇ ਨੇ, ਜਿਨ੍ਹਾਂ ਵਾਸਤੇ ਇਹ ਵੀ ਲਿਖਿਆ ਇੱਕ ਥਾਂ 'ਤੇ ਕਿ ਸਾਨੂੰ ਨਹੀਂ ਪਤਾ ਕਿ ਇਸ ਸਾਹਿਬ ਸਿੰਘ ਦਾ ਦਿਮਾਗ ਇੰਨਾ ਤੇਜ਼ ਹੈ ਕਿ ਅਸੀਂ ਨਹੀਂ ਸਮਝ ਸਕੇ ਕਿ ਇਹਦੇ ਦਿਮਾਗ ਵਿੱਚ ਕੀ ਚੱਲਦਾ ਹੈ। ਇਹ ਇੰਨਾ ਸ਼ਾਤਰ ਤੇਜ਼ ਦਿਮਾਗ ਵਾਲਾ ਸਿੱਖ ਹੈ ਸੂਬਾ ਸਾਹਿਬ ਸਿੰਘ। ਜਦੋਂ ਸਤਿਗੁਰੂ ਰਾਮ ਸਿੰਘ ਜੀ ਅਰਧ ਕੁੰਭੀ 'ਤੇ ਹਰਿਦੁਆਰ ਦਰਸ਼ਨ ਦਿੱਤੇ ਨੇ, ਉੱਥੇ ਇੱਕ ਮਾਈ ਸੀ, ਉਹਨੂੰ ਭਜਨ ਦਿੱਤਾ। ਗੁਰੂ ਰਾਮ ਸਿੰਘ ਜੀ ਨੂੰ ਅਰਜ਼ ਕੀਤੀ ਕਿ ਮੈਨੂੰ ਨਾ ਟੱਪਾ ਭੁੱਲ ਗਿਆ। ਜਦੋਂ ਉਸ ਮਾਤਾ ਨੇ, ਉਸ ਮਾਈ ਨੇ ਇਹ ਟੱਪਾ ਸ਼ਬਦ ਵਰਤਿਆ ਭਜਨ ਦੇ ਨਾਮ ਨੂੰ, ਉਸ ਸਤਿਗੁਰੂ ਨਾਨਕ ਦੇਵ ਜੀ ਦੇ ਨਾਮ ਨੂੰ ਟੱਪਾ ਸ਼ਬਦ ਆਖਿਆ, ਅਤੇ ਸੱਚ ਪਾਤਸ਼ਾਹ ਜੀ ਬੜੇ ਗੁੱਸੇ ਵਿੱਚ ਆਏ। ਬਹੁਤ ਉਹਨੂੰ ਜਦੋਂ ਗੁੱਸੇ ਨਾਲ ਆਏ ਅਤੇ ਸੂਬਾ ਸਾਹਿਬ ਸਿੰਘ ਜੀ ਅੱਗੇ ਆਣ ਕੇ ਖੜ੍ਹੇ ਹੋ ਕੇ ਅਰਜ਼ ਕਰਦੇ ਨੇ, ਪਾਤਸ਼ਾਹ ਬਖਸ਼ੋ, ਤੁਸੀਂ ਬਖਸ਼ਣਹਾਰ ਹੋ, ਜੀਵ ਭੁੱਲਣਹਾਰ ਹੈ। ਜਦੋਂ ਇਸ ਤਰ੍ਹਾਂ ਦਾ ਬਚਨ ਹੁੰਦਾ ਹੈ ਅਤੇ ਸਤਿਗੁਰੂ ਰਾਮ ਸਿੰਘ ਜੀ ਬਚਨ ਕਰਦੇ, ਅੱਗੇ ਤੇਰਾ ਪਿਓ ਮਾਰਿਆ ਸੀ, ਤੂੰ ਉਦੋਂ ਦਾ ਹੀ ਮੇਰੇ ਨਾਲ ਚੱਲਿਆ ਆ ਰਿਹਾ। ਭਾਵ ਉਹਨੂੰ ਦੱਸਿਆ ਸੀ ਕਿ ਤੂੰ ਅੰਗਦ ਸੀ, ਤੇਰਾ ਪਿਤਾ ਬਾਲੀ, ਮੈਂ ਮਾਰਿਆ ਸੀ ਭਗਵਾਨ ਰਾਮ ਚੰਦਰ ਦੇ ਰੂਪ ਵਿੱਚ, ਤੂੰ ਉਦੋਂ ਤੋਂ ਹੀ ਮੇਰੇ ਨਾਲ ਦਾ ਚੱਲਿਆ ਆ ਰਿਹਾ। ਇਸ ਤਰ੍ਹਾਂ ਦਾ ਬਚਨ ਕੀਤਾ ਸੂਬਾ ਸਾਹਿਬ ਸਿੰਘ ਨੂੰ। ਇੱਕ ਦਿਨ ਸੱਚ ਪਾਤਸ਼ਾਹ ਜੀ ਆ ਰਹੇ ਨੇ, ਰਸਤੇ ਵਿੱਚ ਇੱਕ ਕਿਸੇ ਫਾਂਦਕ ਨੇ ਪੰਛੀ, ਖਰਗੋਸ਼, ਜਾਨਵਰ ਜਿਹੜੇ ਸਨ ਉਹ ਫੜ ਕੇ ਰੱਖੇ ਹੋਏ ਸਨ, ਉਹਨਾਂ ਨੂੰ ਫੜ ਕੇ ਰੱਖਿਆ, ਕੈਦ ਕੀਤਾ, ਉਹ ਵੇਚਦਾ ਸੀ। ਸਤਿਗੁਰੂ ਰਾਮ ਸਿੰਘ ਜੀ ਸਾਹਿਬ ਸਿੰਘ ਨੂੰ ਹੁਕਮ ਕਰਦੇ ਨੇ ਕਿ ਇਸ ਫਾਂਦਕ ਨੂੰ ਪੁੱਛ ਲਵੋ ਕਿ ਇਹਦੀ ਕਿੰਨੇ ਕੁ ਇਹਦੇ ਪੈਸੇ ਨੇ, ਇਹ ਜਿੰਨੇ ਵੀ ਪੰਛੀ ਨੇ ਇਹ ਸਾਰੇ ਇਹਦੇ ਕੋਲੋਂ ਆਜ਼ਾਦ ਕਰਵਾ ਦੇਵੋ, ਇਹ ਮਾਰ ਨਾ ਸਕੇ। ਉਹਨੇ ਦੱਸਿਆ ਕਿ ਮੇਰੇ 4 ਰੁਪਈਏ 6 ਰੁਪਈਏ ਜਾਂ ਸ਼ਾਇਦ 10 ਰੁਪਏ ਦੇ ਆਸ-ਪਾਸ ਉਹਨੇ ਦੱਸਿਆ। ਉਹ ਪੈਸੇ ਉਹਨੂੰ ਦੇ ਕੇ ਉਹ ਜਿੰਨੇ ਵੀ ਪੰਛੀ ਸਨ ਉਹ ਸਾਰੇ ਉਹਦੇ ਕੋਲੋਂ ਛੁਡਵਾ ਦਿੱਤੇ। ਇਸ ਤਰ੍ਹਾਂ ਦੇ ਦਿਆਲਤਾ ਦੇ ਕਾਰਜ ਸੱਚ ਪਾਤਸ਼ਾਹ ਜੀ ਕਰ ਰਹੇ ਨੇ, ਅਤੇ ਨਾਲ ਉਹ ਸੂਬਾ ਸਾਹਿਬ ਸਿੰਘ ਜੀ ਤੋਂ ਕਰਵਾ ਰਹੇ ਨੇ, ਆਪਣੇ ਸਦਾ ਹੀ ਉਹਨਾਂ ਨੂੰ ਨਾਲ ਰੱਖਦੇ ਨੇ। ਸਾਧ ਸੰਗਤ ਜੀ, ਸੱਚ ਪਾਤਸ਼ਾਹ ਜੀ ਕੋਈ ਵੀ ਕਾਰਜ ਕਰਨਾ ਹੈ ਉਹ ਸੂਬਾ ਸਾਹਿਬ ਸਿੰਘ ਜੀ ਦੇ ਨਾਲ ਸਲਾਹ ਮਸ਼ਵਰਾ ਕਰਕੇ ਫਿਰ ਕਰਿਆ ਕਰਦੇ ਸਨ। ਜਦੋਂ ਮਲੇਰਕੋਟਲੇ ਵਾਲੇ ਸ਼ਹੀਦ ਸਿੰਘ ਭਾਈ ਹੀਰਾ ਸਿੰਘ ਹੁਣੀ, ਮਸਤਾਨੇ ਸਿੰਘ, ਇਹ 13 ਸਿੰਘ ਸਨ ਭੈਣੀ ਸਾਹਿਬ, ਜਦੋਂ ਇਹ ਆਖਦੇ ਸਨ ਕਿ ਅਸੀਂ ਜਾਣਾ ਆ, ਸ਼ਹੀਦੀਆਂ ਪਾਉਣੀਆਂ ਨੇ, ਸਾਨੂੰ ਹੁਕਮ ਦਿੱਤਾ ਜਾਵੇ, ਆਗਿਆ ਦਿਓ ਸਾਨੂੰ। ਉਸ ਵੇਲੇ ਸਤਿਗੁਰੂ ਰਾਮ ਸਿੰਘ ਜੀ ਪਹਿਲਾਂ ਬਾਬਾ ਜਵਾਹਰ ਸਿੰਘ ਜੀ ਨੂੰ, ਫਿਰ ਸੂਬਾ ਸਾਹਿਬ ਸਿੰਘ ਜੀ ਨੂੰ, ਫਿਰ ਬਾਬਾ ਲੱਖਾ ਸਿੰਘ ਨੂੰ ਭੇਜਦੇ ਨੇ ਕਿ ਜਾਓ ਜਾ ਕੇ ਇਹਨਾਂ ਨੂੰ ਸਮਝਾਓ। ਉਸ ਵੇਲੇ ਵੀ ਸੂਬਾ ਸਾਹਿਬ ਸਿੰਘ ਜੀ ਨੂੰ ਭੇਜਿਆ ਜਾਂਦਾ ਹੈ। ਜਦੋਂ ਸਿਆੜ ਤੋਂ ਸੱਚ ਪਾਤਸ਼ਾਹ ਜੀ ਵਾਪਸ ਆ ਰਹੇ ਸਨ, ਸੂਬਾ ਸਾਹਿਬ ਸਿੰਘ ਜੀ ਨੇ ਅਰਜ਼ ਕੀਤੀ ਸਤਿਗੁਰੂ ਰਾਮ ਸਿੰਘ ਜੀ ਨੂੰ, ਕਿਰਪਾ ਕਰੋ, ਜੇ ਆਪ ਜੀ ਦੀ ਆਗਿਆ ਹੋਵੇ, ਹੁਕਮ ਹੋਵੇ, ਅਤੇ ਆਪ ਜੀ ਇਹ ਐਲਾਨ ਕਰ ਦਿਓ ਕਿ ਅਸੀਂ ਅੰਗਰੇਜ਼ ਰਾਜ ਵਿੱਚ ਨਹੀਂ ਹਾਂ, ਅੱਜ ਤੋਂ ਬਾਅਦ ਨਾਮਧਾਰੀਆਂ ਦਾ, ਸਤਿਗੁਰੂ ਰਾਮ ਸਿੰਘ ਦਾ ਵੱਖਰਾ ਰਾਜ ਹੈ, ਤੁਸੀਂ ਇਹ
ਰਾਜ ਦਾ ਐਲਾਨ ਕਰਕੇ ਤੇ ਆਪਾਂ ਇਹਨਾਂ ਦੇ ਖਿਲਾਫ ਬਗਾਵਤ ਇੱਕ ਸ਼ੁਰੂ ਕਰ ਦਈਏ। ਆਪਣੀ ਵੱਖਰੀ ਸਰਕਾਰ ਤੇ ਆਲਰੇਡੀ ਆਪਣੇ ਸਾਰੇ ਇੰਤਜ਼ਾਮ ਨੇ, ਆਪਾਂ ਇਹਨਾਂ ਦੇ ਖਿਲਾਫ ਖੜੇ ਕਰ ਦਈਏ। ਕੋਲੋਂ ਬਾਬਾ ਜਵਾਹਰ ਸਿੰਘ ਜੀ ਉਹ ਅਰਜ਼ ਕਰਦੇ ਨੇ ਸਤਿਗੁਰੂ ਰਾਮ ਸਿੰਘ ਦੇ ਚਰਨਾਂ ਵਿੱਚ, ਤੇ ਨਾਲ ਸੂਬਾ ਸਾਹਿਬ ਸਿੰਘ ਨੂੰ ਵੀ ਕਹਿੰਦੇ ਨੇ, ਸੂਬਾ ਸਾਹਿਬ ਸਿੰਘ ਨੂੰ ਕਹਿੰਦੇ ਨੇ ਕਿ ਹਲੇ ਤੂੰ ਇਸ ਖਾਲਸਾ ਪੰਥ ਨੂੰ ਬਹੁਤ ਹੀ ਛੋਟਾ ਆ, ਕਿ ਭਾਵ ਜਿਵੇਂ ਇੱਕ ਛੋਟਾ ਬੱਚਾ ਹੁੰਦਾ ਕਿਸੇ ਗਾਂ ਦਾ, ਉਸ ਨੂੰ ਵਛੇਰੀ ਆਖਿਆ ਜਾਂਦਾ ਹੈ, ਕਿ ਤੂੰ ਇਸ ਵਛੇਰੀ ਦਾ ਲੱਕ ਨਾ ਤੋੜ ਹਲੇ, ਕਿ ਭਾਵ ਹਲੇ ਆਪਾਂ ਇੰਨੇ ਮਜ਼ਬੂਤ ਨਹੀਂ ਹੋਏ ਕਿ ਅਸੀਂ ਆਪਣੇ ਆਪ ਨੂੰ ਇਹ ਐਲਾਨ ਕਰ ਦਈਏ ਕਿ ਸਾਡਾ ਆਪਣੇ ਆਪ 'ਚ ਵੱਖਰਾ ਰਾਜ ਹੈ ਤੁਹਾਡੇ ਨਾਲੋਂ। ਸਤਿਗੁਰੂ ਰਾਮ ਸਿੰਘ ਜੀ ਹੁਕਮ ਕਰਦੇ ਨੇ, ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ ਕਿ ਹਲੇ ਆਪਾਂ ਇਹ ਐਲਾਨ ਨਾ ਕਰੀਏ ਕਿ ਸਾਡਾ ਵੱਖਰਾ ਰਾਜ ਹੈ ਤੁਹਾਡੇ ਨਾਲੋਂ। ਸੂਬਾ ਸਾਹਿਬ ਸਿੰਘ ਜੀ ਨੂੰ ਸਤਿਗੁਰੂ ਰਾਮ ਸਿੰਘ ਜੀ ਦੇ ਨਾਲ ਮੈਂ ਹੁਣੀ ਜਿਵੇਂ ਅਰਜ਼ ਕੀਤੀ ਹੈ ਕਿ ਉਹ ਲੁਧਿਆਣੇ ਲੈ ਕੇ ਜਾਇਆ ਜਾਂਦਾ ਹੈ। ਲੁਧਿਆਣੇ ਤੋਂ ਬਾਅਦ ਵਿੱਚ ਉਹਨਾਂ ਨੂੰ ਇਲਾਹਾਬਾਦ ਲੈ ਕੇ ਜਾਇਆ ਜਾਂਦਾ ਹੈ। ਇਲਾਹਾਬਾਦ ਇੱਥੇ 9-10 ਸੂਬੇ ਸਾਹਿਬਾਨ ਇਕੱਠੇ ਕਰ ਲਏ ਜਾਂਦੇ ਨੇ। ਇੱਥੇ ਜਨਵਰੀ ਦੇ ਮਹੀਨੇ ਤੋਂ ਲੈ ਕੇ ਮਾਰਚ ਤੱਕ ਸਾਰਿਆਂ ਨੂੰ ਇੱਥੇ ਰੱਖਿਆ ਜਾਂਦਾ ਹੈ। ਮਾਰਚ ਤੱਕ ਇਹ ਉਹਨਾਂ ਨੇ ਸੋਚ ਲਿਆ ਸੀ ਅੰਗਰੇਜ਼ਾਂ ਨੇ ਕਿ ਕਿਸ ਸੂਬੇ ਨੂੰ ਕਿਸ ਪ੍ਰਦੇਸ਼ ਵਿੱਚ ਭੇਜਣਾ ਹੈ। 2 ਸੂਬੇ, ਸੂਬਾ ਕਾਹਨ ਸਿੰਘ ਜੀ ਅਤੇ ਸੂਬਾ ਸਾਹਿਬ ਸਿੰਘ ਜੀ, ਉਹਨਾਂ ਦੋਨਾਂ ਨੂੰ ਉਹਨਾਂ ਨੇ ਅਦਨ ਭੇਜਿਆ ਸੀ। ਅਦਨ ਅਰਬ ਕੰਟਰੀ ਦੇ ਕੋਲ ਦੇਸ਼ ਹੈ, ਗਰਮੀ ਹੈ ਜਿੱਥੇ ਬਹੁਤ ਜ਼ਿਆਦਾ, ਪੱਛਮ ਸਾਈਡ, ਉੱਥੇ ਭੇਜਿਆ ਇਹਨਾਂ ਨੂੰ ਅਦਨ ਵਿੱਚ। ਅਦਨ ਦਾ ਗਰਮੀ ਦਾ ਮਾਹੌਲ, ਗਰਮੀ ਇੰਨੀ ਜ਼ਿਆਦਾ ਸੀ ਉੱਥੇ ਅਦਨ ਵਿੱਚ, ਇੰਨੀ ਜ਼ਿਆਦਾ ਗਰਮੀ ਸੀ ਕਿ ਜੇ ਤੁਹਾਡੇ ਪਿੰਡੇ ਦੇ ਉੱਤੇ ਕਿਸੇ ਰੁੱਖ ਦਾ ਪੱਤਾ ਵੀ ਡਿੱਗ ਜਾਵੇ ਤੇ ਉਹ ਇੰਨਾ ਗਰਮ ਹੁੰਦਾ ਸੀ ਪੱਤਾ ਕਿ ਉਹ ਉਸੇ ਵੇਲੇ ਤੁਹਾਡੀ ਬੋਡੀ 'ਤੇ ਨਿਸ਼ਾਨ ਪਾ ਦਿੰਦਾ ਸੀ। ਇਸ ਤਰ੍ਹਾਂ ਦਾ ਉਹ ਜਿਹੜਾ ਸੀ ਅਦਨ ਦੇ ਵਿੱਚ ਗਰਮੀ ਦਾ ਮਾਹੌਲ ਸੀ। ਹੁਣ ਸੂਬਾ ਕਾਹਨ ਸਿੰਘ ਜੀ ਅਤੇ ਸੂਬਾ ਸਾਹਿਬ ਸਿੰਘ ਜੀ, ਸੂਬਾ ਕਾਹਨ ਸਿੰਘ ਦੀ ਉਮਰ ਉਸ ਟਾਈਮ ਵੱਡੀ ਸੀ, ਭਾਵ ਉਹ ਬਜ਼ੁਰਗ ਸਨ। ਸੂਬਾ ਸਾਹਿਬ ਸਿੰਘ ਜਿਹੜੇ ਸਨ ਉਹ ਨੌਜਵਾਨ ਸਨ, ਜਵਾਨ ਸਨ, ਅਤੇ ਇੱਕ ਬਜ਼ੁਰਗ ਇੱਕ ਉਹਨਾਂ ਨੇ ਨੌਜਵਾਨ ਭੇਜਿਆ। ਜਿਹੜੀਆਂ ਵੀ ਦਿਸ਼ਾਵਾਂ 'ਚ ਉਹਨਾਂ ਨੇ ਚਾਰੇ ਦਿਸ਼ਾਵਾਂ 'ਚ ਸੂਬਿਆਂ ਨੂੰ ਭੇਜਿਆ ਕਿ ਜੇ ਕਿਸੇ ਨੌਜਵਾਨ ਦਾ ਜਿਹੜਾ ਮਨ ਸੀ ਉਹ ਗੁੱਸੇ ਵਿੱਚ ਆ ਜਾਵੇ ਜਾਂ ਕਿਤੇ ਬਗਾਵਤ ਕਰਨ ਦਾ ਉਹਦੇ ਮਨ ਵਿੱਚ ਖਿਆਲ ਆਵੇ, ਅਤੇ ਜਿਹੜਾ ਕੋਲ ਉਹਦੇ ਨਾਲ ਦਾ ਸਾਥੀ ਵਡੇਰੀ ਉਮਰ ਦਾ ਬਜ਼ੁਰਗ ਹੋਏਗਾ ਉਹ ਉਸ ਨੂੰ ਸਮਝਾ ਕੇ ਉਹਨੂੰ ਸ਼ਾਂਤ ਕਰ ਲਵੇ ਕਿ ਹੁਣ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਹੁਣ ਇੱਥੇ ਇਹਨਾਂ ਨੂੰ ਡਾਇਬਟੀਜ਼ ਦਾ ਰੋਗ, ਸ਼ੂਗਰ ਦਾ ਰੋਗ ਜਿਹਨੂੰ ਆਖਿਆ ਜਾਂਦਾ ਪੰਜਾਬੀ ਵਿੱਚ, ਉਹ ਹੋ ਗਿਆ, ਸ਼ੂਗਰ ਹੋ ਗਈ ਇਹਨਾਂ ਨੂੰ। ਇੱਥੇ ਉਹ ਕੋਈ ਗਰਮੀ ਜ਼ਿਆਦਾ ਹੋਣ ਕਰਕੇ ਉਹ ਸਹਾਰ ਨਾ ਸਕੇ ਉੱਥੋਂ ਦਾ, ਆਪਣੀ ਬਿਮਾਰੀ ਦੇ ਕਾਰਨ। ਕੋਈ ਇੰਤਜ਼ਾਮ ਬਹੁਤ ਜ਼ਿਆਦਾ ਵਧੀਆ ਨਹੀਂ ਸਨ, ਕਿਉਂਕਿ ਕੈਦੀ ਭੇਜੇ ਸਨ ਉੱਥੇ, ਕੈਦੀਆਂ ਵਾਸਤੇ ਕੋਈ ਇੰਤਜ਼ਾਮ ਵੀ ਨਹੀਂ ਸੀ ਖਾਣ ਪੀਣ ਦਾ। ਉਹਨਾਂ ਨੂੰ ਇਹੀ ਹੁੰਦਾ ਸੀ ਕਿ ਤੁਸੀਂ ਆਪ ਕੰਮ ਕਰੋਗੇ, ਕੰਮ ਕਰਕੇ ਜਿੰਨੇ ਪੈਸੇ ਕਮਾਓਗੇ ਤੁਸੀਂ ਉਹਦੇ ਨਾਲ ਹੀ ਗੁਜ਼ਾਰਾ ਕਰੋਗੇ, ਪਰ ਰਹੋਗੇ ਇਸ ਇਲਾਕੇ ਵਿੱਚ, ਕਿਸੇ ਹੋਰ ਥਾਂ 'ਤੇ ਨਹੀਂ ਜਾ ਸਕਦੇ। ਇਸ ਤਰ੍ਹਾਂ ਦਾ ਕਰਕੇ ਉਹਨਾਂ ਨੂੰ ਬਾਹਰ ਵਿਦੇਸ਼ਾਂ ਵਿੱਚ ਜਿਵੇਂ ਕਾਲੇ ਪਾਣੀ ਸਹਿ ਦਿੱਤੀ ਜਾਂਦੀ ਸੀ, ਇਸ ਤਰ੍ਹਾਂ ਉਹਨਾਂ ਨੂੰ ਭੇਜਿਆ ਜਾਂਦਾ ਸੀ ਉੱਥੇ। ਹੁਣ ਸੂਬਾ ਸਾਹਿਬ ਸਿੰਘ ਜੀ, ਸੂਬਾ ਕਾਹਨ ਸਿੰਘ ਜੀ ਵੀ ਥੋੜ੍ਹੇ ਜਿਹੇ ਢਿੱਲੇ ਰਹਿਣ ਲੱਗ ਗਏ ਸਨ, ਅਤੇ ਸੂਬਾ ਸਾਹਿਬ ਸਿੰਘ ਜੀ ਜ਼ਿਆਦਾ ਢਿੱਲੇ ਹੋਣ ਕਰਕੇ ਫਿਰ ਉੱਥੋਂ ਦੇ ਅੰਗਰੇਜ਼ ਅਫਸਰ ਨੇ ਤਾਂ ਕਿ ਇੱਥੇ ਗਰਮੀ ਦਾ ਮੌਸਮ ਜਿਹੜਾ ਹੈ ਇਹਨਾਂ ਨੂੰ ਮਾਫਕ ਨਹੀਂ ਹੈ, ਇਹਨਾਂ ਨੂੰ ਇੱਥੋਂ ਵਾਪਸ ਭੇਜ ਦਿੱਤਾ ਜਾਵੇ। 2 ਸਾਲ ਅਦਨ ਵਿੱਚ ਰਹਿ ਕੇ 1875 ਇਹਨਾਂ ਨੂੰ 23 ਮਾਰਚ 1873 ਨੂੰ ਇਲਾਹਾਬਾਦ ਦੇ ਕਿਲ੍ਹੇ 'ਚੋਂ ਅਦਨ ਭੇਜਿਆ ਜਾਂਦਾ ਹੈ। ਅਦਨ ਗਰਮੀਆਂ ਦੇ ਵਿੱਚ, ਸ਼ੁਰੂ ਗਰਮੀਆਂ ਵਿੱਚ ਹੀ 1875 'ਚ ਵਾਪਸ ਅਦਨ ਤੋਂ ਹਜ਼ਾਰੀ ਬਾਗ ਵਿੱਚ ਲਿਆ ਕੇ ਰੱਖ ਦਿੱਤਾ ਜਾਂਦਾ ਹੈ। ਹੁਣ ਇਹ ਹਜ਼ਾਰੀ ਬਾਗ ਵਿੱਚ ਨੇ, ਹਜ਼ਾਰੀ ਬਾਗ ਵਿੱਚ ਸੂਬਾ ਕਾਹਨ ਸਿੰਘ ਜੀ ਅਤੇ ਸੂਬਾ ਸਾਹਿਬ ਸਿੰਘ ਜੀ ਦੋਵੇਂ ਨੇ। ਹੁਣ ਦੋਨਾਂ ਨੂੰ ਵੱਖਰੇ ਵੱਖਰੇ ਕਮਰੇ ਵਿੱਚ ਬੰਦ ਕੀਤਾ ਜਾਂਦਾ ਹੈ, ਇੱਕ ਕਮਰੇ ਵਿੱਚ ਵੀ ਨਹੀਂ ਬਿਠਾਇਆ ਜਾਂਦਾ। ਅਤੇ ਜੇਲ੍ਹ ਦੇ ਕਮਰੇ ਵੀ, ਜੇ ਇੱਕ ਕਮਰੇ ਤੋਂ ਦੂਸਰਾ ਕਮਰਾ ਇੰਨੀ ਦੂਰ ਸੀ ਕਿ ਜੇ ਉੱਚੀ ਆਵਾਜ਼ ਵੀ ਨਹੀਂ ਤੁਸੀਂ ਕਿਤੇ ਸੁਣ ਸਕਦੇ, ਜਾਂ ਉੱਚੀ ਆਵਾਜ਼ ਮਾਰ ਕੇ ਵੀ ਤੁਸੀਂ ਹਾਲ ਚਾਲ ਨਹੀਂ ਇੱਕ ਦੂਸਰੇ ਤੋਂ ਪੁੱਛ ਸਕਦੇ। ਇਸ ਸਤਿਗੁਰੂ ਰਾਮ ਸਿੰਘ ਜੀ ਦੇ ਸੂਰਬੀਰ ਯੋਧੇ ਨੂੰ, ਐਸੇ ਤੀਖਣ ਬੁੱਧੀ ਵਾਲੇ ਸਿੱਖ ਨੂੰ ਉਹਨਾਂ ਨੇ ਅੰਤਲੇ ਸਮੇਂ ਵਿੱਚ ਵੀ ਉਹਨਾਂ ਨੇ ਆਪਣੇ ਨਾਲ ਦੇ ਸਾਥੀ ਦੇ ਨਾਲ ਆਪਣਾ
ਕੋਈ ਦੁੱਖ ਸੁੱਖ ਵੀ ਨਹੀਂ ਕਰਨ ਦਿੱਤਾ। ਉਹਨਾਂ ਨੂੰ ਇਕੱਲਿਆਂ ਹੀ ਕਮਰੇ ਵਿੱਚ ਰੱਖਿਆ। ਜਿੰਨਾ ਚਿਰ ਵੀ ਉਹ ਹਜ਼ਾਰੀ ਬਾਗ ਵਿੱਚ ਰਹੇ, ਉੱਥੇ ਉਹਨਾਂ ਨੂੰ ਸੂਬਾ ਸਾਹਿਬ ਸਿੰਘ ਦੇ ਨਾਲ ਸੂਬਾ ਕਾਹਨ ਸਿੰਘ ਦੇ ਸਾਹਿਬ ਦੇ ਨਾਲ ਮਿਲਣ ਨਹੀਂ ਦਿੱਤਾ। 10 ਜੂਨ ਅੱਜ ਦੇ ਦਿਨ 1879 ਨੂੰ ਸੂਬਾ ਸਾਹਿਬ ਸਿੰਘ ਜੀ ਹਜ਼ਾਰੀ ਬਾਗ ਵਿਖੇ ਆਪਣਾ ਇਹ ਪੰਜ ਭੂਤਕ ਜਿਹੜੀ ਦੇਹ ਸੀ ਉਹ ਤਿਆਗ ਦਿੰਦੇ ਨੇ। ਉੱਥੇ ਉਹ ਸ਼ਹੀਦ ਹੋ ਜਾਂਦੇ ਨੇ। ਅੰਤਲੇ ਸਮੇਂ ਵਿੱਚ ਉਹਨਾਂ ਨੂੰ ਆਪਣੇ ਸਾਥੀ ਦੇ ਨਾਲ ਕੋਈ ਆਪਣਾ ਦੁੱਖ ਸੁੱਖ ਵੀ ਸਾਂਝਾ ਕਰਨ ਦਾ ਸਮਾਂ ਨਹੀਂ ਦਿੱਤਾ ਜਾਂਦਾ, ਕਿਉਂਕਿ ਬਿਮਾਰੀ ਉਹਨਾਂ ਦੀ ਬਹੁਤ ਵੱਧ ਚੁੱਕੀ ਸੀ, ਜਿਸ ਕਰਕੇ ਉਹਨਾਂ ਦਾ ਉੱਥੇ ਸਰੀਰ ਸ਼ਾਂਤ ਹੁੰਦਾ ਹੈ। ਸਤਿਗੁਰੂ ਜਗਜੀਤ ਸਿੰਘ ਜੀ ਵੀ ਉਸ ਥਾਂ 'ਤੇ ਬਹੁਤ ਮੇਲੇ ਕੀਤੇ। ਵਰਤਮਾਨ ਸਤਿਗੁਰੂ ਜੀ ਵੀ ਜਦੋਂ ਗੱਦੀ 'ਤੇ ਬਿਰਾਜਮਾਨ ਹੋਏ, ਉਹਨਾਂ ਨੇ ਵੀ ਬਖਸ਼ਿਸ਼ ਕੀਤੀ, ਉਸ ਥਾਂ 'ਤੇ ਜਾ ਕੇ ਮੇਲੇ ਕੀਤੇ। ਸੱਚ ਪਾਤਸ਼ਾਹ ਜੀ ਉੱਥੇ ਹਜ਼ਾਰੀ ਬਾਗ ਵਿੱਚ ਵਰਨੀ ਵੀ ਚਲਾਈ। ਸਤਿਗੁਰੂ ਜਗਜੀਤ ਸਿੰਘ ਜੀ ਨੇ ਸਮੇਂ ਅਨੁਸਾਰ ਸੱਚ ਪਾਤਸ਼ਾਹ ਜੀ ਉੱਥੇ ਸਿੱਖਾਂ ਨੂੰ ਭੇਜ ਕੇ ਉਸ ਥਾਂ 'ਤੇ ਦੀਵਾਨ ਲੱਗਣੇ। ਸੂਬਾ ਸਾਹਿਬ ਸਿੰਘ ਦੀ ਉਸ ਸ਼ਹਾਦਤ ਨੂੰ ਯਾਦ ਰੱਖਿਆ ਜਾਂਦਾ ਹੈ। ਸਮੇਂ ਦੇ ਨਾਲ ਸਿੱਖ ਜਾ ਕੇ ਉੱਥੇ ਦੀਵਾਨ ਲਾਉਂਦੇ ਨੇ, ਕਥਾ ਕੀਰਤਨ ਹੁੰਦਾ ਹੈ, ਉੱਥੇ ਵਰਨੀ ਚੱਲਦੀ ਹੈ। ਸਾਧ ਸੰਗਤ ਜੀ, ਇਹ ਸੀ ਉਹ ਸਤਿਗੁਰੂ ਰਾਮ ਸਿੰਘ ਜੀ ਦਾ ਲਾਡਲਾ ਸਪੂਤ, ਜਿਸ ਤੋਂ ਅੰਗਰੇਜ਼ ਇੰਨਾ ਡਰਦੇ ਸਨ ਕਿ ਜੇ ਸਤਿਗੁਰੂ ਰਾਮ ਸਿੰਘ ਜੀ ਤੋਂ ਬਾਅਦ ਉਹਨਾਂ ਦੀ ਰਾਜਨੀਤਿਕ ਗਤੀਵਿਧੀਆਂ ਨੂੰ ਕੋਈ ਸਾਂਭ ਸਕਦਾ ਹੈ ਤਾਂ ਉਹ ਸਿਰਫ ਸਾਹਿਬ ਸਿੰਘ ਹੀ ਸਾਂਭ ਸਕਦੇ ਨੇ। ਸਾਧ ਸੰਗਤ ਜੀ, ਸੱਚ ਪਾਤਸ਼ਾਹ ਜੀ ਕਿਰਪਾ ਕਰਨ, ਇਹ ਹਰ ਜਸ ਉਹਨਾਂ ਦੇ ਸਿੱਖਾਂ ਦਾ ਹੈ। ਉਹ ਉਹਨਾਂ ਦੇ ਸਿੱਖਾਂ ਦਾ ਹਰ ਜਸ ਹੈ। ਅਸੀਂ ਉਹਨਾਂ ਨੂੰ ਕਰਦੇ ਰਹੀਏ। ਉਹਨਾਂ ਦੇ ਹਰ ਜਸ ਵਿੱਚੋਂ ਅਸੀਂ ਵੀ ਕੁਝ ਸਿੱਖੀ ਦੀ ਭਾਵਨਾ ਨੂੰ ਇੱਕ ਕਿਣਕਾ ਵੀ ਸਾਨੂੰ ਮਿਲ ਜਾਵੇ। ਸੂਬਾ ਸਾਹਿਬ ਸਿੰਘ ਨੇ ਵਿਆਹ ਨਹੀਂ ਕਰਵਾਇਆ, ਉਹਨਾਂ ਦਾ ਰਿਸ਼ਤਾ ਹੋ ਗਿਆ ਸੀ। ਵਿਆਹ ਇਸ ਕਰਕੇ ਨਹੀਂ ਕਰਵਾ ਸਕੇ ਕਿ ਉਹ ਸਤਿਗੁਰੂ ਰਾਮ ਸਿੰਘ ਦੇ ਦੱਸੇ ਹੋਏ ਮਾਰਗ ਦੇ ਉੱਤੇ ਇੰਨੇ ਸਮਰਪਣ ਸਨ ਕਿ ਉਹਨਾਂ ਦੇ ਮਨ ਵਿੱਚ ਇਹ ਖਿਆਲ ਹੀ ਨਹੀਂ ਆਇਆ ਕਿ ਮੈਂ ਵਿਆਹ ਕਰਵਾ ਲਵਾਂ। ਉਹਨਾਂ ਨੂੰ ਇਹ ਲੱਗਾ ਕਿ ਮੇਰਾ ਜੀਵਨ ਬਹੁਤ ਥੋੜ੍ਹਾ ਹੈ, ਮੈਂ ਛੇਤੀ ਤੋਂ ਛੇਤੀ ਵੱਧ ਤੋਂ ਵੱਧ ਸੇਵਾ ਕਰ ਸਕਾਂ। ਸਤਿਗੁਰੂ ਸਾਧ ਸੰਗਤ ਜਿਹੜੀਆਂ ਹੁਣ ਤੁਸੀਂ ਤਸਵੀਰਾਂ ਵੇਖ ਰਹੇ ਹੋ, ਇਹ ਹਜ਼ਾਰੀ ਬਾਗ ਦੀਆਂ ਉਸ ਜੇਲ੍ਹ ਦੀਆਂ ਤਸਵੀਰਾਂ ਨੇ ਜਿੱਥੇ ਸੂਬਾ ਸਾਹਿਬ ਸਿੰਘ ਜੀ ਰਹੇ ਸਨ। ਸਤਿਗੁਰੂ ਜਗਜੀਤ ਸਿੰਘ ਜੀ ਉੱਥੇ ਵਰਨੀ ਚਲਾਈ ਹੋਈ ਹੈ, ਭਜਨ ਦੀ ਵਰਨੀ ਚੱਲਦੀ ਹੈ ਉੱਥੇ। ਇਹ ਸਤਿਗੁਰੂ ਰਾਮ ਸਿੰਘ ਦੇ ਸਿੱਖਾਂ ਦਾ ਇਤਿਹਾਸ, ਸੱਚ ਪਾਤਸ਼ਾਹ ਦਾ ਇਤਿਹਾਸ ਆ। ਸੱਚ ਪਾਤਸ਼ਾਹ ਜੀ ਕਿਰਪਾ ਕਰਨ, ਸਾਡੇ ਸਾਰਿਆਂ ਦੇ ਹਿਰਦਿਆਂ 'ਤੇ ਵਸੇ, ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨੂੰ ਯਾਦ ਰੱਖੇ। ਆਪਣੇ ਸਤਿਗੁਰ ਦੇ ਪ੍ਰਤੀ ਅਸੀਂ ਹੋਰ ਵੱਧ ਤੋਂ ਵੱਧ ਸਮਰਪਣ ਹੋਈਏ। ਮੈਂ ਇੰਨਾ ਕੁਝ ਹੀ ਕਹਿੰਦਾ ਹੋਇਆ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ ਹਾਂ। ਬੋਲਦਿਆਂ ਜੇ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ, ਮੈਂ ਖਿਮਾ ਦਾ ਜਾਚਕ ਹਾਂ। ਸਤਿ ਸ੍ਰੀ